ਕੁੱਟਮਾਰ ਵੀ ਹੁੰਦੀ ਸੀ ਸਾਡੇ ਵਿੱਚ। ਮੈਨੂੰ ਵੀ ਬਹੁਤ ਵਾਰ ਮਾਰ ਪੜੀ ਉਹਨਾਂ ਤੋਂ। ਅਤੇ ਉਹਨਾਂ ਦਾ ਇਹ ਸੀਗਾ ਕਿ ਸ਼ਾਮ ਨੂੰ ਜਦੋਂ ਉਹਨਾਂ ਨੇ ਘਰ ਆਉਣਾ ਹੁੰਦਾ ਸੀ, ਉਹਨੇ ਸਾਨੂੰ ਪਹਿਲਾਂ ਹੀ ਫੋਨ ਕਰ ਦਿੰਦੇ ਸੀ ਕਿ ਮੇਰੇ ਆਉਂਦੇ ਤੱਕ ਤੁਸੀਂ ਮੈਨੂੰ ਦਿਖਣੇ ਨਹੀਂ ਚਾਹੀਦੇ ਤਿੰਨੇ ਜਣੋ। ਅਗਰ ਤੁਸੀਂ ਮੇਰੇ ਵੱਲੋਂ ਤੁਸੀਂ ਤਿੰਨੋਂ ਮਰ ਵੀ ਜਾਂਦੇ ਆ ਨਾ ਤਾਂ ਕੋਈ ਮੈਨੂੰ ਪਰਵਾਹ ਨਹੀਂ ਹੈਗੀ, ਜਾ ਕੇ ਮਰੋ। ਅਸੀਂ 18 ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡਾ ਕੇਸ ਅਪਲਾਈ ਕਰੂੰਗਾ ਨਵੰਬਰ ਦੇ ਵਿੱਚ। ਅਤੇ ਪਰ ਨਵੰਬਰ ਦੇ ਵਿੱਚ ਉਹਨਾਂ ਨੇ ਫ਼ੋਨ ਬੰਦ ਕਰ ਲਿਆ, ਮੇਰੀ ਕਾਲ ਨਹੀਂ ਪਿਕ ਕੀਤੀ। ਮੈਂ ਬਹੁਤ ਟਰਾਈ ਕਰਦੀ ਸੀ, ਬੜੀ ਟੈਨਸ਼ਨ ਜਿਹੀ ਹੋ ਗਈ ਮੈਨੂੰ। ਕੋਈ ਦਿਮਾਗ 'ਚ ਨਹੀਂ ਸੀਗਾ, ਮੈਨੂੰ ਇਹ ਸੀਗਾ ਕਿ ਸ਼ਾਇਦ ਕੁਛ ਹੋ ਨਾ ਗਿਆ ਹੋਵੇ ਤਾਂ। ਅਤੇ ਉਹਦੇ ਵਿੱਚ ਜਿਵੇਂ ਉਹਨੂੰ ਲਿਖਿਆ ਹੋਇਆ ਕਿ ਉਹਨਾਂ ਨੇ ਹਾਲ ਚਾਲ ਪੁੱਛਿਆ ਕਿ ਕਿੱਦਾਂ, ਠੀਕ ਆ? ਹਾਂ ਮੈਂ ਠੀਕ ਹਾਂ, ਮੈਂ ਤੇਰੀ ਨਵੀਂ ਭਾਬੀ ਨਾਲ ਗੱਲ ਕਰਕੇ ਹਟਿਆ ਯਾਰ, ਮੈਂ ਨਹੀਂ ਇੰਡੀਆ ਆਉਂਦਾ ਹੈਗਾ, ਮੈਂ ਇੱਥੇ ਯਾਰ ਵਧੀਆ ਹੈਗੀ, ਇੱਥੇ ਐਸ਼ ਵਾਲੀ ਜ਼ਿੰਦਗੀ। ਔਰ ਉਹਦੇ ਵਿੱਚ ਉਹਦੀ ਪਾਰਟੀਜ਼ ਕਰਦੇ ਆ ਮੁੰਡੇ, ਉਹਦੀਆਂ ਵੀਡੀਓਜ਼ ਅੱਜ ਵੀ ਹੈਗੀਆਂ ਮੇਰੇ ਕੋਲ। ਤੁਸੀਂ ਬੀਚਸ 'ਤੇ ਘੁੰਮ ਰਹੇ ਹੋ, ਤੁਸੀਂ ਉਹਦੇ ਨਾਲ ਚੈਟ ਕਰ ਰਹੇ ਹੋ, ਐਵੇਂ ਦੇ ਇਮੋਜੀ ਉਹਨੂੰ ਭੇਜ ਰਹੇ ਹੋ, ਤੁਹਾਨੂੰ ਭੇਜ ਰਹੀ ਆ, ਤੁਸੀਂ ਪਾਰਟੀਜ਼ ਕਰ ਰਹੇ ਹੋਗੇ ਵੀ ਇਹ ਪੇਪਰ ਮੈਰਿਜ 'ਚ ਇਹ ਸਭ ਨਹੀਂ ਹੁੰਦਾ। ਤੁਹਾਡੇ ਕਹਿਣ ਦਾ ਮਤਲਬ ਕਿ ਤੁਹਾਡੇ ਪਤੀ ਦਾ ਪਹਿਲੇ ਤੁਹਾਡੇ ਨਾਲ ਵਿਆਹ ਹੋਇਆ, ਉਸ ਤੋਂ ਬਾਅਦ ਬਾਹਰ ਗਏ, ਕਿਸੇ ਹੋਰ ਨਾਲ ਵਿਆਹ ਹੋਇਆ, ਹੁਣ ਕਿਸੇ ਹੋਰ ਨਾਲ ਰਹਿ ਰਹੇ? ਹਾਂਜੀ, ਉਹਨਾਂ ਤੀਸਰੀ ਔਰਤ ਨਾਲ? ਤੀਸਰੀ, ਹਾਂਜੀ। ਕਿ ਮੈਨੂੰ ਖੁਦ ਨੂੰ ਅੱਜ ਤੱਕ ਇਹ ਸ਼ੌਕ ਲੱਗਦਾ ਰਹਿੰਦਾ ਕਿ ਮੈਂ ਇੰਨਾ ਟਰਸਟ ਕੀਤਾ ਉਸ ਬੰਦੇ 'ਤੇ, ਨਾ ਸਾਡੇ ਵਿੱਚ ਕਦੇ ਕੋਈ ਲੜਾਈ ਹੋਈ ਸੀ, ਕੋਈ ਮਿਸਅੰਡਰਸਟੈਂਡਿੰਗ ਨਹੀਂ ਕਦੇ ਹੋਈ ਸੀ ਵੀ ਉਹ ਬੰਦਾ ਮੈਨੂੰ ਇੰਨਾ ਕੌਣ ਕਰਦਾ ਰਿਹਾ, ਇੰਨਾ ਮੇਰੇ ਨਾਲ ਚੀਟ ਕਰਦਾ ਰਿਹਾ। ਬਸ ਇੱਕ ਵਿਸ਼ਵਾਸ ਬਣਾ ਕੇ ਮੈਂ ਉਹਦੇ 'ਤੇ ਬੈਠੀ ਰਹੀ ਹਾਂ। ਕੋਈ ਵਿਆਹ ਨਹੀਂ ਹੋਇਆ, ਉਹ ਕਹਿੰਦਾ ਵੀ ਸਰਬਜੀਤ ਨੂੰ ਉਹਨੇ ਆਪ ਫੋਨ ਲਾਇਆ ਸੀ, ਕਹਿੰਦਾ ਵੀ ਕੇਸ ਵਾਪਸ ਲੈ ਲਾ, ਮੈਂ ਇੱਥੇ ਪਿੰਡ ਆ ਜਾਣਾ। ਪੰਚਾਇਤੀ ਰਾਜੀਨਾਮਾ ਹੋਇਆ ਅੱਜ ਤੋਂ 7-8 ਦਿਨ ਪਹਿਲਾਂ ਵੀ ਹੋਈ ਸੀ ਗੱਲ। ਅਤੇ ਇੱਕ ਪੰਚਾਇਤ ਦੇ ਵਿੱਚ ਉੱਥੇ ਉਹ ਗੱਲ ਕਰਕੇ ਦੂਸਰੇ ਦਿਨ ਫੇਰ ਪਲਟੀ ਕਰ ਗਏ ਜੀ ਗੱਲ ਤੋਂ। ਕਿਸੇ ਗੱਲ 'ਤੇ ਖੜ੍ਹਦੇ ਨਹੀਂ, ਤੋਂ ਪਹਿਲਾਂ 6 ਵਾਰ ਗੱਲ ਹੋ ਚੁੱਕੀ ਹੈ ਜੀ ਪੰਚਾਇਤਾਂ ਵਿੱਚ। ਅਸੀਂ ਰਾਜੀਨਾਮੇ ਦਾ ਲਿਖਤ ਲਈ ਫਿਰਦੇ ਹਾਂ, ਇਹ ਸਮਝੌਤਾ ਹੋਇਆ ਪੰਚਾਇਤ ਦੇ ਵਿੱਚ, ਇਸ ਤੋਂ ਵੀ ਪਲਟ ਗਿਆ ਉਹ। ਪ੍ਰਸ਼ਾਸਨ ਹੈ, ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਅਸੀਂ NRI ਆਫਿਸ ਸੰਗਰੂਰ, SSP ਆਫਿਸ ਬਰਨਾਲਾ, DSP ਆਫਿਸ ਤਪਾ, ਅਸੀਂ ਕੋਈ ਉਹ ਜਗ੍ਹਾ ਛੱਡੀ ਨਹੀਂ। ਵੂਮਨ ਸੈੱਲ, ਹਿਊਮਨ ਰਾਈਟ, ਅਸੀਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ, ਪਰ ਸਾਨੂੰ ਇਨਸਾਫ ਕਿਤੋਂ ਵੀ ਨਹੀਂ ਮਿਲਿਆ ਹਾਲੇ ਤੱਕ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਜਦੋਂ ਦਾ ਪੰਜਾਬ ਦਾ ਨੌਜਵਾਨ ਬਾਹਰ ਜਾਣ ਦਾ ਚਾਹਵਾਨ ਹੋਇਆ ਤਾਂ ਕੰਟਰੈਕਟ ਮੈਰਿਜ ਇੱਕ ਸ਼ਬਦ ਜਿਸ ਤੋਂ ਅਸੀਂ ਸਾਰੇ ਪਹਿਲਾਂ ਬਹੁਤ ਡਰਦੇ ਸੀ, ਬਹੁਤ ਘਬਰਾਉਂਦੇ ਸੀ, ਹੁਣ ਉਹ ਘਰ ਘਰ ਦੀ ਗੱਲ ਬਣ ਚੁੱਕੀ ਹੈ। ਚਾਹੇ ਉਹ ਪਿੰਡ ਹੋਣ, ਭਾਵੇਂ ਉਹ ਸ਼ਹਿਰ ਹੋਣ। ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਵੱਡੇ ਵੱਡੇ ਪਰਿਵਾਰਾਂ 'ਚ ਰਹਿਣਾ ਹੈ, ਮਿਲ ਕੇ ਰਹਿਣਾ, ਉਹ ਬਿਲਕੁਲ ਅਲੋਪ ਹੋ ਗਿਆ। ਅਤੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਸਿਖਾ ਕੇ ਜਾ ਰਹੇ ਹਾਂ, ਕੀ ਮੱਤ ਦੇ ਰਹੇ ਹਾਂ, ਇਹ 'ਤੇ ਸੋਚਣਾ ਤਾਂ ਜ਼ਰੂਰ ਬਣਦਾ ਹੈ। ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਕੇਸ ਬਹੁਤ ਵਾਇਰਲ ਹੋਇਆ ਬੇਅੰਤ ਅਤੇ ਲਵਪ੍ਰੀਤ ਦਾ, ਜਿੱਥੇ ਕਿਹਾ ਗਿਆ ਕਿ ਕੁੜੀ ਨੇ ਜਾ ਕੇ ਧੋਖਾ ਦੇਤਾ, 25 ਲੱਖ ਲਗਾਤੇ ਕੁੜੀ ਨੂੰ ਬਾਹਰ ਭੇਜਣ 'ਤੇ। ਵਿਆਹ ਤੋਂ ਬਾਅਦ ਕੁੜੀ ਨੇ ਸਾਰ ਨਹੀਂ ਲਈ, ਗੱਲ ਨਹੀਂ ਹੋਈ, ਅਤੇ ਉਸ ਤੋਂ ਬਾਅਦ ਮੁੰਡੇ ਨੇ ਸੁਸਾਈਡ ਕਰ ਲਈ। ਇੱਕ ਕੇਸ ਇੱਦਾਂ ਦਾ ਸੋਸ਼ਲ ਮੀਡੀਆ 'ਤੇ ਆਉਂਦੇ, ਉਸ ਤੋਂ ਬਾਅਦ ਹਜ਼ਾਰਾਂ ਕੇਸ ਆਉਂਦੇ ਨੇ। ਤਾਂ ਇੱਕ ਹੋਰ ਤੁਹਾਨੂੰ ਇੱਕ ਕੇਸ ਸੁਣਾਉਣ ਜਾ ਰਹੇ ਹਾਂ, ਜਿਹਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇੱਕ ਨੌਜਵਾਨ ਧੀ ਪੰਜਾਬ ਦੀ, ਵਿਆਹ ਹੁੰਦਾ ਹੈ 2010 ਵਿੱਚ, ਉਸ ਤੋਂ ਬਾਅਦ ਬਾਹਰ ਜਾਂਦੀ ਵਿਆਹ ਹੁੰਦਾ 2008 ਵਿੱਚ, ਉਸ ਤੋਂ ਬਾਅਦ ਬਾਹਰ ਜਾਂਦੀ ਹੈ ਆਪਣੇ ਘਰ ਵਾਲੇ ਦੇ ਨਾਲ, ਅਤੇ ਵਾਪਸ ਇੰਡੀਆ ਪਰਤਦੀ ਹੈ। ਅਤੇ ਉਸ ਤੋਂ ਬਾਅਦ ਘਰ ਵਾਲੇ ਨਾਲ ਕੋਈ ਗੱਲ ਨਹੀਂ ਹੋ ਰਹੀ, ਪਰ ਉਹਨਾਂ ਦੀ ਕੀ ਕਹਾਣੀ ਹੈ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਜ਼ਰੂਰ ਸੁਣਾ ਦੇਵਾਂਗੇ। ਕਸਬਾ ਭਦੌੜ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ। 8 ਸਾਲ ਦਾ ਪੁੱਤ ਵੀ ਹੈ, ਜਿਹਨੂੰ ਲੈ ਕੇ ਇੱਕ ਕੁੜੀ ਦਰ ਠੋਕਰਾਂ ਖਾ ਰਹੀ ਹੈ, ਇਨਸਾਫ ਦੀ ਮੰਗ ਕਰ ਰਹੀ ਹੈ। ਪੂਰੀ ਕਹਾਣੀ ਕੀ ਹੈ ਤੁਹਾਨੂੰ ਸੁਣਾ ਦਿੰਦੇ ਹਾਂ। ਨਾਂ ਕੀ ਹੈ ਤੁਹਾਡਾ? ਮੇਰਾ ਨਾਮ ਸਰਬਜੀਤ ਕੌਰ ਹੈ। 2008 ਵਿੱਚ ਹੋਇਆ ਤੁਹਾਡਾ ਵਿਆਹ? ਹਾਂਜੀ, ਮੇਰਾ ਦਸੰਬਰ 2008 ਦੇ ਵਿੱਚ ਹੋਈ ਸੀ ਮੈਰਿਜ। ਰਜ਼ਾਮੰਦੀ ਨਾਲ ਸੀਗਾ ਜਾਂ ਕਿਸ ਤਰ੍ਹਾਂ ਕੀਤਾ ਗਿਆ ਸੀ ਵਿਆਹ? ਨਹੀਂ ਮੈਮ, ਘਰਦਿਆਂ ਵੱਲੋਂ ਰਜ਼ਾਮੰਦੀ ਨਾਲ ਕੀਤਾ ਗਿਆ ਸੀ, ਪ੍ਰੋਪਰ ਮਤਲਬ ਕਿ ਅਰੇਂਜ ਮੈਰਿਜ ਸੀ ਮੇਰੀ। ਰਿਸ਼ਤਾ ਆਇਆ ਸੀ ਉਹਨਾਂ ਵੱਲੋਂ, ਮੈਰਿਜ ਹੋਈ ਹੈ। ਉਸ ਤੋਂ ਬਾਅਦ ਬਾਹਰ ਜਾਂਦੇ ਹੋ? ਹਾਂਜੀ, ਫਿਰ ਅਸੀਂ ਦੋਨੇ ਹਸਬੈਂਡ ਵਾਈਫ ਬਾਹਰ ਚਲੇ ਗਏ ਸੀ, ਇੰਗਲੈਂਡ ਚਲੇ ਗਏ ਸੀ 2010 ਦੇ ਵਿੱਚ। ਉੱਥੇ ਜਾ ਕੇ 2012 ਦੇ ਵਿੱਚ ਮੇਰਾ ਬੇਟਾ ਹੋਇਆ ਅਰਨਵ, ਅਤੇ ਉਸ ਤੋਂ ਬਾਅਦ 14 ਦੇ ਵਿੱਚ ਮੈਂ ਔਰ ਮੇਰਾ ਬੇਟਾ ਮਿਲਣ ਆਏ ਹਾਂ ਫੈਮਿਲੀ ਨੂੰ, ਕਿ ਪਹਿਲਾ ਬੇਬੀ ਸੀ ਸਾਡੇ ਘਰ ਦੇ ਵਿੱਚ ਵੀ, ਉਹਨਾਂ ਦੇ ਘਰ ਦੇ ਵਿੱਚ ਆਪਾਂ ਮਿਲਣ ਆਏ ਹਾਂ। ਔਰ ਇੱਕ ਇਹ ਸੀਗਾ ਕਿ ਆ ਕੇ ਅਸੀਂ ਮਤਲਬ ਉੱਥੇ PR ਨਹੀਂ ਹੋ ਰਹੀ ਸੀ ਇੰਗਲੈਂਡ ਦੇ ਵਿੱਚ। ਸਾਨੂੰ ਇਹ ਸੀਗਾ ਕਿ ਮੇਰੇ ਕੋਲ ਸਟੱਡੀ ਸੀ ਉੱਥੋਂ ਦੀ, ਕਿ ਇਹਨੂੰ ਅੱਗੇ ਲੀਡ ਕਰਕੇ ਆਪਾਂ ਆਸਟ੍ਰੇਲੀਆ ਦਾ ਅਪਲਾਈ ਕਰ ਦਾਂਗੇ, ਆਸਟ੍ਰੇਲੀਆ ਚੱਲ ਜਾਂਗੇ। ਫਿਰ ਅਸੀਂ ਇਸ ਕਰਕੇ 14 ਦੇ ਵਿੱਚ ਵਾਪਸ ਆ ਗਏ ਸੀ, ਮੈਂ ਔਰ ਮੇਰਾ ਬੇਟਾ। ਜਦੋਂ ਬਾਹਰ ਗਏ ਸੀਗੇ ਤਾਂ ਉਦੋਂ ਇੱਦਾਂ ਤਾਂ ਨਹੀਂ ਜਿੱਦਾਂ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਕਿ ਸਿਰਫ ਕੰਟਰੈਕਟ ਦੇ ਬੇਸਿਸ 'ਤੇ ਵਿਆਹ ਹੁੰਦੇ, ਕਿ PR ਚਲੇ ਗਏ, ਜਿੱਦਾਂ ਤੁਸੀਂ ਕਿਹਾ ਕਿ ਮੈਂ ਆਇਲਸ ਕੀਤੀ,
ਤੇ ਤੁਹਾਡੇ ਬੇਸਿਸ ਤੇ ਤੁਹਾਡੇ ਹਸਬੰਡ ਤੁਹਾਡੇ ਨਾਲ ਬਾਹਰ ਗਏ? ਹਾਂਜੀ, ਮੇਰੇ ਬੇਸਿਸ ਤੇ ਨਹੀਂ, ਮੈਂ ਵੀ ਕੰਟੈਕਟ ਮੈਰਿਜ ਨਹੀਂ ਸੀ, ਬਕਾਇਦਾ ਰਿਸ਼ਤਾ ਹੋਇਆ ਸੀ ਘਰ ਦੇ ਵੱਲੋਂ, ਕਿਉਂਕਿ ਮੈਂ MA BEd ਸੀ, ਮੇਰਾ ਕੋਈ ਹੈ ਨਹੀਂ ਸੀ ਬਾਹਰ ਜਾਣ ਦਾ। ਬਟ ਜਿਹੜੇ ਮੇਰੇ ਵਿਚੋਲੇ ਸੀਗੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਅੱਗੇ ਰਿਲੇਸ਼ਨ ਸੀ ਇਹਨਾਂ ਨਾਲ, ਤਾਂ ਹੁਣ ਇਹਨਾਂ ਦਾ ਸੀਗਾ ਕਿ ਸਾਨੂੰ ਆਇਲਸ ਵਾਲੀ ਕੁੜੀ ਚਾਹੀਦੀ ਆ। ਮੈਂ ਆਇਲਸ ਦੀ ਤਿਆਰੀ ਕਰ ਰਹੀ ਸੀ, ਮੈਨੂੰ ਇਹ ਸੀਗਾ ਕਿ ਮੈਂ ਆਪਣੀ ਇੰਗਲਿਸ਼ ਇੰਪਰੂਵ ਕਰਨੀ ਸੀ, ਕਿਉਂਕਿ ਮੈਂ ਆਪਣੀ ਜੌਬ ਲਈ ਅਪਲਾਈ ਕੀਤਾ ਹੋਇਆ ਸੀ ਗਵਰਨਮੈਂਟ ਜੌਬ ਦੇ ਲਈ, ਬਟ ਬੈਂਡ ਆ ਗਏ। ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਰਿਸ਼ਤਾ ਲੈ ਕੇ ਆਏ, ਫਿਰ ਘਰ ਦੇ ਵਿੱਚ ਆ ਕੇ ਦੇਖ ਕੇ ਆਏ ਵੀ ਘਰ ਦੇ ਮੇਰੇ ਦਾਦੀ ਜੀ ਕਹਿੰਦੇ ਕਿ ਨਹੀਂ ਸਹੀ ਹੈਗਾ ਰਿਸ਼ਤਾ, ਆਪਾਂ ਰਿਸ਼ਤਾ ਕਰ ਦਿਓ। ਪਰ ਪਾਪਾ ਇਹ ਕਹਿੰਦੇ ਸੀਗੇ ਕਿ ਨਹੀਂ, ਮੁੰਡਾ ਘੱਟ ਪੜ੍ਹਿਆ ਹੋਇਆ, ਕੁੜੀ ਜ਼ਿਆਦਾ ਸਾਡੀ ਪੜ੍ਹੀ ਹੋਈ ਹੈ ਇੱਦਾਂ। ਬਟ ਸਾਰੇ ਕਹਿਣ ਲੱਗੇ ਕਿ ਨਹੀਂ ਠੀਕ ਹੈ, ਫੈਮਿਲੀ ਵਧੀਆ ਹੈਗੀ ਆ, ਕੋਈ ਗੱਲ ਨਹੀਂ, ਮਤਲਬ ਰਿਸ਼ਤਾ ਕਰ ਦਿਓ, ਬਾਹਰ ਚਲੇ ਜਾਣਗੇ, ਜ਼ਿੰਦਗੀ ਸੈੱਟ ਹੋ ਜੂਗੀ। ਬਸ ਉਹ ਘਰਦਿਆਂ ਦੇ ਕਹਿਣ 'ਤੇ ਮਤਲਬ ਕਿ ਦਾਦੀ ਮਾਂ ਨੂੰ ਬਹੁਤ, ਪਾਪਾ ਉਹਨਾਂ ਨੂੰ ਜਵਾਬ ਨਹੀਂ ਸੀ ਦਿੰਦੇ, ਦਾਦੀ ਮਾਂ ਦੀ ਬਹੁਤ ਸਾਡੇ ਘਰੇ ਮਤਲਬ ਕਿ ਸੀਗੀ ਇੱਜ਼ਤ। ਬਸ ਉਸ ਤਰ੍ਹਾਂ ਰਿਸ਼ਤਾ ਹੋ ਗਿਆ ਸੀ ਮੈਮ। ਬਾਹਰ ਕਿੰਨੇ ਸਾਲ ਰਹੇ? ਮੈਮ 4 ਸਾਲ ਰਹੇ ਹਾਂ। ਫਿਰ ਵਾਪਸ ਕਿਉਂ ਆਏ? ਵਾਪਸ ਮੈਮ ਉੱਥੇ PR ਨਹੀਂ ਸੀ ਹੋ ਰਹੀ, ਸਟੱਡੀ ਪੂਰੀ ਹੋ ਗਈ ਸੀਗੀ। ਫਿਰ ਸੀਗਾ ਕਿ ਹੁਣ ਇਸ ਸਟੱਡੀ ਨੂੰ ਅੱਗੇ ਲੀਡਿੰਗ ਲੈ ਕੇ ਜਾ ਸਕਦੇ, ਕਿਉਂਕਿ ਮੇਰਾ ਬਿਜ਼ਨਸ ਦੇ ਵਿੱਚ ਡਿਪਲੋਮਾ ਸੀਗਾ, ਅੱਗੇ ਲੀਡਿੰਗ MBA ਹੋ ਰਹੀ ਸੀਗੀ, ਅਤੇ ਇਸ ਕਰਕੇ ਸੀਗਾ ਕਿ ਆਸਟ੍ਰੇਲੀਆ ਦਾ ਅਪਲਾਈ ਕਰ ਦਾਂਗੇ ਜਾ ਕੇ। ਔਰ ਉਹਦੇ ਲਈ ਮੈਂ ਇੰਡੀਆ ਆਈ, ਔਰ ਇੰਡੀਆ ਕੇ ਮੈਂ ਆਇਲਸ ਵੀ ਕੀਤਾ ਸੀਗਾ, ਇਸ ਲਈ ਮੈਂ ਇੰਡੀਆ ਆਈ ਸੀ। ਫਿਰ ਜਦੋਂ ਤੁਸੀਂ ਵਾਪਸ ਆਏ ਉਸ ਤੋਂ ਬਾਅਦ ਤੁਸੀਂ ਫਿਰ ਬਾਹਰ ਅਪਲਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਹਾਂਜੀ ਮੈਮ, ਕੋਸ਼ਿਸ਼ ਕੀਤੀ ਸੀਗੀ, ਬਟ ਉਹ ਸਪਾਊਸ ਕੇਸ ਨਹੀਂ ਸੀ ਹੋ ਰਿਹਾ। ਅਗਰ ਮੇਰਾ ਸਿੰਗਲ ਹੋ ਰਿਹਾ ਸੀ, ਫਿਰ ਬੱਚੇ ਨੂੰ ਵੀ ਇੱਥੇ ਛੱਡਣਾ ਪੈਣਾ ਸੀ, ਔਰ ਹਸਬੈਂਡ ਵੀ ਨਹੀਂ ਜਾ ਸਕਦੇ ਨਾਲ। ਬਟ ਫਿਰ ਘਰਦਿਆਂ ਨੂੰ ਇਹ ਸੀਗਾ ਕਿ ਨਹੀਂ ਜਾਣਾ ਤੇ ਇਕੱਠੇ ਹੀ ਜਾਣਾ, ਇਕੱਲਿਆਂ ਨਹੀਂ ਜਾਣਾ। ਫਿਰ ਇਸ ਕਰਕੇ ਮੈਂ ਉਸ ਟਾਈਮ ਹੀ ਮਤਲਬ ਕਿ ਨਹੀਂ ਜਾਣਾ ਹੈਗਾ। ਫਿਰ ਮੈਂ ਸਕੂਲ 'ਚ ਜੌਬ ਕਰਨ ਲੱਗ ਗਈ ਸੀਗੀ, ਕਿਉਂਕਿ ਪਹਿਲਾਂ ਵੀ ਮੇਰੀ ਟੀਚਿੰਗ ਲਾਈਨ ਸੀਗੀ, ਔਰ ਮੇਰੀ ਗਵਰਨਮੈਂਟ ਜੌਬ ਆ ਵੀ ਗਈ ਸੀਗੀ। ਬਟ ਉਸ ਟਾਈਮ ਮੇਰੇ ਡਾਕੂਮੈਂਟ 2010 ਦੇ ਵਿੱਚ ਐਮਬੈਸੀ 'ਚ ਸੀਗੇ, ਬਟ ਮੇਰੇ ਸਹੁਰੇ ਘਰ ਨੂੰ ਇਹ ਸੀਗਾ ਕਿ ਉਹਨਾਂ ਨੂੰ, ਮੇਰੇ ਇਨ-ਲਾਜ਼ ਨੂੰ, ਉਹਨਾਂ ਨੂੰ ਇਹ ਸੀਗਾ ਕਿ ਮੈਰਿਜ ਹੋਈ ਆ ਵੀ ਫੋਰਨ ਜਾਣਾ ਹੈਗਾ, ਵੀ ਜੌਬ ਨਹੀਂ ਕਰਨੀ ਹੈਗੀ। ਬਸ ਉਦੋਂ ਫਿਰ ਮੈਂ ਉਹ ਜੌਬ ਲਈ ਨਹੀਂ ਹੈਗੀ, ਬਸ ਉੱਧਰ ਚਲ ਗਏ ਹਾਂ। ਉਸ ਤੋਂ ਬਾਅਦ ਫਿਰ ਤੁਹਾਡੇ ਹਸਬੈਂਡ ਕਿਉਂ ਬਾਹਰ ਗਏ? ਮੈਮ ਫਿਰ ਮਤਲਬ ਜਦੋਂ ਅਸੀਂ ਆ ਗਏ ਸੀ, ਉਹਨਾਂ ਨੇ ਆਪਣੀ ਸ਼ੌਪ ਕਰ ਲਈ ਸੀਗੀ, ਮੈਂ ਵੀ ਸਕੂਲ ਟੀਚ ਕਰਨ ਲੱਗ ਗਈ ਸੀ, ਵਧੀਆ ਚੱਲ ਰਿਹਾ ਸੀ। ਬਟ ਪੈਰੈਂਟਸ ਨੂੰ ਸੀਗਾ ਕਿ ਨਹੀਂ, ਫੋਰਨ ਹੀ ਜਾਣਾ ਹੈਗਾ, ਵੀ ਜੇ ਇੱਥੇ ਨਹੀਂ ਰਹਿਣਾ ਹੈਗਾ, ਇੱਥੇ ਕੁਛ ਨਹੀਂ, ਇੱਥੇ ਕੋਈ ਕੰਮ ਕਾਰ ਨਹੀਂ, ਐ ਨਹੀਂ ਆ। ਫਿਰ ਮਤਲਬ ਕਿ ਫਿਰ ਇਹਨਾਂ ਦਾ ਵਿੱਚ ਇਹ ਹੋ ਗਿਆ ਕਿ ਡੈਡੀ ਜੀ ਔਰ ਇਹਨਾਂ ਵਿੱਚ ਬਹੁਤ ਜ਼ਿਆਦਾ ਬਹਿਸ ਹੋਣ ਲੱਗ ਗਈ ਸੀਗੀ, ਲੜਾਈ ਹੋਣ ਲੱਗ ਪਈ ਸੀ ਘਰ, ਔਰ ਬਹੁਤ ਜ਼ਿਆਦਾ ਮਾਹੌਲ ਖ਼ਰਾਬ ਹੋ ਗਿਆ ਸੀਗਾ। ਮੇਰੇ ਸਹੁਰਾ ਸਾਹਿਬ ਬਹੁਤ ਜ਼ਿਆਦਾ ਮਤਲਬ ਉਹ ਡਰਿੰਕ ਕਰਦੇ ਹੈਗੇ, ਵੈਸੇ ਉਹ ਡਾਕਟਰ ਹੈਗੇ RMP, ਬਟ ਉਹ ਡਰਿੰਕ ਬਹੁਤ ਕਰਦੇ ਹੈਗੇ। ਬਟ ਬਸ ਉਹ ਦੋਨਾਂ ਬੱਚੇ ਲੜਾਈ ਹੁੰਦੀ ਸੀਗੀ, ਕੁੱਟਮਾਰ ਵੀ ਹੁੰਦੀ ਸੀ ਸਾਡੇ ਵਿੱਚ, ਮੈਨੂੰ ਵੀ ਬਹੁਤ ਵਾਰ ਮਾਰ ਪੜੀ ਉਹਨਾਂ ਤੋਂ। ਅਤੇ ਉਹਨਾਂ ਦਾ ਇਹ ਸੀਗਾ ਕਿ ਸ਼ਾਮ ਨੂੰ ਜਦੋਂ ਉਹਨਾਂ ਨੇ ਘਰ ਆਉਣਾ ਹੁੰਦਾ ਸੀ, ਉਹਨੇ ਸਾਨੂੰ ਪਹਿਲੀ ਫੋਨ ਕਰ ਦਿੰਦੇ ਸੀ ਕਿ ਮੇਰੇ ਆਉਂਦੇ ਤੱਕ ਤੁਸੀਂ ਮੈਨੂੰ ਦਿਖਣੇ ਨਹੀਂ ਚਾਹੀਦੇ ਤਿੰਨੇ ਜਣੋ, ਅਗਰ ਤੁਸੀਂ ਮੇਰੇ ਵੱਲੋਂ ਤੁਸੀਂ ਤਿੰਨੋਂ ਮਰ ਵੀ ਜਾਂਦੇ ਆ ਨਾ, ਤਾਂ ਕੋਈ ਮੈਨੂੰ ਪਰਵਾਹ ਨਹੀਂ ਹੈਗੀ, ਜਾ ਕੇ ਮਰੋ, ਬਟ ਮੇਰੇ ਘਰੋਂ ਨਿਕਲ ਜਾਓ। ਅਸੀਂ ਕਦੀ ਗਵਾਂਢੀਆਂ ਦੇ ਘਰੇ ਰਹਿੰਦੇ ਹੁੰਦੇ ਸੀਗੇ ਰਾਤ ਨੂੰ, ਕਦੀ ਕਿਸੇ ਦੇ ਗਲੀ 'ਚ ਬੈਠੇ ਰਹਿਣਾ। ਜਦੋਂ ਉਹ ਸੌਂ ਜਾਂਦੇ ਹੁੰਦੇ ਸੀਗੇ, ਫਿਰ ਮੇਰੇ ਹਸਬੈਂਡ ਜਿੱਦਾਂ ਗਵਾਂਢੀਆਂ ਦੇ ਕੰਧ ਉੱਪਰ ਚੜ੍ਹ ਕੇ ਫਿਰ ਅੱਗੇ ਡੋਰ ਖੋਲ੍ਹ ਦਿੰਦੇ ਸੀ, ਫਿਰ ਅਸੀਂ ਜਾਂਦੇ ਹੁੰਦੇ ਸੀ, ਇੱਦਾਂ ਅੰਦਰ ਸੌਂਦੇ ਹੁੰਦੇ ਸੀਗੇ। ਬਸ ਇਹ ਜ਼ਿਆਦਾ ਵੱਧ ਗਿਆ ਸੀ। ਮੈਂ ਇਹ ਚੀਜ਼ ਆਪਣੇ ਪੈਰੈਂਟਸ ਨੂੰ ਦੱਸੀਆਂ, ਇੱਧਰੋਂ ਮੇਰੇ ਪੈਰੈਂਟਸ ਵੀ ਸਾਰੇ ਇਕੱਠੇ ਹੋ ਕੇ ਗਏ ਸੀ ਗੱਲਬਾਤ ਕਰਨ ਲਈ ਵੀ ਕੋਈ ਕੀ ਗਲਤੀ ਹੋ ਗਈ ਇਹਨਾਂ ਦੀ, ਕੁਛ ਦੱਸੋ ਹੈ ਨਾ। ਬਟ ਮੇਰੇ ਜਿਹੜੇ ਹਸਬੈਂਡ ਸੀਗੇ, ਉਹਨਾਂ ਨੇ ਰਸਤੇ 'ਚੋਂ ਹੀ ਇਹਨਾਂ ਨੂੰ ਵਾਪਸ ਭੇਜਤਾ ਸੀਗਾ ਕਿ ਨਹੀਂ, ਮੈਂ ਹੈਗਾ ਤੁਹਾਡੀ ਕੁੜੀ ਦੇ ਨਾਲ, ਵੀ ਮੈਂ ਵੀ ਤੇ ਨਾਲ ਹੀ ਭੁਗਤ ਰਿਹਾ ਨਾ, ਸਭ ਠੀਕ ਹੋ ਜਾਊਗਾ, ਕੋਈ ਗੱਲ ਨਹੀਂ। ਮੈਂ ਵੀ ਮੰਮੀ ਪਾਪਾ ਨੂੰ ਇਹ ਕਹਿ ਦਿੰਦੀ ਸੀ ਕਿ ਨਹੀਂ ਕੋਈ ਗੱਲ ਨਹੀਂ, ਇਹ ਮੇਰੇ ਨਾਲ ਹੈਗੇ ਆ ਅਤੇ ਕੋਈ ਗੱਲ ਨਹੀਂ, ਮੈਂ ਠੀਕ ਆ, ਜਦੋਂ ਇਹ ਮੇਰੇ ਨਾਲ ਹੈਗੇ ਆ ਸਭ ਕੁਝ ਠੀਕ ਹੋ ਜਾਊਗਾ, ਕੋਈ ਗੱਲ ਨਹੀਂ, ਚੱਲਦਾ ਹੁੰਦਾ ਘਰਾਂ ਦੇ ਵਿੱਚ ਇੱਦਾਂ ਹੀ। ਬਟ ਉਹ ਜ਼ਿਆਦਾ ਵੱਧ ਗਿਆ ਸੀਗਾ ਮੈਮ। ਫਿਰ ਇਹਨਾਂ ਨੇ ਮਤਲਬ ਕਿ ਦੋਨਾਂ ਦਾ ਅਗਰ ਅਪਲਾਈ ਕਰਦੀ ਸੀ ਤਾਂ ਬਜਟ ਬਹੁਤ ਜ਼ਿਆਦਾ ਹੋ ਜਾਣਾ ਸੀਗਾ। ਫਿਰ ਇਹਨਾਂ ਨੇ ਇਕੱਲਿਆਂ ਦਾ ਅਪਲਾਈ ਕੀਤਾ, ਅਤੇ ਫਿਰ ਮੈਂ ਸਾਡੇ ਕੋਲ ਪੈਸੇ ਘੱਟਦੇ ਸੀਗੇ, ਫਿਰ ਮੈਂ ਆਪਣੇ ਪੈਰੈਂਟਸ ਨੂੰ ਕਿਹਾ ਕਿ ਤੁਸੀਂ ਅਰੇਂਜ ਕਰੋ, ਕਿ ਅਗਰ ਇਹ ਚਲੇ ਜਾਣਗੇ ਤਾਂ ਸ਼ਾਇਦ ਸਾਡੇ ਘਰ ਦਾ ਮਾਹੌਲ ਠੀਕ ਹੋ ਜੇ, ਵੀ ਨਹੀਂ ਸਾਡੇ ਘਰ ਦਾ ਮਾਹੌਲ ਤਾਂ ਠੀਕ ਨਹੀਂ ਹੋਣਾ। ਫਿਰ ਮੇਰੇ ਪੈਰੈਂਟਸ ਨੇ ਮਤਲਬ ਕਿ 3.5 ਲੱਖ ਰੁਪਇਆ ਸਾਡੇ ਇੱਥੇ ਆੜਤੀ ਤੋਂ ਲੈ ਕੇ ਦਿੱਤਾ ਉਹਨਾਂ ਨੂੰ, ਅਤੇ ਮੇਰੇ ਮਾਮਾ ਜੀ ਨੇ ਵੀ ਦਿੱਤੇ ਸੀਗੇ, ਮਤਲਬ ਕਿ 2 ਲੱਖ ਤੋਂ ਉੱਪਰ ਬੈਲੈਂਸ ਬਣਦਾ ਸੀ ਉਹਨਾਂ ਦਾ, ਉਹਨਾਂ ਨੇ ਵੀ ਦਿੱਤੇ ਕਿ ਚਲੋ ਹੈਲਪ ਵਜੋਂ ਵੀ ਚਲੋ ਇਹਨਾਂ ਦਾ ਸੌਟ ਆਊਟ ਹੋ ਜੇ, ਸਾਡੀ ਕੁੜੀ ਮਤਲਬ ਅੱਗੇ ਜਾ ਕੇ ਸੌਖੀ ਰਹੂਗੀ। ਵੀ ਇਹ ਸਭ ਬਹੁਤ ਜ਼ਿਆਦਾ ਮਤਲਬ ਕਿ ਹੋ ਰਿਹਾ ਸੀ ਉਸ ਟਾਈਮ ਘਰ ਦੇ ਵਿੱਚ। ਬਸ ਇੱਦਾਂ ਕਰਕੇ ਫਿਰ ਮੈਂ ਇਕੱਲੇ ਚੱਲ ਗਈ ਸੀਗੀ ਕਿ ਥੋੜ੍ਹਾ ਮਤਲਬ ਖਰਚਾ ਆ ਰਿਹਾ ਹੈਗਾ ਇਕੱਲੇ ਜਾਣ 'ਤੇ। ਤੁਹਾਡੇ ਘਰਦਿਆਂ ਦੇ ਵੱਲੋਂ ਵੀ ਮਦਦ ਕੀਤੀ ਗਈ? ਹਾਂਜੀ, ਮਦਦ ਕੀਤੀ ਗਈ ਸੀ ਮੈਮ। ਕਿਹੜੇ ਸਾਲ ਵਿੱਚ ਗਏ ਦੁਬਾਰਾ ਬਾਹਰ? ਮੈਮ ਉਹ ਫੈਬ 2016 ਦੇ ਵਿੱਚ ਗਏ ਸੀਗੇ। ਕਿਹੜੀ ਕੰਟਰੀ 'ਚ? ਮੈਮ ਉਹ ਸਾਈਪਰਸ ਗਏ ਸੀ ਲੀਡਿੰਗ ਲੈ ਕੇ, ਕਿ ਇਸ ਤੋਂ ਬਾਅਦ ਮੈਂ ਜਰਮਨ ਚਲਾ ਜਾਊਂਗਾ। ਔਰ ਫਿਰ 18 ਦੇ ਵਿੱਚ ਉਹਨਾਂ ਨੇ ਮੈਮ ਜਦੋਂ ਫੋਨ ਮਤਲਬ 18 ਤੱਕ ਵਧੀਆ ਚੱਲਦਾ ਰਿਹਾ, ਮਤਲਬ 90 ਦੇ ਸਟਾਰਟਿੰਗ 2016 'ਚ ਜਾਂਦੇ ਹੋ? ਹਾਂਜੀ ਮੈਮ, 18 ਤੱਕ ਵਧੀਆ ਚੱਲਦਾ ਰਿਹਾ, ਬਕਾਇਦਾ ਸਾਨੂੰ ਪੈਸੇ ਵੀ ਭੇਜਦੇ ਸੀਗੇ, ਔਰ ਸਾਡੇ ਨਾਲ ਵਧੀਆ ਗੱਲਬਾਤ ਵੀ ਹੁੰਦੀ ਸੀ, ਡੇਲੀ ਇੱਕ ਵਾਰ 2 ਵਾਰ ਵੀਡੀਓ ਕਾਲ 'ਤੇ ਗੱਲ ਵੀ ਕਰਦੇ ਹੁੰਦੇ ਸੀਗੇ। ਅਤੇ
ਤੇ ਬਾਅਦ ਵਿੱਚ ਫਿਰ ਉਹਨਾਂ ਨੇ ਮਤਲਬ ਕਿ ਇਹ ਹੋ ਗਿਆ ਕਿ ਇੱਥੇ ਹੀ ਰਹਿਣਾ, ਅਗਰ ਪੱਕੇ ਤੌਰ 'ਤੇ ਰਹਿਣਾ ਹੈਗਾ, ਮੈਂ ਜਰਮਨ ਜਾਣਾ ਹੈਗਾ ਤਾਂ ਪੇਪਰ ਮੈਰਿਜ ਉੱਥੇ ਚੱਲਦੀ ਹੈਗੀ ਆ, ਪੇਪਰ ਮੈਰਿਜ ਕਰਵਾਉਂਦੇ ਆ। ਬਟ ਮੈਂ ਉਹਨਾਂ ਨੂੰ ਕਿਹਾ ਸੀ ਕਿ ਨਹੀਂ, ਅਗਰ ਮੈਰਿਜ ਵਗੈਰਾ ਦਾ ਚੱਕਰ ਹੈਗਾ ਤੁਸੀਂ ਵਾਪਸ ਆ ਜਾਓ, ਕੋਈ ਚੱਕਰ ਨਹੀਂ ਆ, ਕੋਈ ਤੁਹਾਨੂੰ ਕੁਛ ਨਹੀਂ ਕਹੂਗਾ, ਕੋਈ ਵੀ ਅਗਰ ਤੁਸੀਂ ਖਾਲੀ ਹੱਥ ਆ ਗਏ ਹੋ, ਕੋਈ ਰਿਸ਼ਤਾ ਤੁਹਾਨੂੰ ਕੁਛ ਨਹੀਂ ਬੋਲੂਗਾ, ਮੈਂ ਹੈਗੀ, ਆਪਾਂ ਜੌਬ ਕਰ ਲਾਂਗੇ, ਮੈਰਿਜ ਦੇ ਚੱਕਰ 'ਚ ਨਹੀਂ ਪੈਣਾ। ਤਾਂ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਨਹੀਂ, ਇੱਦਾਂ ਮੇਰੀ ਮੈਰਿਜ ਨਹੀਂ ਹੋ ਸਕਦੀ ਕਿਉਂਕਿ ਮੈਂ ਤਾਂ ਆਲਰੇਡੀ ਮੈਰਿਡ ਹੈਗਾ, ਮੇਰੀ ਮੈਰਿਜ ਕਿੱਦਾਂ ਹੋ ਜੂਗੀ, ਕੋਈ ਗੱਲ ਨਹੀਂ, ਮੈਂ ਸਾਲ 6 ਮਹੀਨੇ ਹੋਰ ਲਗਾਊਂਗਾ, ਫਿਰ ਮੈਂ ਵਾਪਸ ਆ ਜਾਊਂਗਾ। ਪਰ ਬਾਅਦ ਵਿੱਚ ਮੈਮ ਜਿਹੜੀਆਂ ਹੁਣ ਪਿਕਸ ਸੀਗੀਆਂ ਉਹਨਾਂ 'ਤੇ ਪਤਾ ਲੱਗਦਾ ਕਿ ਉਹ 18 ਦੀ ਮਈ ਦੇ ਵਿੱਚ ਹੀ ਮੈਰਿਜ ਕਰਨੀ ਸੀ। ਅੱਛਾ, 2016 'ਚ ਜਾਂਦੇ ਆ, 2018 ਮਈ 'ਚ ਵਿਆਹ ਕਰਾ ਲਿਆ ਉਹਨਾਂ ਨੇ ਬਾਹਰ। ਹਾਂਜੀ, ਤੇ ਇਹ ਚੀਜ਼ਾਂ ਸਾਨੂੰ ਮਤਲਬ ਕਿ ਫ਼ੋਨ 'ਤੇ ਕਲੀਅਰ ਹੋ ਗਈਆਂ ਸੀਗੀਆਂ ਕਿ ਜਦੋਂ ਉਹਨਾਂ ਨੇ ਮੈਨੂੰ ਫਿਰ ਬਾਅਦ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਇੱਕ ਫਰੈਂਡ ਹੈਗੇ, ਉਹਨਾਂ ਤੋਂ ਸਪੋਂਸਰ ਲੈ ਕੇ ਮੈਂ ਤੁਹਾਡਾ ਅਪਲਾਈ ਕਰ ਦੂੰਗਾ, ਤੁਸੀਂ ਵਿਜ਼ਟਰ ਅਪਲਾਈ ਕਰੋ 3 ਮਹੀਨੇ, ਤੁਸੀਂ ਦੋਨੇ ਜਾਣੇ ਇੱਥੇ ਆ ਜਾਓ, ਮੈਨੂੰ ਮਿਲ ਜਾਓ, ਤੁਹਾਨੂੰ ਵੀ ਸਹੀ ਹੋ ਜਾਊਗਾ। ਅਸੀਂ 18 ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡਾ ਕੇਸ ਅਪਲਾਈ ਕਰੂੰਗਾ ਨਵੰਬਰ ਦੇ ਵਿੱਚ, ਅਤੇ ਪਰ ਨਵੰਬਰ ਦੇ ਵਿੱਚ ਉਹਨਾਂ ਨੇ ਫ਼ੋਨ ਬੰਦ ਕਰ ਲਿਆ, ਮੇਰੀ ਕਾਲ ਨਹੀਂ ਪਿਕ ਕੀਤੀ। ਮੈਂ ਬਹੁਤ ਟਰਾਈ ਕਰਦੀ ਸੀ, ਬੜੀ ਟੈਨਸ਼ਨ ਜਿਹੀ ਹੋ ਗਈ ਮੈਨੂੰ, ਕੋਈ ਦਿਮਾਗ 'ਚ ਨਹੀਂ ਸੀਗਾ, ਮੈਨੂੰ ਇਹ ਸੀਗਾ ਕਿ ਸ਼ਾਇਦ ਕੁਛ ਹੋ ਨਾ ਗਿਆ ਹੋਵੇ। ਇੱਦਾਂ ਮੈਂ ਉਹਨਾਂ ਦੇ ਫਰੈਂਡਸ ਜਿਹੜੇ ਹੈਗੇ ਫੇਸਬੁੱਕ 'ਤੇ ਉਹ ਨਾਂ ਲੈਂਦੇ ਹੁੰਦੇ ਸੀ ਕਿ ਆਹ ਮੇਰੇ ਫਰੈਂਡਸ ਨਾਲ ਮੈਂ ਰਹਿੰਦਾ ਗਾ, ਮੈਂ ਉਹਨਾਂ ਨੂੰ ਮੈਸੇਜ ਕੀਤੇ ਸੀਗੇ ਕਿ ਸੰਦੀਪ ਠੀਕ ਆ, ਵੀ ਉਹਨੂੰ ਕੀ ਕੁਛ ਹੋਇਆ ਤਾਂ ਨਹੀਂ, ਵੀ ਉਹ ਰਿਪਲਾਈ ਨਹੀਂ ਕਰ ਰਹੇ, ਫ਼ੋਨ ਨਹੀਂ ਕਰ ਰਹੇ। ਪਰ ਇੱਕ ਫਰੈਂਡ ਦਾ ਫ਼ੋਨ ਆਇਆ ਸੀਗਾ ਕਿ ਮੈਸੇਜ ਆਇਆ, ਕਹਿੰਦੇ ਨਹੀਂ ਉਹ ਠੀਕ ਆ, ਤੁਸੀਂ ਟੈਨਸ਼ਨ ਨਾ ਲਓ, ਕੋਈ ਗੱਲ ਨਹੀਂ ਇਹੋ ਜਿਹੀ। ਬਾਅਦ ਵਿੱਚ ਫਿਰ 90 ਦੀ ਸਟਾਰਟਿੰਗ ਦੇ ਵਿੱਚ ਇਹਨਾਂ ਦਾ ਫ਼ੋਨ ਆਉਂਦਾ ਕਿ ਮੇਰਾ ਮਤਲਬ ਮੇਰਾ ਐਕਸੀਡੈਂਟ ਹੋ ਗਿਆ ਸੀ, ਮੇਰਾ ਫ਼ੋਨ ਟੁੱਟ ਗਿਆ ਸੀਗਾ, ਇਸ ਕਰਕੇ ਨਹੀਂ ਮੈਂ ਕਰ ਸਕੀ, ਮੈਂ ਹੌਸਪੀਟਲ 'ਚ ਸੀ। ਮੈਂ ਇਹਨਾਂ ਨੂੰ ਕਿਹਾ ਵੀ ਇੱਦਾਂ ਕਿਸੇ ਦੇ ਫ਼ੋਨ ਤੋਂ ਤੁਸੀਂ ਇੱਕ ਵਾਰ ਮੈਸੇਜ 'ਤੇ ਕਰ ਦਿੰਦੇ ਕਿ ਮੈਂ ਠੀਕ ਹੈਗਾ, ਵੀ ਸਾਨੂੰ ਟੈਨਸ਼ਨ ਹੋ ਰਹੀ ਆ। ਬਸ ਇਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਫ਼ੋਨ ਆਉਣਾ ਘਟਣਾ ਸ਼ੁਰੂ ਹੋ ਗਿਆ, ਜਿੱਦਾਂ ਪਹਿਲਾਂ ਡੇਲੀ ਆਉਂਦਾ ਹੁੰਦਾ ਸੀ, ਫਿਰ 2 ਦਿਨਾਂ ਬਾਅਦ, ਫਿਰ 3 ਦਿਨਾਂ ਬਾਅਦ, ਫਿਰ ਇੱਦਾਂ 5 ਦਿਨਾਂ ਬਾਅਦ। ਫਿਰ ਅਸੀਂ ਪੁੱਛਦੇ ਸੀ ਕਿ ਤੁਸੀਂ ਫ਼ੋਨ ਨਹੀਂ ਕਰਦੇ ਸਾਨੂੰ, ਅਰਨਾ ਵੀ ਪੁੱਛਦਾ ਹੁੰਦਾ ਸੀ ਕਿ ਤੁਸੀਂ ਮੈਨੂੰ ਫ਼ੋਨ ਨਹੀਂ ਕਰਦੇ ਪਾਪਾ, ਵੀਡੀਓ ਕਾਲ ਨਹੀਂ ਕਰਦੇ, ਤਾਂ ਕਹਿ ਦਿੰਦੇ ਸੀਗੇ ਕਿ ਮੈਂ ਨਾ ਬਹੁਤ ਬਿਜ਼ੀ ਹੁੰਦਾ, ਮੈਂ ਓਵਰ ਟਾਈਮ ਕਰਦਾ ਹੈਗਾ, ਮੈਂ ਜਲਦੀ ਪੈਸੇ ਕਮਾ ਕੇ ਤੁਹਾਡੇ ਕੋਲ ਆ ਜਾਊਂਗਾ, ਇਸ ਕਰਕੇ ਮੈਂ ਓਵਰ ਟਾਈਮ ਕਰਦਾ। ਅਸੀਂ ਵੀ ਚਲੋ ਇੱਦਾਂ ਸੋਚਦੇ ਸੀਗੇ ਕਿ ਚਲੋ ਕੋਈ ਗੱਲ ਨਹੀਂ, ਸਾਡੇ ਲਈ ਕਰ ਰਹੇ ਆ, ਜੋ ਵੀ ਆ ਠੀਕ ਆ, ਕੋਈ ਗੱਲ ਨਹੀਂ, ਐਡਜਸਟ ਕਰ ਲੈਂਦੇ ਆ। ਪਰ ਉਸ ਤੋਂ ਬਾਅਦ ਫਿਰ ਮੈਮ ਜਦੋਂ ਫਿਰ ਇਹਨਾਂ ਨੇ ਮੈਨੂੰ ਇੱਕ ਫ਼ੋਨ ਭੇਜਿਆ ਸੀ, ਕਹਿੰਦੇ ਮੇਰੇ ਕੋਲ ਇੱਕ ਫ਼ੋਨ ਪਿਆ ਗਾ, ਉਹਦੀ ਡਿਸਪਲੇ ਟੁੱਟ ਗਈ ਹੈ, ਤੁਸੀਂ ਇਹਨੂੰ ਠੀਕ ਕਰਵਾ ਲਓ ਇੰਡੀਆ 'ਚੋਂ। ਮੈਂ ਉਹ ਫ਼ੋਨ ਪਹਿਲਾਂ ਤਾਂ ਬਸ ਇੱਦਾਂ ਹੀ ਮਹੀਨਾ ਪਿਆ ਰਿਹਾ ਉਹ ਫ਼ੋਨ, ਜਦੋਂ ਇੱਕ ਮੁੰਡਾ ਲੈ ਕੇ ਆਇਆ ਸੀ ਇੰਡੀਆ ਦੇ ਵਿੱਚ, ਲਖਵਿੰਦਰ ਸੀ ਉਹਦਾ ਨਾਮ, ਅਤੇ ਉਹ ਫ਼ੋਨ ਮੈਂ ਉਹ ਤੋਂ ਲੈ ਆਂਦਾ, ਮੈਂ ਉਹਨੂੰ ਪਹਿਲਾਂ ਠੀਕ ਨਹੀਂ ਕਰਾਇਆ, ਇੱਦਾਂ ਹੀ ਪਿਆ ਰਿਹਾ। ਫਿਰ ਬਾਅਦ ਵਿੱਚ ਮੈਨੂੰ ਕਹਿੰਦੇ ਤੂੰ ਠੀਕ ਕਰਵਾ ਲਈ ਉਹਨੂੰ, ਕਿ ਜਿਹੜੀ ਸ਼ੌਪ 'ਤੇ ਦੇ ਕੇ ਆਏਂਗੀ ਮੈਨੂੰ ਦੱਸ ਦੀ, ਮੈਂ ਆਪੇ ਉਹਨਾਂ ਨੂੰ ਪੁੱਛ ਲੂੰਗਾ। ਮੈਂ ਉਸ ਸ਼ੌਪ 'ਤੇ ਫ਼ੋਨ ਦੇ ਆਈ ਹਾਂ, ਬਸ ਉਹਦਾ ਕੰਟੈਕਟ ਮੈਂ ਉਹਨਾਂ ਨੂੰ ਦਿੱਤਾ ਕਿ ਤੁਸੀਂ ਆਪੇ ਇਹਨੂੰ ਪੁੱਛ ਲਓ ਕਿ ਇਹਦੇ 'ਤੇ ਕੀ ਚਾਰਜਸ ਆਉਣੇ ਆ, ਵੀ ਕੀ ਇਹਦਾ ਕਰਨਾ ਹੈਗਾ, ਮੈਨੂੰ ਇਸ ਵਾਰੀ ਆਈਡੀਆ ਨਹੀਂ ਆ। ਫਿਰ ਉਹ ਬਸ ਸ਼ੌਪ ਵਾਲੇ ਨੇ ਮੈਨੂੰ 3-4 ਦਿਨ ਬਾਅਦ ਫ਼ੋਨ ਕੀਤਾ ਕਿ ਤੁਸੀਂ ਨਾ ਆਪਣਾ ਫ਼ੋਨ ਲੈ ਜਾਓ, ਤੁਹਾਡੇ ਹਸਬੈਂਡ ਦਾ ਇੱਦਾਂ ਕਾਲ ਆਈ ਸੀਗੀ ਕਿ ਉਹ ਜਿਹੜੇ ਮੁੰਡੇ ਨੇ ਮਤਲਬ ਕਿ ਰਖਵਾਇਆ ਸੀਗਾ ਫ਼ੋਨ, ਕਿ ਉਹਦੀ ਕਾਲ ਆਈ ਸੀ ਕਿ ਫ਼ੋਨ ਦੇ ਵਿੱਚ ਨਾ ਕੁਛ ਮਤਲਬ ਉਹ ਫ਼ੋਨ ਉਹਦੇ ਹੱਥ ਲੱਗਣ ਤੋਂ ਪਹਿਲਾਂ ਕਲੀਅਰ ਹੋਣਾ ਚਾਹੀਦਾ, ਉਹਦੇ ਇੱਦਾਂ ਹੱਥ ਨਹੀਂ ਲੱਗਣਾ ਚਾਹੀਦਾ। ਅੱਛਾ, ਤੁਹਾਡੇ ਹਸਬੈਂਡ ਨੇ ਉਹ ਸ਼ੌਪ ਵਾਲੇ ਨੂੰ ਕਿਹਾ? ਹਾਂਜੀ, ਜਿਹੜੇ ਮੁੰਡੇ ਨੇ ਫ਼ੋਨ ਉੱਥੇ ਰਖਵਾਇਆ ਸੀਗਾ। ਫਿਰ ਜਦੋਂ ਮੈਂ ਉਹਨਾਂ ਤੋਂ ਪੁੱਛਿਆ, ਮਤਲਬ ਫ਼ੋਨ ਲੈ ਕੇ ਆਈ ਮੈਂ, ਜਦ ਜਾ ਕੇ ਮੈਂ ਆ ਕੇ ਫ਼ੋਨ ਦੇਖਿਆ, ਉਹਨੂੰ ਔਨ ਕੀਤਾ ਤਾਂ ਉਹਦੇ ਵਿੱਚ ਉਹਦੀ ਚੈਟ ਹੀ ਸੀਗੀ, ਮਤਲਬ ਉਹ ਕੁੜੀਆਂ ਨਾਲ ਜਾਂ ਕਿਸੇ ਹੋਰ ਦੇ ਨਾਲ ਗੱਲ ਕੀਤੀ? ਹਾਂਜੀ, ਕਿਸੇ ਹੋਰ ਕੁੜੀ ਨਾਲ, ਉਹ ਹੋਰ ਕੁੜੀਆਂ ਨਾਲ, ਔਰ ਆਪਣੇ ਇੱਕ ਕਜ਼ਨ ਬ੍ਰਦਰ ਨਾਲ, ਜਸਪ੍ਰੀਤ ਨਾਲ। ਅਤੇ ਉਹਦੇ ਵਿੱਚ ਜਿਵੇਂ ਉਹਨੂੰ ਲਿਖਿਆ ਹੋਇਆ ਕਿ ਉਹਨਾਂ ਨੇ ਹਾਲ ਚਾਲ ਪੁੱਛਿਆ ਕਿ ਕਿੱਦਾਂ, ਠੀਕ ਆ, ਹਾਂ ਮੈਂ ਠੀਕ ਹਾਂ, ਮੈਂ ਤੇਰੀ ਨਵੀਂ ਭਾਬੀ ਨਾਲ ਗੱਲ ਕਰਕੇ ਹਟਿਆ ਯਾਰ, ਮੈਂ ਨਹੀਂ ਇੰਡੀਆ ਆਉਂਦਾ ਹੈਗਾ, ਮੈਂ ਇੱਥੇ ਯਾਰ ਵਧੀਆ ਹੈਗੀ, ਇੱਥੇ ਐਸ਼ ਵਾਲੀ ਜ਼ਿੰਦਗੀ। ਔਰ ਉਹਦੇ ਵਿੱਚ ਉਹਦੀ ਪਾਰਟੀਜ਼ ਕਰਦੇ ਆ ਮੁੰਡੇ, ਉਹਦੀਆਂ ਵੀਡੀਓਜ਼ ਅੱਜ ਵੀ ਹੈਗੀਆਂ ਮੇਰੇ ਕੋਲ, ਬਟ ਉਹ ਪਿਕਸ ਮਤਲਬ ਡਿਲੀਟ ਹੋ ਗਿਆ ਕਿਉਂਕਿ ਮੈਂ ਜਦੋਂ ਇਹ ਸਭ ਦੇਖਿਆ ਔਰ ਉਹ ਚੈਟ ਵਗੈਰਾ ਸੀਗੀਆਂ ਪੜ੍ਹੀਆਂ, ਮੈਂ ਉਹਨੂੰ ਪੁੱਛਿਆ ਵੀ ਇਹ ਸਭ ਕੀ ਹੈਗਾ। ਮੈਂ ਪੈਨਿਕ ਹੋ ਗਈ ਸੀਗੀ ਵੀ ਇੱਕਦਮ ਤੁਹਾਨੂੰ ਪਤਾ ਚੱਲਦਾ ਕਿ ਤੁਹਾਡੇ ਪਿੱਛੇ ਆਹ ਕੁਛ ਹੋ ਰਿਹਾ। ਮੈਂ ਪੈਨਿਕ ਹੋ ਕੇ ਮੈਂ ਉਹਨੂੰ ਪੁੱਛਿਆ ਵੀ ਇਹ ਕੀ ਹੈਗਾ। ਪਹਿਲਾਂ ਤਾਂ ਮੰਨੇ ਨੇ ਕਹਿੰਦਾ ਤੁਸੀਂ ਪੇਪਰ ਮੈਰਿਜ ਕਰਵਾਈ ਆ। ਇਹ ਪੇਪਰ ਮੈਰਿਜ ਮੈਨੂੰ ਵੀ ਪਤਾ, ਮੈਂ ਵੀ ਪੜ੍ਹੀ ਲਿਖੀ ਹਾਂ, ਪੇਪਰ ਮੈਰਿਜ ਦੇ ਵਿੱਚ ਆਹ ਸਭ ਨਹੀਂ ਹੁੰਦਾ। ਤੁਸੀਂ ਬੀਚਸ 'ਤੇ ਘੁੰਮ ਰਹੇ ਹੋ, ਤੁਸੀਂ ਉਹਦੇ ਨਾਲ ਚੈਟ ਕਰ ਰਹੇ ਹੋ, ਐਵੇਂ ਦੇ ਇਮੋਜੀ ਉਹਨੂੰ ਭੇਜ ਰਹੇ ਹੋ, ਤੁਹਾਨੂੰ ਭੇਜ ਰਹੀ ਆ, ਤੁਸੀਂ ਪਾਰਟੀਜ਼ ਕਰ ਰਹੇ ਹੋਗੇ, ਵੀ ਇਹ ਪੇਪਰ ਮੈਰਿਜ 'ਚ ਇਹ ਸਭ ਨਹੀਂ ਹੁੰਦਾ। ਫਿਰ ਕਹਿੰਦਾ ਹਾਂ, ਉਹਨੂੰ ਪਤਾ ਲੱਗਿਆ ਕਿ ਇਹਨੂੰ ਸਭ ਕੁਛ ਪਤਾ ਚੱਲ ਗਿਆ। ਫਿਰ ਮੰਨ ਗਿਆ, ਕਹਿੰਦਾ ਹਾਂ ਕਿ ਮੈਂ ਮੈਰਿਜ ਕਰਵਾ ਲਈ ਆ। ਕਹਿੰਦਾ ਮੈਂ ਇੱਥੇ ਆਪਣੀ ਲਾਈਫ ਸੈੱਟ ਕਰਨ ਆਇਆ ਸੀ ਯਾਰ, ਤੁਹਾਡਾ ਨਹੀਂ ਕੁਛ ਹੋ ਰਿਹਾ, ਮੈਂ ਕੀ ਕਰਾਂ, ਮੈਂ ਮੈਰਿਜ ਕਰਵਾ ਲਈ ਆ, ਮੈਂ ਵਾਪਸ ਨਹੀਂ ਆਉਣਾ ਹੈਗਾ ਇੰਡੀਆ। ਹੁਣ ਤੇਰੀ ਮਰਜ਼ੀ ਆ, ਤੂੰ ਮੇਰੇ ਨਾਲ ਇੱਦਾਂ ਰਹਿ ਸਕਦੀ ਆ। ਅਗਰ ਤੈਨੂੰ ਡਾਈਵੋਰਸ ਚਾਹੀਦਾ, ਮੈਂ ਤੈਨੂੰ ਪੇਪਰ 'ਤੇ ਮਤਲਬ ਕਿ ਇੱਧਰੋਂ ਲਿਖ ਕੇ ਸਾਈਨ ਕਰਕੇ ਤੈਨੂੰ ਫੈਕਸ ਕਰ ਦਿੰਦਾ, ਤੂੰ ਡਾਈਵੋਰਸ ਲੈ ਲਾ ਔਰ ਤੂੰ ਦੂਸਰੀ ਮੈਰਿਜ ਕਰਵਾ ਲਾ, ਮੈਂ ਨਹੀਂ ਰੁਕੂੰਗਾ। ਫਿਰ ਮੈਂ ਆਪਣੇ ਘਰਦਿਆਂ ਨੂੰ ਦੱਸਿਆ, ਮੇਰੀ ਮੰਮਾ ਨੇ ਗੱਲ ਕੀਤੀ, ਮੇਰੇ ਬ੍ਰਦਰ ਨੇ ਗੱਲ ਕੀਤੀ। ਮੇਰੀ ਮੰਮਾ ਨੇ ਕਿਹਾ ਕਿ ਤੂੰ ਸੰਦੀਪ ਇੱਦਾਂ ਕਿੱਦਾਂ ਕਰ ਸਕਦਾ ਗਾ। ਕਹਿੰਦਾ ਕਿ ਤੁਸੀਂ ਇਹਦੀ ਮੈਰਿਜ ਕਰ ਦਿਓ। ਮੈਂ ਈਵਨ ਕਿ ਮੈਂ ਇਹ ਗੱਲ ਬੋਲੀ ਕਿ ਇਹਦੇ ਵਾਜਿਆਂ ਦਾ ਖਰਚਾ ਵੀ ਮੈਂ ਭੇਜ ਦੂੰਗਾ, ਤੁਸੀਂ ਇਹਦੀ ਮੈਰਿਜ ਕਰ ਦਿਓ। ਮੈਂ ਵਾਪਸ ਨਹੀਂ ਆਉਣਾ ਹੈਗਾ, ਮੈਂ ਆਪਣੀ ਲਾਈਫ ਬਣਾਉਣ ਆਇਆ ਸੀਗਾ, ਮੈਂ ਸੈੱਟ ਹੈਗਾ ਇੱਥੇ, ਮੈਂ ਵਾਪਸ ਨਹੀਂ ਆਉਣਾ ਇੰਡੀਆ।
ਬਸ ਫਿਰ ਉਸ ਤੋਂ ਬਾਅਦ ਮੈਮ ਮੈਂ ਉਹਨੂੰ ਬਹੁਤ ਪੁੱਛਿਆ, ਫਿਰ ਉਹਨੇ ਆਪਣਾ ਫੋਨ ਨੰਬਰ ਬਲੌਕ ਕਰਤਾ, ਆਪਣੀ ਫੇਸਬੁੱਕ ਆਈਡੀ ਬਲੌਕ ਕਰਤੀ, ਇੰਸਟਾ ਬੰਦ ਕਰਤਾ ਉਹਨੇ। ਮੈਂ ਉਹਨੂੰ ਬੜਾ ਸਰਚ ਕਰਿਆ, ਕਿਤੇ ਉਹਦੇ ਕਿਸੇ ਫਰੈਂਡ ਨੇ ਕੋਈ ਰਿਪਲਾਈ ਨਹੀਂ ਕੀਤਾ। ਮੈਂ ਉਹਨਾਂ ਨੂੰ ਪੁੱਛਦੀ ਰਹਿੰਦੀ ਸੀਗੀ ਮੈਸੇਜ ਕਰਕੇ ਵੀ ਤੁਸੀਂ ਪਲੀਜ਼ ਮੈਨੂੰ ਉਹਦਾ ਕੰਟੈਕਟ ਦੇ ਦਿਓ, ਦੱਸ ਦਿਓ ਕਿੱਥੇ ਹੈ ਇਸ ਟਾਈਮ। ਫਿਰ ਮੈਂ ਉਹ ਜਿੱਥੇ ਜੌਬ ਕਰਦਾ ਸੀ ਮੈਕਡੋਨਲਡ ਦੇ ਵਿੱਚ, ਉੱਥੋਂ ਦੀ ਜਿਹੜੀ ਹੈੱਡ ਸੀਗੀ ਮਾਰੀਆ ਐਂਡ ਆਂਤਰੀ ਸ਼ਾਇਦ ਉਹਦਾ ਨਾਮ ਆ, ਉਹਨਾਂ ਨੂੰ ਵੀ ਮੈਸੇਜ ਕਰਕੇ ਪੁੱਛਿਆ, ਉਹਨਾਂ ਨੂੰ ਦੱਸਿਆ। ਉਹਨਾਂ ਨੇ ਪਹਿਲਾਂ ਤਾਂ ਮੈਨੂੰ ਇੱਕ ਨੇ ਇਹ ਰਿਪਲਾਈ ਕੀਤਾ ਕਿ ਉਹ ਤਾਂ ਬੈਚਲਰ ਹੈਗਾ, ਉਹਦੀ ਕੋਈ ਮੈਰਿਜ ਨਹੀਂ ਆ। ਫਿਰ ਸ਼ਾਇਦ ਉਹਨੇ ਅੱਗੇ ਪੁੱਛਿਆ ਹੋਊਗਾ, ਫਿਰ ਮੈਨੂੰ ਪ੍ਰੂਫ ਭੇਜੇ ਕਿ ਦੇਖੋ ਮੇਰੀ ਮੈਰਿਜ ਹੋਈ ਆ ਉਹਦੇ ਨਾਲ। ਫਿਰ ਉਹਨੇ ਕਿਹਾ ਕਿ ਨਹੀਂ, ਮੈਂ ਉਹਨੂੰ ਪੁੱਛਿਆ ਸੀਗਾ, ਉਹ ਕਹਿੰਦਾ ਮੇਰਾ ਤਾਂ 4 ਸਾਲ ਪਹਿਲਾਂ ਹੀ ਵਾਈਫ ਨਾਲ ਡਾਈਵੋਰਸ ਹੋ ਗਿਆ ਸੀਗਾ। ਫਿਰ ਉਹਨੇ ਇੱਦਾਂ ਸਟੋਰੀ ਬਣਾ ਕੇ ਦੱਸੀ ਉਹਨੂੰ ਕਿ ਅਸੀਂ ਇੰਗਲੈਂਡ ਦੇ ਵਿੱਚ ਜਦੋਂ ਗਏ ਸੀਗੇ, ਉੱਥੇ ਸਾਡੀ ਮਤਲਬ ਫਾਈਟ ਹੋ ਗਈ ਸੀ ਅਤੇ ਮੇਰੀ ਵਾਈਫ ਨੇ ਮੈਨੂੰ ਮਤਲਬ ਪੁਲਿਸ ਨੂੰ ਅਰੈਸਟ ਕਰਵਾਤਾ ਸੀਗਾ, ਅਤੇ ਮੈਨੂੰ ਮਤਲਬ ਪੁਲਿਸ ਨੇ ਜੇਲ੍ਹ 'ਚ ਸੁੱਟਤਾ। ਔਰ ਮੇਰੀ ਵਾਈਫ ਆਪਣੇ ਬੱਚੇ ਨੂੰ ਲੈ ਕੇ ਮੇਰੇ ਨੂੰ ਵਾਪਸ ਆ ਗਈ ਆ, ਔਰ ਵਾਪਸ ਆ ਕੇ ਇਹਨੇ ਮੈਰਿਜ ਕਰਵਾ ਲਈ ਹੈ। ਫਿਰ ਜਦੋਂ ਮੈਂ ਆਇਆ, ਫਿਰ ਮੈਂ ਇੱਥੇ ਆ ਗਿਆ, ਅਤੇ ਮੈਂ ਇੱਥੇ ਆ ਕੇ ਮੈਰਿਜ ਕਰਵਾ ਲਈ ਹੈ। ਕਿ ਮੈਂ ਕਿਹਾ ਉਹ ਮੂਵ ਔਨ ਹੋ ਗਈ। ਕਹਾਣੀ ਬਣਾ ਕੇ ਮੈਮ ਦੱਸਤੀ, ਉਹ ਮੇਰੇ ਕੋਲ ਚੈਟ ਪਈ ਆ ਹਾਲੇ, ਜਿੱਥੇ ਹੁਣ ਮੈਮ ਨੇ ਮੈਨੂੰ ਦੱਸਿਆ, ਮੈਨੂੰ ਬੜਾ ਗੰਦਾ ਲੱਗਿਆ। ਮੈਂ ਕਿ ਮੈਮ ਵੀ ਮੈਨੂੰ ਬੋਲਿਆ ਕਿ ਮੈਂ ਕਿਹਾ ਇਹ ਸਭ ਝੂਠ ਆ, ਮੈਂ ਕਿਹਾ ਇਹ ਸਭ ਝੂਠ ਆ, ਉਹ ਇੱਦਾਂ ਕੁਛ ਨਹੀਂ ਹੋਇਆ, ਨਾ ਮੇਰਾ ਕੋਈ ਡਾਈਵੋਰਸ ਹੋਇਆ, ਨਾ ਮੈਂ ਉਹਨੂੰ ਕਿਤੇ ਪੁਲਿਸ ਨੂੰ ਸਾਡੀ ਫਾਈਟ ਹੋਈ ਸੀ, ਨਾ ਮੈਂ ਉਹਨੂੰ ਕਦੇ ਅਰੈਸਟ ਕਰਵਾਇਆ, ਸਾਡੀ ਤਾਂ ਕੋਈ ਅੱਜ ਤੱਕ ਲੜਾਈ ਹੀ ਨਹੀਂ ਹੋਈ ਹੈਗੀ। ਕਿ ਮੈਨੂੰ ਖੁਦ ਨੂੰ ਅੱਜ ਤੱਕ ਇਹ ਸ਼ੌਕ ਲੱਗਦਾ ਰਹਿੰਦਾ ਕਿ ਮੈਂ ਇੰਨਾ ਟਰਸਟ ਕੀਤਾ ਉਸ ਬੰਦੇ 'ਤੇ, ਨਾ ਸਾਡੇ ਵਿੱਚ ਕਦੇ ਕੋਈ ਲੜਾਈ ਹੋਈ ਸੀ, ਕੋਈ ਮਿਸਅੰਡਰਸਟੈਂਡਿੰਗ ਨਹੀਂ ਕਦੇ ਹੋਈ ਸੀ ਵੀ ਉਹ ਬੰਦਾ ਮੈਨੂੰ ਇੰਨਾ ਕੌਣ ਕਰਦਾ ਰਿਹਾ, ਇੰਨਾ ਮੇਰੇ ਨਾਲ ਚੀਟ ਕਰਦਾ ਰਿਹਾ। ਬਸ ਇੱਕ ਵਿਸ਼ਵਾਸ ਬਣਾ ਕੇ ਮੈਂ ਉਹਦੇ 'ਤੇ ਬੈਠੀ ਰਹੀ ਹਾਂ, ਕਿਉਂਕਿ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਸੀ। ਜਿਹੜੇ ਜਿੱਦਾਂ ਇੰਗਲੈਂਡ ਦੇ ਵਿੱਚ ਮੇਰਾ ਫਰੈਂਡ ਸਰਕਲ ਹੈਗੇ ਆ, ਦੀਦੀ ਹੋਰੇ, ਉਹ ਮੈਨੂੰ ਦੱਸਦੇ ਰਹਿੰਦੇ ਆ, ਕਹਿੰਦੇ ਸਰ ਸਾਨੂੰ ਤਾਂ ਉੱਥੇ ਹੀ ਪਤਾ ਲੱਗ ਗਿਆ ਸੀ ਇਹਦੇ ਬਾਰੇ ਕਿ ਇਹ ਬੰਦਾ ਸਹੀ ਨਹੀਂ ਹੈਗਾ। ਕਹਿੰਦੇ ਇੱਕ ਹੈਗੇ ਆ ਵੀ ਉਹ ਵੀਰ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਮੈਂ ਤਾਂ ਉਹਦੀ ਕਹਿੰਦਾ ਹੁੰਦਾ ਸੀ ਕਿ ਸਰ ਬਹੁਤ ਅੰਨਾ ਵਿਸ਼ਵਾਸ ਕਰ ਰਹੀ ਹੈ ਇਹਦੇ 'ਤੇ, ਇਹ ਬੰਦਾ ਇਹਨੂੰ ਧੋਖਾ ਦਊਗਾ। ਕਹਿੰਦੇ ਅਸੀਂ ਡਰਦੇ ਤੈਨੂੰ ਦੱਸਦੇ ਨਹੀਂ ਸੀ ਹੁੰਦੇ ਕਿ ਤੂੰ ਬਿਲੀਵ ਨਹੀਂ ਕਰਨਾ। ਔਰ ਮੈਂ 1-2 ਵਾਰ ਮੈਨੂੰ ਦੱਸਿਆ ਵੀ ਸੀ, ਪਿਕਸ ਵੀ ਭੇਜੀਆਂ ਸੀ ਮੁੰਡਿਆਂ ਨੇ ਕਿ ਤੂੰ ਤਾਂ ਕਹਿੰਦੀ ਰਹਿੰਦੀ ਹੈ ਕਿ ਉਹ ਟੈਨਸ਼ਨ ਦੇ ਵਿੱਚ ਆ, ਬਟ ਇਹ ਤਾਂ ਪਾਰਟੀਜ਼ ਕਰਦਾ ਉੱਥੇ। ਬਟ ਮੈਂ ਵਿਸ਼ਵਾਸ ਨਹੀਂ ਸੀ ਕਰਦੀ, ਮੈਂ ਕਹਿੰਦੀ ਸੀ ਕਿ ਨਹੀਂ ਇੱਦਾਂ ਨਹੀਂ ਆ, ਵੀ ਉਹ ਮੇਰੇ ਨਾਲ ਇੱਦਾਂ ਨਹੀਂ ਕਰ ਸਕਦਾ। ਜਦੋਂ ਮੈਂ ਨਹੀਂ ਇੱਦਾਂ ਕਰ ਰਹੀ, ਉਹ ਕਿੱਦਾਂ ਕਰੂ, ਕਿਉਂਕਿ ਮੈਚਿਓਰ ਹੋ ਗਿਆ ਕਿ ਬੱਚੇ ਦਾ ਬਾਪ ਹੈ, ਇੱਦਾਂ ਥੋੜ੍ਹੀ ਨਾ ਉਹ ਕਰੂਗਾ। ਬਟ ਮੈਂ ਪਤਾ ਨਹੀਂ ਸੀਗਾ ਕਿ ਉਹ ਇੰਨਾ ਵੱਡਾ ਪਲਾਨ ਕਰਕੇ ਬੈਠਾ ਹੈ। ਜਦੋਂ ਤੁਹਾਡੇ ਹਸਬੈਂਡ ਬਾਹਰ ਜਾਂਦੇ ਆ, ਫਿਰ ਤੁਸੀਂ ਆਪਣੇ ਪੇਕੇ ਵਾਪਸ ਆ ਜਾਂਦੇ ਹੋ? ਹਾਂਜੀ, ਉਹ ਮੈਨੂੰ ਖੁਦ ਹੀ ਛੱਡ ਕੇ ਗਏ ਸੀਗੇ ਕਿ ਮੇਰੇ ਸਹੁਰੇ ਘਰ ਮਾਹੌਲ ਸਹੀ ਨਹੀਂ ਹੈਗਾ, ਵੀ ਇੰਨੀ ਲੜਾਈ ਹੁੰਦੀ ਹੈ ਇੰਨਾ। ਜਿਹੜੇ ਮੇਰੀ ਇਨ-ਲਾਅ ਸੀ ਉਹਨਾਂ ਨੇ ਵੀ ਕਹਿਤਾ ਸੀਗਾ ਕਿ ਤੂੰ ਇਹਨੂੰ ਜਾਣਾ ਅਤੇ ਇਹਦਾ ਕੋਈ ਟਿਕਾਣਾ ਬਣਾ ਕੇ ਜਾ, ਅਸੀਂ ਨਹੀਂ ਇਹਨੂੰ ਰੱਖ ਸਕਦੇ। ਫਿਰ ਉਹ ਮੈਨੂੰ ਇੱਥੇ ਛੱਡ ਗਈ ਸੀਗੀ ਮੇਰੇ ਪੇਕੇ ਘਰ। ਔਰ ਹੁਣ ਮੇਰੇ ਇਨ-ਲਾਅਸ ਕਹਿੰਦੇ ਕਿ ਉਹ ਤਾਂ ਜੀ ਸਾਰਾ ਸਮਾਨ ਲੈ ਕੇ ਚਲੀ ਗਈ, ਮੇਰਾ ਸਮਾਨ ਸਭ ਕੁਛ ਉੱਥੇ ਹੀ ਪਿਆ। ਮੈਂ ਜਸਟ ਇੱਕ LCD ਅਸੀਂ ਲੈ ਕੇ ਆਏ ਹਾਂ, ਕਿਉਂਕਿ ਉਹ ਵੀ ਸਾਡੇ ਰੂਮ 'ਚ ਲੱਗੀ ਹੋਈ ਸੀਗੀ, ਇਹ ਸੀਗਾ ਕਿ ਉਹ ਖਰਾਬ ਹੋ ਜੂਗੀ, ਅਸੀਂ ਉਹ ਬਸ ਇੱਕ ਲੈ ਕੇ ਆਏ ਹਾਂ, ਉਹ ਇੱਥੇ ਪਈ ਆ। ਬਾਕੀ ਮੇਰਾ ਸਮਾਨ ਸਭ ਕੁਛ ਉੱਥੇ ਹੀ ਪਿਆ ਗਾ। ਔਰ ਬਾਅਦ ਵਿੱਚ ਉਹ ਹਜੇ ਇੱਥੇ ਹੀ ਸੀਗੇ ਮੇਰੇ ਇਨ-ਲਾਅਸ, ਜਿਹੜੇ ਮੇਰੇ ਫਾਦਰ-ਇਨ-ਲਾਅ ਨੇ ਫ਼ੋਨ ਵੀ ਕੀਤਾ ਉਹਨਾਂ ਨੂੰ, ਔਰ ਮੈਨੂੰ ਵੀ ਬਾਅਦ 'ਚੋਂ 2-3 ਵਾਰ ਫ਼ੋਨ ਕੀਤਾ ਕਿ ਆਪਣਾ ਸਮਾਨ ਲੈ ਜਾ ਚੁੱਕ ਕੇ, ਨਹੀਂ ਤਾਂ ਅਸੀਂ ਤੇਰੇ ਸਮਾਨ ਨੂੰ ਅੱਗ ਲਾ ਦੇਣੀ ਆ। ਇਨ-ਲਾਅਸ ਦਾ ਕਹਿਣਾ? ਹਾਂਜੀ। ਔਰ ਉਹਨਾਂ ਨੇ ਮੇਰੀ ਡੋਰ ਵੀ ਤੋੜੀ ਹੋਈ ਹੈ ਮੈਮ, ਉਹਦੇ ਉੱਪਰ ਤੇਲ ਵੀ ਪਾਇਆ ਹੋਇਆ, ਮੇਰੇ ਕੋਲ ਪਿਕ ਵੀ ਹੈਗੀ ਹੈ। ਮੈਂ ਜਦੋਂ ਗਈ ਮੈਂ ਜਾ ਕੇ ਦੇਖਿਆ, ਕਿਉਂਕਿ ਮੈਂ ਜਾਂਦੀ ਰਹਿੰਦੀ ਸੀ ਉੱਥੇ, ਆਪਣਾ ਰੂਮ ਦੀ ਸਫਾਈ ਕਰਕੇ ਆ ਜਾਂਦੀ ਹੁੰਦੀ ਸੀਗੀ। ਬਟ ਉਹ ਜਦੋਂ ਵੀ ਜਾਂਦੀ ਹੁੰਦੀ ਸੀ ਬਸ ਉਹ ਉੱਦਾਂ ਹੀ ਬੋਲਦੇ ਹੁੰਦੇ ਸੀਗੇ। ਉਹ ਮੈਂ ਜਦੋਂ ਮੈਂ ਦੇਖਿਆ ਸਾਰਾ ਡੋਰ ਤੋੜਿਆ ਹੋਇਆ, ਵਿੰਡੋ ਤੋੜੀ ਹੋਈ ਆ, ਮੈਂ ਬਸ ਉਹਦੀ ਪਿਕ ਕਰਕੇ ਰੱਖ ਲਈ ਸੀਗੀ ਕਿ ਚਲੋ ਠੀਕ ਹੈ। ਫਿਰ ਵੀ ਉਹਨਾਂ ਨੇ ਬਾਅਦ 'ਚੋਂ ਵੀ ਕਿਹਾ ਕਿ ਨਹੀਂ ਅਸੀਂ ਸਮਾਨ ਨੂੰ ਅੱਗ ਲਾ ਦਾਂਗੇ, ਤਾਂ ਆਪਣਾ ਸਮਾਨ ਲੈ ਜਾ ਚੱਕ ਕੇ। ਮੈਂ ਕਿਹਾ ਲਗਾ ਦਿਓ, ਕੋਈ ਗੱਲ ਨਹੀਂ। ਹੁਣ ਗੱਲ ਕਦੋਂ ਦੀ ਨਹੀਂ ਹੋਈ ਤੁਹਾਡੀ ਹਸਬੈਂਡ ਨਾਲ ਤੁਹਾਡੀ? ਮੈਮ ਇਸ ਲੋਕਡਾਊਨ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਨੂੰ ਸਭ ਕੁਝ ਪਤਾ ਚੱਲ ਗਿਆ, ਉਸ ਤੋਂ ਬਾਅਦ ਸਾਡੀ ਕਦੇ ਗੱਲ ਨਹੀਂ ਹੋਈ ਸੀ। ਮਾਰਚ ਦੀ ਗੱਲ, ਉਸ ਤੋਂ ਬਾਅਦ ਕਦੇ ਗੱਲ ਨਹੀਂ ਹੋਈ। ਬਸ ਉਸ ਤੋਂ ਬਾਅਦ ਗੱਲ ਹੋਈ ਸੀ ਜਦੋਂ ਮੇਰੇ ਇਨ-ਲਾਅਸ ਨੂੰ ਦੱਸਿਆ ਸੀ ਇਹ ਚੀਜ਼ਾਂ ਬਾਰੇ, ਤਾਂ ਉਹਨਾਂ ਕੋਲ ਅਸੀਂ ਗਏ, ਉਹਨਾਂ ਨੇ ਸਭ ਦੱਸਿਆ। ਪਹਿਲਾਂ ਤਾਂ ਉਹ ਮੰਨੇ ਨਹੀਂ ਹੈਗੇ, ਪਰ ਬਾਅਦ ਵਿੱਚ ਫਿਰ ਉਹਨਾਂ ਨੇ ਕਹਿਤਾ ਕਿ ਕੋਈ ਗੱਲ ਨਹੀਂ, ਅਸੀਂ ਬੱਚੇ ਨੂੰ ਅਤੇ ਇਹਨੂੰ ਇੱਥੇ ਰੱਖਦੇ ਹਾਂ, ਇਹ ਸਾਡੇ ਕੋਲ ਰਹੂਗੀ, ਅਸੀਂ ਬੱਚੇ ਨੂੰ ਪੜ੍ਹਾਵਾਂ ਲਿਖਾਵਾਂਗੇ, ਆਪਣੇ ਕੋਲ ਰੱਖਾਂਗੇ। ਆਪਣੀ ਜੋ ਵੀ ਸੰਦੀਪ ਦੀ ਪ੍ਰੋਪਰਟੀ ਤੀਜਾ ਹਿੱਸਾ ਜੋ ਵੀ ਇਹਦਾ ਬਣਦਾ ਹੈਗਾ ਅਸੀਂ ਬੱਚੇ ਦੇ ਨਾਮ ਕਰਵਾ ਦਾਂਗੇ। ਅਤੇ ਉਹਨਾਂ ਨੇ ਪੇਪਰ 'ਤੇ ਇੱਕ ਲਿਖਿਆ, ਕਹਿੰਦੇ ਕਿ ਇਹਨੂੰ 15 ਦਿਨਾਂ ਬਾਅਦ ਅਸੀਂ ਪੱਕਾ ਕਰਵਾ ਦਾਂਗੇ ਲੀਗਲੀ। ਅਸੀਂ ਵੀ ਕਿਹਾ ਕਿ ਠੀਕ ਆ, ਮਤਲਬ ਕਿ ਕੱਲ੍ਹ ਨੂੰ ਅਗਰ ਸੰਦੀਪ ਆ ਜਾਂਦਾ ਆਪਣੀ ਦੂਸਰੀ ਵਾਈਫ ਨੂੰ ਲੈ ਕੇ, ਤਾਂ ਸਾਨੂੰ ਐਟਲੀਸਟ ਘਰੋਂ ਨਹੀਂ ਕੱਢ ਸਕਦਾ, ਅਸੀਂ ਵੀ ਆਪਣੇ ਘਰ ਬੈਠਾਂਗੇ ਵੀ ਮੇਰੇ ਬੱਚੇ ਕੋਲ ਵੀ ਕੁਛ ਹੈਗਾ। ਬਟ ਬਸ ਉਹ 10 ਦਿਨ ਮਤਲਬ ਕਿ ਵਧੀਆ ਰਹੇ ਆ। ਇਹਨਾਂ ਦਾ ਫੋਨ ਆ ਜਾਂਦਾ, ਬਸ ਇਹਨਾਂ ਨੇ ਕਿਹਾ ਕਿ ਤੂੰ ਜਿੱਥੋਂ ਆਈ ਹੈ ਵਾਪਸ ਚੱਲ ਜਾ, ਤੈਨੂੰ ਇੱਥੇ ਕੁਛ ਨਹੀਂ ਮਿਲਣ ਲੱਗਾ, ਅਗਰ ਤੈਨੂੰ ਕੁਛ ਹੋ ਜਾਂਦਾ ਤੂੰ ਉਹਦੀ ਜ਼ਿੰਮੇਵਾਰ ਆਪਣੀ ਤੂੰ ਹੈਗੀ। ਮੈਂ ਸੋਚੂੰਗਾ, ਮੈਂ 2-3 ਸਾਲਾਂ ਬਾਅਦ ਜਦੋਂ ਆਊਂਗਾ ਮੈਂ ਸੋਚੂੰਗਾ ਕਿ ਮੈਂ ਤੇਰੇ ਨਾਲ ਰਿਸ਼ਤਾ ਰੱਖਣਾ ਨਹੀਂ ਰੱਖਣਾ, ਤੂੰ ਵਾਪਸ ਚੱਲ ਜਾ, ਤੈਨੂੰ ਇੱਥੋਂ ਕੁਛ ਨਹੀਂ ਮਿਲਣ ਲੱਗਾ।
ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਵਾਪਸ ਨਹੀਂ ਜਾਣਾ, ਤੁਸੀਂ ਆ ਜਾਓ, ਤੁਸੀਂ ਸਭ ਦੇ ਸਾਹਮਣੇ ਬੈਠ ਕੇ ਕਹਿ ਦਿਓ ਕਿ ਹਾਂ ਮੈਂ ਇਹਨੂੰ ਡਾਈਵੋਰਸ ਦੇਣਾ ਜਾਂ ਮੈਂ ਇਹਦਾ ਰਿਸ਼ਤਾ ਖਤਮ ਕਰਨਾ, ਮੈਂ ਵਾਪਸ ਚੱਲ ਜਾਊਂਗੀ, ਬਟ ਤੁਸੀਂ ਇੱਕ ਵਾਰ ਵਾਪਸ ਆ ਕੋਈ ਇੱਥੇ ਸਭ ਦੇ ਸਾਹਮਣੇ ਕਹੋ। ਬਟ ਉਸ ਤੋਂ ਬਾਅਦ ਫਿਰ ਮੇਰੇ ਪੈਰੈਂਟਸ ਦਾ ਵੀ ਬਿਹੇਵੀਅਰ ਚੇਂਜ ਹੋ ਗਿਆ। ਫਾਦਰ ਸਾਹਿਬ ਨੇ ਬੜਾ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ, ਇੰਨੀਆਂ ਗੰਦੀਆਂ ਗਾਲਾਂ ਕੱਢਦੇ ਸੀ। ਇਹ ਸਭ ਪਹਿਲਾਂ ਵੀ ਹੁੰਦਾ ਸੀਗਾ ਜਦੋਂ ਸੰਦੀਪ ਇੱਥੇ ਸੀ, ਉਦੋਂ ਵੀ ਇਹ ਸਭ ਹੁੰਦਾ ਸੀ। ਬਾਅਦ ਵਿੱਚ ਵੀ ਉਹਨਾਂ ਨੇ ਬਸ ਮੈਨੂੰ ਇੱਦਾਂ ਮੈਂਟਲੀ ਟੌਰਚਰ ਕਰਨਾ ਸ਼ੁਰੂ ਕਰਤਾ। ਕਦੀ ਉਹ ਡਰਿੰਕ ਕਰਦੇ ਸੀ ਆਪਣੇ ਨਾਲ, ਆਪਣੇ ਮਤਲਬ ਕਿ ਦੋਸਤਾਂ ਮਿੱਤਰਾਂ ਨੂੰ ਲੈ ਆਉਂਦੇ ਸੀ, ਉਹਨਾਂ ਨੂੰ ਸ਼ਾਮ ਨੂੰ ਘਰੇ ਬਿਠਾਉਂਦੇ ਸੀ, ਬੈਠ ਕੇ ਡਰਿੰਕ ਕਰਦੇ ਸੀ, ਔਰ ਉਹ ਮੈਨੂੰ ਕਹਿੰਦੇ ਸੀ ਤੂੰ ਇੱਥੇ ਆ ਕੇ ਬੈਠ, ਵਿੱਚ ਬੈਠ, ਇੱਦਾਂ ਗੱਲ ਦੱਸ ਕੀ ਹੋਇਆ। ਜਾਂ ਉਹਨਾਂ ਦੇ ਜਿਹੜੇ ਦੋਸਤ ਸੀਗੇ ਉਹ ਵੀ ਬੜਾ ਗੰਦਾ ਬੋਲਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀਗੇ ਕਿ ਤੂੰ ਇਹਨਾਂ ਦੇ ਘਰ ਆਈ ਆ, ਤੂੰ ਮਤਲਬ ਪੰਚਾਇਤ ਲੈ ਕੇ ਆ ਗਈ ਆ, ਤੂੰ ਇਹਨਾਂ ਤੋਂ ਹਿੱਸਾ ਮੰਗਦੀ ਆ, ਇਹ ਸਭ ਚੱਲਦਾ ਹੁੰਦਾ ਸੀ। ਕਈ ਦੋ ਤਿੰਨ ਵਾਰੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਕਿ ਮੈਂ ਆਪਣੇ ਰੂਮ 'ਚ ਹੈਗੀ ਹਾਂ ਅਤੇ ਮੇਰੇ ਸਹੁਰਾ ਸਾਹਿਬ ਇੱਦਾਂ ਡੋਰ ਦੇ ਵਿੱਚ ਲੱਤਾਂ ਮਾਰ ਰਹੇ ਆ ਕਿ ਬਾਹਰ ਨਿਕਲ, ਬਾਹਰ ਨਿਕਲ, ਤੂੰ ਅਸੀਂ ਤੈਨੂੰ ਇੱਥੇ ਜਿਉਂਦਾ ਨਹੀਂ ਛੱਡਣਾ ਹੈਗਾ, ਤੂੰ ਸਾਡੀ ਜ਼ਿੰਦਗੀ ਖਰਾਬ ਕੀਤੀ ਆ, ਤੂੰ ਸਾਡੇ ਮੁੰਡੇ ਨੂੰ ਉੱਥੇ ਭੇਜਤਾ, ਤੂੰ ਇੱਥੇ ਪੰਚਾਇਤ ਮੈਂਬਰ ਲੈ ਕੇ ਤੂੰ ਸਾਡੇ ਤੋਂ ਹਿੱਸਾ ਮੰਗਦੀ ਆ, ਇਹ ਸਭ ਬੜਾ। ਫਿਰ ਉਸ ਤੋਂ ਬਾਅਦ ਇਹ ਜ਼ਿਆਦਾ ਮਾਹੌਲ ਹੀ ਖਰਾਬ ਹੋ ਗਿਆ ਸੀਗਾ। ਫਿਰ ਮੈਂ ਆਪਣੇ ਘਰਦਿਆਂ ਨੂੰ ਕਿਹਾ ਸੀਗਾ ਕਿ ਮੈਂ ਇੱਥੇ ਸੇਫ ਨਹੀਂ ਹੈਗੀ, ਵੀ ਜਾਂ ਤਾਂ ਇਹ ਮੈਨੂੰ ਮਾਰ ਦੇਣਗੇ ਜਾਂ ਮੈਂ ਖੁਦ ਹੀ ਮਰ ਜਾਣਾ ਗਾ। ਫਿਰ ਮੇਰੇ ਘਰ ਦੇ ਲੈ ਆਈ ਸੀ ਕਿ ਨਹੀਂ ਕੋਈ ਗੱਲ ਨਹੀਂ, ਆਪਾਂ ਮਤਲਬ ਗੱਲਬਾਤ ਕਰਦੇ ਹੈਗੇ ਹਾਂ, ਕਿ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਇੱਦਾਂ ਨਹੀਂ ਹੈਗਾ ਵੀ ਇੱਦਾਂ ਕੁਛ ਨਹੀਂ ਹੁੰਦਾ। ਬਟ ਫਿਰ ਉਹਨਾਂ ਨੇ ਜਦ ਕਹਿਤਾ ਕਿ ਅਸੀਂ ਨਹੀਂ ਰੱਖ ਸਕਦੇ ਹੈਗੇ, ਵੀ ਅਸੀਂ ਨਾ ਇਹਨਾਂ ਦਾ ਖਰਚਾ ਚੁੱਕ ਸਕਦੇ ਹਾਂ, ਨਾ ਅਸੀਂ ਇਹਨੂੰ ਰੱਖ ਸਕਦੇ ਹਾਂ, ਤੂੰ ਬਸ ਆਪਣੇ ਘਰ ਚੱਲ ਜਾ ਵਾਪਸ। ਬਸ ਮੇਰੇ ਸਹੁਰਾ ਸਾਹਿਬ ਨੇ ਇਹ ਕਹਿਤਾ ਸੀ ਕਿ ਤੂੰ ਵਾਪਸ ਚੱਲ ਜਾ, ਤੇਰੇ ਆਉਣ ਨਾਲ ਸਾਡੀ ਜ਼ਿੰਦਗੀ ਖਰਾਬ ਹੋ ਗਈ ਆ, ਵਾਪਸ ਚੱਲ ਜਾ, ਅਸੀਂ ਨਹੀਂ ਰੱਖ ਸਕਦੇ ਤੁਹਾਨੂੰ। ਬਸ ਉਹਨਾਂ ਨੇ ਇਹ ਕਹਿਤਾ। ਮੈਮ ਉਸ ਤੋਂ ਬਾਅਦ ਫਿਰ ਆ ਕੇ ਅਸੀਂ ਇੱਥੇ ਮੇਰੇ ਘਰ ਦੇ ਮੈਨੂੰ ਲੈ ਆਏ ਆ। ਬਸ ਉਸ ਤੋਂ ਬਾਅਦ ਮੇਰੀ ਚਾਚੀ ਸੱਸ ਨੇ ਫੋਨ ਕਰਤਾ ਕਿ ਜਿਹੜੇ ਮੇਰੇ ਮਦਰ ਇਨ ਲਾ ਗਏ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਆ, ਹੁਣ ਤੂੰ ਵਾਪਸ ਨਹੀਂ ਆਉਣਾ, ਅਗਰ ਤੂੰ ਵਾਪਸ ਆਏਂਗੀ ਤਾਂ ਉਹ ਹੋਰ ਜ਼ਿਆਦਾ ਬਿਮਾਰ ਹੋ ਜਾਣਗੇ, ਤੂੰ ਵਾਪਸ ਨਹੀਂ ਆਉਣਾ ਹੈਗਾ, ਤੂੰ ਆਪਣਾ ਦੇਖ ਲੈ ਕੀ ਕਰਨਾ ਹੈਗਾ। ਬਸ ਉਹਨਾਂ ਨੇ ਇਹ ਕਹਿਤਾ। ਉਸ ਤੋਂ ਬਾਅਦ ਅਸੀਂ ਜਿਹੜੇ MC ਸੀਗੇ ਜਿਨ੍ਹਾਂ ਨੇ ਪੇਪਰ 'ਤੇ ਮਤਲਬ ਸਿਗਨੇਚਰ ਕੀਤੇ ਸੀ, ਸਭ ਲਿਖਿਆ ਸੀ, ਅਸੀਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਪੁੱਛਿਆ ਵੀ ਇਹ ਸਭ ਹੋ ਰਿਹਾ, ਤੁਸੀਂ ਘਰੇ ਜਾ ਗੱਲ ਕਰਕੇ ਆਓ। ਉਹਨੂੰ 2-3 ਵਾਰ ਗੱਲ ਕਰਨ ਗਏ ਆ, ਉਹ ਕਹਿੰਦੇ ਵੀ ਨਹੀਂ ਮੰਮੀ ਠੀਕ ਹੈਗੇ, ਉਹਨਾਂ ਨੂੰ ਤਾਂ ਕੁਛ ਨਹੀਂ ਹੋਇਆ ਹੈਗਾ। ਅਤੇ ਉਹਨਾਂ ਨੇ ਗੱਲਬਾਤ ਕੀਤੀ। ਬਸ ਮੇਰੇ ਸਹੁਰਾ ਸਾਹਿਬ ਨੇ ਇਹੀ ਕਿਹਾ ਕਿ ਜਦੋਂ ਮੁੰਡਾ ਆਊਗਾ ਜੀ ਉਦੋਂ ਹੀ ਵੇਖਾਂਗੇ ਅਸੀਂ। ਬਸ ਉਸ ਤੋਂ ਬਾਅਦ ਫਿਰ ਕੋਈ ਗੱਲਬਾਤ ਨਹੀਂ। ਫਿਰ ਅਸੀਂ SSP ਸਾਹਿਬ ਬਰਨਾਲਾ ਦੇ ਉਹਨਾਂ ਨੂੰ ਕੰਪਲੇਂਟ ਦਿੱਤੀ ਵੀ ਇਹ ਸਭ ਹੋ ਰਿਹਾ ਗਾ ਵੀ। ਫਿਰ ਬਟ ਉਹ ਰੀਡਰ ਸਾਹਿਬ ਨੇ ਇਹ ਕਹਿਤਾ ਕਿ ਤੁਸੀਂ ਆਪਸ ਵਿੱਚ ਦੋਨੇ ਫੈਮਲੀਜ਼ ਬੈਠ ਕੇ ਗੱਲ ਕਰ ਲਓ। ਸਾਨੂੰ ਟਾਈਮ ਦਿੱਤਾ ਉਹਨਾਂ ਨੇ, 2-3 ਵਾਰ ਅਸੀਂ ਜਾਂਦੇ ਹੀ ਰਹੇ, ਬਟ ਉੱਥੇ ਬਸ ਇਹਨਾਂ ਦਾ ਹੀ ਰੌਲਾ ਸੀਗਾ। ਪਹਿਲਾਂ ਇਹ ਸੀਗਾ ਕਿ ਅਸੀਂ ਨਹੀਂ ਲੈ ਕੇ ਜਾਣਾ ਹੈਗਾ, ਫਿਰ ਇਹ ਕਹਿੰਦੇ ਸੀ ਅਸੀਂ ਲੈ ਜਾਂਦੇ ਹਾਂ, ਬਟ ਅਸੀਂ ਲਿਖਤੀ ਰੂਪ ਦੇ ਵਿੱਚ ਕੁਛ ਨਹੀਂ ਦੇਣਾ ਹੈਗਾ, ਇਹ ਰਹੂਗੀ ਉੱਥੇ, ਜਦ ਮੁੰਡਾ ਆ ਜਾਊਗਾ ਫਿਰ ਦੇਖ ਲਾਂਗੇ, ਬਟ ਅਸੀਂ ਲਿਖਤੀ ਰੂਪ ਦੇ ਵਿੱਚ ਕੁਛ ਨਹੀਂ ਕਰਨਾ ਹੈਗਾ। ਬਟ ਸਾਨੂੰ ਇਹ ਸੀਗਾ ਕਿ ਸਾਨੂੰ ਇੱਕ ਪ੍ਰੂਫ ਚਾਹੀਦਾ, ਕੱਲ੍ਹ ਨੂੰ ਫਿਰ ਤੁਸੀਂ 10 ਦਿਨਾਂ ਬਾਅਦ ਸਾਨੂੰ ਘਰੋਂ ਕੱਢ ਦੋਗੇ, ਫਿਰ ਅਸੀਂ ਕਿੱਥੇ ਜਾਵਾਂਗੇ। ਬਸ ਇਹੀ ਚੱਲਦਾ ਆ ਰਿਹਾ ਮੈਮ ਉਦੋਂ ਤੋਂ। ਕਦੀ NRI ਵੀ। ਆਖਰੀ ਗੱਲ ਕਦੋਂ ਹੋਈ ਤੁਹਾਡੀ? ਮੇਰੇ ਇਨ-ਲॉज ਨਾਲ। ਇਨ-ਲॉज ਨਾਲ ਵੀ ਅਤੇ ਹਸਬੈਂਡ ਨਾਲ ਵੀ? ਹੁਣ ਮੈਮ ਜਦੋਂ ਸੋਸ਼ਲ ਮੀਡੀਆ 'ਤੇ ਮੈਂ ਪੋਸਟ ਪਾਈ ਸੀਗੀ, ਉਹ ਵੀ ਉਹਦਾ ਐਡਰੈਸ ਔਰ ਕੰਟੈਕਟ ਲੈਣ ਦੇ ਲਈ, ਕਿਉਂਕਿ ਮੈਨੂੰ ਕਿਤੋਂ ਕੰਟੈਕਟ ਨਹੀਂ ਮਿਲ ਰਿਹਾ ਸੀ। ਜਦੋਂ ਕਿਤੇ ਪੁਲਿਸ ਕੰਪਲੇਨ ਨਾਲ ਕੁਛ ਨਹੀਂ ਸੀ ਹੋਇਆ, ਫਿਰ ਅਸੀਂ ਕੇਸ ਪਾਇਆ ਸੀ, ਮੇਨਟੇਨੈਂਸ ਦਾ ਪਾਇਆ ਸੀ, ਉਹ ਵੀ ਮੇਰੇ ਹਸਬੈਂਡ 'ਤੇ, ਕਿ ਇੱਦਾਂ ਕਰਨ ਨਾਲ ਬੱਚੇ ਨੂੰ ਚਲੋ ਐਟਲੀਸਟ ਖਰਚਾ ਮਿਲਦਾ ਰਹੂਗਾ, ਇਹ ਵੋ। ਮੈਨੂੰ ਇਸ ਚੀਜ਼ ਬਾਰੇ ਨਾ ਪਤਾ ਵੀ ਨਹੀਂ ਸੀਗਾ ਕਿ ਇੱਦਾਂ ਕਰਨਾ, ਬਟ ਹੁਣ ਸਾਰੇ ਲੋਕ ਕਹਿ ਰਹੇ ਕਿ ਨਹੀਂ ਕਰਨਾ ਚਾਹੀਦਾ ਸੀ, ਤੁਹਾਨੂੰ ਪਹਿਲਾਂ ਪੁਲਿਸ ਦੀ ਹੈਲਪ ਲੈਣੀ ਚਾਹੀਦੀ ਸੀ। ਬਟ ਪੁਲਿਸ ਨੇ ਵੀ ਕੋਈ ਹੈਲਪ ਨਹੀਂ ਕੀਤੀ ਉਸ ਟਾਈਮ। ਉਹ ਵੀ ਕਹਿੰਦੇ ਸੀ ਕਿ ਸੋਲਿਡ ਪ੍ਰੂਫ ਹੋਣਾ ਚਾਹੀਦਾ ਉਹਦੀ ਮੈਰਿਜ ਦਾ। ਫਿਰ ਕੋਰਟ ਦੇ ਵਿੱਚ ਮੈਮ ਉਹਨੂੰ ਸੰਮਨ ਮਤਲਬ ਕਿ ਕੋਰਟ ਨੇ ਕਟਵਾਤੀ ਆ, ਬਟ ਕਹਿੰਦੇ ਕਿ ਉਹਦਾ ਐਡਰੈਸ ਲੈ ਕੇ ਆਓ। ਸਾਡੇ ਕੋਲ ਕੋਈ ਉਹਦਾ ਐਡਰੈਸ ਨਹੀਂ ਹੈਗਾ ਸੀਗਾ। ਫਿਰ ਅਸੀਂ ਸੋਸ਼ਲ ਮੀਡੀਆ 'ਤੇ ਬਸ ਆਉਂਦਾ ਇਹੀ ਸੀਗਾ ਕਿ ਉਹਦਾ ਐਡਰੈਸ ਔਰ ਕੰਟੈਕਟ ਮਿਲ ਜੇ। ਉਸ ਤੋਂ ਬਾਅਦ ਫਿਰ ਮੈਮ ਉਹਨੇ ਜਦੋਂ ਸੋਸ਼ਲ ਮੀਡੀਆ 'ਤੇ ਇੱਦਾਂ ਪੋਸਟ ਪਾਈ, ਫਿਰ ਉਹ ਪੜ੍ਹ ਕੇ ਉਹਨੇ ਮੈਨੂੰ ਫ਼ੋਨ ਕੀਤਾ ਸੀਗਾ ਕਿ ਉਹਨੇ ਕਿਹਾ ਸੀਗਾ ਕਿ ਸੌਰੀ ਫੀਲ ਕੀਤੀ ਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ, ਕਿ ਮੈਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਸੀਗਾ। ਮੈਨੂੰ ਮੇਰੀ ਅਕਲ ਨਹੀਂ ਸੀ ਉਸ ਟਾਈਮ, ਮੇਰਾ ਦਿਮਾਗ ਖਰਾਬ ਹੋ ਗਿਆ ਸੀ, ਮੈਂ ਇਹ ਬੋਲਤਾ, ਮੈਂ ਇਹ ਕਰ ਲਿਆ, ਅਤੇ ਮੈਂ ਹੁਣ ਵਾਪਸ ਆ ਜਾਊਂਗਾ, ਆਪਾਂ ਦੁਬਾਰਾ ਤੋਂ ਰਵਾਂਗੇ, ਇਕੱਠੇ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਕਰਾਂਗੇ। ਮੈਂ ਕਿਹਾ ਸੀ ਕੋਈ ਗੱਲ ਨਹੀਂ, ਤੁਸੀਂ ਆ ਜਾਓ, ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ। ਕਹਿੰਦਾ ਕਿ ਨਹੀਂ, ਤੂੰ ਪਹਿਲਾਂ ਸਾਰੀਆਂ ਕੰਪਲੇਂਟਸ ਵਾਪਸ ਲੈ ਲਾ, ਔਰ ਮੈਂ ਇੱਧਰੋਂ ਸਟਾਂਪ ਪੇਪਰ 'ਤੇ ਲਿਖ ਕੇ ਸਿਗਨੇਚਰ ਕਰਕੇ ਭੇਜ ਦਿੰਦਾ ਹੈਗਾ ਕਿ ਮੈਂ ਇਹਦੇ ਨਾਲ ਰਹਿਣ ਲਈ ਤਿਆਰ ਹਾਂ, ਔਰ ਤੂੰ ਵੀ ਕਹਿ ਦੇ ਕਿ ਮੈਂ ਉਹਨੂੰ ਮਾफ़ ਕਰਤਾ। ਮੈਂ ਕਿਹਾ ਨਹੀਂ, ਪਹਿਲਾਂ ਇੱਥੇ ਵਾਪਸ ਆਓ, ਫਿਰ ਗੱਲ ਹੋਊਗੀ। ਬਸ ਉਸ ਤੋਂ ਬਾਅਦ ਉਹਨੇ ਕਦੇ ਕੰਟੈਕਟ ਨਹੀਂ ਕੀਤਾ। ਜਿਹੜੇ ਨੰਬਰ ਤੋਂ ਫੋਨ ਆ ਰਿਹਾ ਸੀ ਉੱਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਕਾਲ ਕਰਕੇ? ਹਾਂਜੀ ਮੈਮ, ਉਹ ਫ਼ੋਨ ਲੱਗ ਨਹੀਂ ਰਿਹਾ ਗਾ, ਉਹ WhatsApp 'ਤੇ ਹੈ ਹੀ ਨਹੀਂ ਨੰਬਰ।
ਹੋਰ ਕੋਈ ਦੋਸਤ ਕੋਈ ਜਾਣ ਪਛਾਣ ਉੱਥੇ ਰਹਿੰਦਾ ਹੋਏ ਉਹਨਾਂ ਦੇ ਜ਼ਰੀਏ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ ਮੈਮ, ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸਮਝਾਵਾਂਗੇ। ਉਹਨਾਂ ਦੇ ਫਰੈਂਡਸ ਨੇ ਵੀ ਇਹੀ ਕਿਹਾ ਸੀ ਕਿ ਅਸੀਂ 6 ਮਹੀਨੇ ਪਹਿਲਾਂ ਵੀ ਇਹਨੂੰ ਕਿਹਾ ਸੀਗਾ ਤੂੰ ਇੰਡੀਆ ਚੱਲ ਜਾ, ਕਿ ਤੇਰਾ ਇੰਨਾ ਮਤਲਬ ਮੈਟਰ ਉਲਝਿਆ ਹੋਇਆ, ਤੂੰ ਸੌਟ ਆਊਟ ਕਰਕੇ ਆ ਜਾ ਵਾਪਸ, ਇੰਡੀਆ ਚੱਲ ਜਾ ਇੱਕ ਵਾਰ। ਕਹਿੰਦੇ ਕਿ ਸਾਨੂੰ ਨਹੀਂ ਪਤਾ ਸੀਗਾ ਵੀ ਇਹਨੇ ਸਟੋਰੀ ਹੋਰ ਬਣਾ ਕੇ ਦੱਸੀ ਹੈ ਸਾਨੂੰ। ਇਹਨੇ ਕਿਹਾ ਕਿ ਉਹਨੇ ਤੇ ਮੇਰੇ ਤੇ ਮਤਲਬ ਉਹਨਾਂ ਦੇ ਅਕੋਰਡਿੰਗ ਕਿ ਮੇਰੇ ਤੇ 70 ਪਰਚੇ ਕੀਤੇ ਹੋਏ ਆ ਉਹਨੇ, ਕਿ ਮੈਂ ਤਾਂ ਇੰਡੀਆ ਜਾ ਹੀ ਨਹੀਂ ਸਕਦਾ। ਫਿਰ ਬਸ ਉਹਨਾਂ ਨੂੰ ਕਿਹਾ ਕਿ ਉਹਨਾਂ 'ਤੇ ਮੈਂ ਕੋਈ ਕੇਸ ਨਹੀਂ ਪਾਇਆ, ਕੋਈ FIR ਕੁਛ ਨਹੀਂ ਹੈਗਾ, ਜਸਟ ਮੇਨਟੇਨੈਂਸ ਦਾ ਕੇਸ ਪਾਇਆ ਹੈਗਾ। ਉਹ ਆ ਜਾਣ, ਮੈਂ ਕੇਸ ਵਾਪਸ ਲੈ ਲੂੰਗੀ। ਉਹ ਬਸ ਇਹੀ ਦੱਸਿਆ ਉਹਨਾਂ ਨੇ। ਇਨ-ਲॉज ਕੀ ਕਹਿੰਦੇ ਹੁਣ ਇਨ-ਲॉज ਮੈਮ ਕੁਛ ਨਹੀਂ ਕਹਿੰਦੇ ਗੇ, ਮਤਲਬ ਜੋ ਪਹਿਲਾਂ ਕਹਿੰਦੇ ਸੀ ਆਪਾਂ ਕੁੜੀ ਨੂੰ ਲੈ ਜਾਂਦੇ ਹਾਂ ਵੀ ਅਸੀਂ ਉੱਥੇ ਤਾਪੇ, ਜਦੋਂ ਮੇਰੀ ਮਤਲਬ ਵੂਮੈਨ ਕਮਿਸ਼ਨ ਦੇ ਥਰੂ ਕੰਪਲੇਂਟ ਆਈ ਸੀਗੀ, ਉੱਥੇ ਉਹਨਾਂ ਨੇ ਬੋਲਿਆ ਸੀ ਕਿ ਅਸੀਂ ਕੁੜੀ ਨੂੰ ਲੈ ਜਾਂਦੇ ਹੈਗੇ ਹਾਂ, ਇਹ ਉੱਥੇ ਰਹੂਗੀ ਸਾਡੇ ਕੋਲ। ਮੇਰੇ ਮਤਲਬ ਕਿ ਹੁਣ ਮੇਰੀ ਫੈਮਿਲੀ 'ਚ ਉੱਥੇ ਇਹਨਾਂ ਦੀ ਫੈਮਿਲੀ 'ਚ ਮੇਰੇ ਸਹੁਰਾ ਸਾਹਿਬ ਔਰ ਮੇਰੇ ਇੱਕ ਬਦਨ ਲਾ ਗਏ, ਬਸ ਉਹੀ ਰਹਿ ਗਏ ਹੈਗੇ। ਬਾਕੀ ਮੇਰੀ ਮਦਨ ਲਾ ਦੀ ਡੈਥ ਹੋ ਗਈ ਸੀ 1.5-2 ਮਹੀਨੇ ਪਹਿਲਾਂ। ਅਤੇ ਉਹਨਾਂ ਨੇ ਕਿਹਾ ਸੀ ਅਸੀਂ ਕੁੜੀ ਨੂੰ ਲੈ ਜਾਂਦੇ ਹੈਗੇ ਹਾਂ। ਮੈਨੂੰ ਵੀ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਜਾਣ ਲਈ ਤਿਆਰ ਹੋ? ਮੈਂ ਕਿਹਾ ਹਾਂ, ਇਹ ਲੀਗਲੀ ਕਰਦੇ ਨੇ ਬੱਚੇ ਦੇ ਨਾਮ ਕੁਛ ਵੀ, ਮੈਨੂੰ ਵੀ ਐਂ ਹੋ ਜਾਊਗਾ ਕਿ ਹਾਂ ਮੇਰੇ ਬੱਚੇ ਕੋਲ ਕੁਛ ਹੈਗਾ, ਮੈਂ ਜਾਣ ਲਈ ਤਿਆਰ ਹਾਂ, ਮੈਂ ਰਹਿ ਲੂੰਗੀ ਉੱਥੇ, ਕੋਈ ਗੱਲ ਨਹੀਂ। ਬਟ ਫਿਰ ਬਾਅਦ ਵਿੱਚ ਫਿਰ ਉਹ ਕਹਿੰਦੇ, ਜਦੋਂ ਉਹਨਾਂ ਨੂੰ ਲੱਗਿਆ ਕਿ ਹਾਂ ਇਹ ਰੈਡੀ ਹੈਗੀ ਆ ਅਤੇ ਆਉਣ ਲਈ ਤਿਆਰ ਹੈਗੀ ਆ, ਬਟ ਫਿਰ ਉਹ ਕਹਿੰਦੇ ਨਹੀਂ ਅਸੀਂ ਤਾਂ ਲੀਗਲੀ ਕੁਛ ਨਹੀਂ ਕਰਨਾ ਹੈਗਾ। ਉਹਦੇ ਜਿਹੜੇ ਮਤਲਬ ਕਿ ਤਾਏ ਦੇ ਬੇਟੇ ਹੈਗੇ, ਚਮਕੌਰ ਸਿੰਘ ਆ CRPF ਦੇ ਵਿੱਚ, ਇੱਕ ਗੁਰਦੀਪ ਸਿੰਘ ਆ, ਬਸ ਮੈਮ ਉਹ ਨਹੀਂ ਕੁਛ ਕਰਨ ਦਿੰਦੇ। ਬਸ ਉਹਨਾਂ ਨੂੰ ਜਦੋਂ ਲੱਗਦਾ ਕਿ ਮੈਂ ਰੈਡੀ ਆਉਣ ਲਈ, ਬਸ ਉਹਨੂੰ ਫਿਰ ਮਤਲਬ ਕਰ ਦਿੰਦੇ ਆ ਇੱਧਰ ਉੱਧਰ। ਇੱਕ ਪਾਸੇ ਉਹ ਮੈਨੂੰ ਕਹਿ ਦਿੰਦੇ ਕਿ ਹਾਂ ਤੂੰ ਸਾਡੀ ਭੈਣੀਆਂ ਵਰਗੀ, ਅਸੀਂ ਤੇਰਾ ਘਰ ਵਸਾਉਣੇ ਆ। ਦੂਜੇ ਪਾਸੇ ਉਹ ਉੱਥੇ ਫੂਡ ਥਾਣੇ ਦੇ ਵਿੱਚ ਬੋਲਦੇ ਆ ਕਿ ਫਿਰਦੀ ਰਹਿਣ ਦਿਓ ਜੀ, ਆਪੇ ਮਹੀਨਾ ਪੈ ਫਿਰ ਕੇ ਹਟ ਜੂਗੀ, ਸਾਡਾ ਕੀ ਕਰ ਲੂਗੀ, ਉਹ ਇੱਦਾਂ ਬੋਲਦੇ ਆ। ਜਿੱਦਾਂ ਅੱਜ ਕੱਲ੍ਹ ਅਸੀਂ ਗੱਲ ਕਰ ਰਹੇ, ਜਿੱਦਾਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਕੇਸਿਸ ਵਾਇਰਲ ਹੋਏ, ਤਾਂ ਉਹ ਤੋਂ ਸਿੱਟਾ ਨਿਕਲਦਾ ਕਿ ਛੋਟੀ ਉਮਰ 'ਚ ਵਿਆਹ ਹੋ ਜਾਂਦਾ ਹੈ, ਸਮਝ ਨਹੀਂ ਹੁੰਦੀ, ਕੰਟਰੈਕਟ ਮੈਰਿਜ। ਪਰ ਇੱਥੋਂ ਦੀ ਗੱਲ ਕਰੀਏ ਤਾਂ ਬੱਚਾ ਵੀ ਸੀਗਾ, ਆਪ ਰਜ਼ਾਮੰਦੀ ਨਾਲ ਵਿਆਹ ਹੋਇਆ, ਅਰੇਂਜ ਮੈਰਿਜ ਹੋਈ, ਬਾਅਦ 'ਚੋਂ ਬੱਚਾ ਵੀ ਹੁੰਦਾ, ਇੱਥੇ ਰਹਿੰਦੇ ਵੀ, ਉਹ ਬਹੁਤ ਕੁਝ ਦੇਖਿਆ ਵੀ, ਇਕੱਠੇ ਦੇਖਿਆ ਤੁਸੀਂ ਆਪਣੇ ਸਹੁਰੇ ਘਰ ਵਿੱਚ ਨਾ ਕਿਸ ਤਰ੍ਹਾਂ ਟੌਰਚਰ ਹੋਇਆ। ਉਸ ਤੋਂ ਬਾਅਦ ਵੀ ਇੰਨੀ ਵੱਡੀ ਗਲਤੀ ਕੀ ਜਾ ਕੇ ਬੱਚੇ ਨੂੰ ਵੀ ਭੁਲਾਤਾ? ਮੈਮ ਉਹੀ ਚੀਜ਼ ਤੇ ਮੈਂ ਸੋਚਦੀ ਹੁੰਦੀ ਹਾਂ ਕਿ ਮੈਂ ਉਸ ਦੇ ਨਾਲ ਹਰ ਇੱਕ ਟਾਈਮ ਦੇਖਿਆ, ਵਧੀਆ ਵੀ ਘਟੀਆ ਵੀ। ਔਰ ਉਹਦੇ ਮਤਲਬ ਦੁੱਖ ਦੇ ਟਾਈਮ ਵਿੱਚ ਜਿਸ ਟਾਈਮ ਮਤਲਬ ਕਿ ਫੈਮਿਲੀ ਇੰਨਾ ਸਾਨੂੰ ਕਰ ਰਹੀ ਸੀ, ਉਸ ਟਾਈਮ ਵੀ ਮੈਂ ਉਹਦੇ ਨਾਲ ਸੀ। ਅਗਰ ਮੈਂ ਸੋਚਦੀ ਹੁੰਦੀ ਹਾਂ ਮੈਮ ਕਿ ਅਗਰ ਕੋਈ ਹੋਰ ਕੁੜੀ ਹੁੰਦੀ ਤਾਂ ਅਗਰ ਇਹ ਸੋਚ ਲੈਂਦੀ ਕਿ ਮੈਂ ਫੋਰਨ ਤੋਂ ਆਈ ਹਾਂ, ਮੇਰੇ ਕੋਲ ਫੋਰਨ ਦੀ ਸਟੱਡੀ ਹੈ ਜੀ, ਮੈਂ ਤੇ ਨਾ ਸਹਿ ਨਹੀਂ ਸਕਦੀ, ਅਗਲੀ ਛੱਡ ਕੇ ਚਲੀ ਜਾਂਦੀ। ਬਟ ਮੈਂ ਇਹ ਸੋਚ ਕੇ ਕਿ ਨਹੀਂ, ਸਾਡਾ ਇੱਕ ਬੱਚਾ ਹੈ, ਉਹਨੂੰ ਦੋਨਾਂ ਦੀ ਨੀਡ ਹੈਗੀ, ਕਿਉਂਕਿ ਸਾਡੇ ਆਪਸ ਵਿੱਚ ਕਦੇ ਕੋਈ ਗੱਲ ਹੀ ਨਹੀਂ ਸੀ ਹੋਈ। ਇਹ ਸੋਚਦੀ ਸੀ ਕਿ ਕੋਈ ਗੱਲ ਨਹੀਂ, ਘਰ ਦੇ ਆਪੇ ਸੈੱਟ ਹੋ ਜਾਣਗੇ, ਕੋਈ ਗੱਲ ਨਹੀਂ, ਘਰ ਦੇ ਆਪੇ ਸੈੱਟ ਹੋ ਜਾਣਗੇ ਹੋਰ 2-4 ਦਿਨਾਂ ਨੂੰ। ਇਹ ਸੋਚਦੀ ਹਾਂ ਕਿ ਉਸ ਬੰਦੇ ਨੇ ਇੰਨਾ ਵੀ ਨਹੀਂ ਸੋਚਿਆ ਕਿ ਇਸ ਕੁੜੀ ਨੂੰ ਮੈਂ ਜਿੱਥੇ ਰੱਖਿਆ, ਜਿਵੇਂ ਇਹਨੂੰ ਰੱਖਿਆ, ਵੀ ਮੈਂ ਇਹ ਉੱਦਾਂ ਹੀ ਰਹੀ ਆ, ਵੀ ਕਦੇ ਮੈਂ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕੀਤੀ ਉਹ ਤੋਂ, ਜੋ ਬਸ ਹੈ ਠੀਕ ਆ। ਅਗਰ ਅੱਜ ਮੇਰੇ ਕੋਲ ਪੈਸੇ ਹੈਗੇ ਤਾਂ ਵੀ ਠੀਕ, ਅਗਰ ਨਹੀਂ ਹੈਗੇ ਤਾਂ ਵੀ ਠੀਕ ਆ। ਵੀ ਫਿਰ ਵੀ ਉਹ ਨੇ ਮਤਲਬ ਕਿ ਮੈਨੂੰ ਇੱਦਾਂ ਕੀਤਾ। ਅਤੇ ਤੁਹਾਡੇ ਸਹੁਰੇ ਪਰਿਵਾਰ ਦੀ ਗੱਲ ਹੁੰਦੀ ਹੈ ਉਹਨਾਂ ਨਾਲ ਬਾਹਰ? ਹੁਣ ਤੱਕ ਤਾਂ ਉਹੀ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਉਹੀ ਕਹਿ ਦਿੰਦੇ ਸੀ ਕਿ ਸਾਡੀ ਗੱਲ ਨਹੀਂ ਹੁੰਦੀ। ਪਰ ਲਾਸਟ ਜਿਹੜਾ ਕਾਲ ਆਇਆ ਸੀ ਜਦੋਂ ਮੈਂ ਉੱਥੇ ਸੀ, ਤਾਂ ਮੇਰੇ ਫਾਦਰ ਇਨ ਲਾਅ 'ਤੇ ਫੋਨ 'ਤੇ ਉਹਨਾਂ ਦਾ ਫੋਨ ਆਇਆ ਸੀਗਾ। ਮਤਲਬ ਗੱਲ ਹੁੰਦੀ ਹੋਏਗੀ? ਹਾਂਜੀ ਮੈਮ, ਗੱਲ ਹੁੰਦੀ ਹੈਗੀ, ਕਿਉਂਕਿ ਉਹਨਾਂ ਨੂੰ ਜੋ ਵੀ ਇੱਧਰ ਕੋਈ ਐਕਟੀਵਿਟੀ ਹੁੰਦੀ ਆ ਜਾਂ ਸਾਡੇ ਰਿਸ਼ਤੇਦਾਰੀ 'ਚ ਕੋਈ ਫੰਕਸ਼ਨ ਹੁੰਦਾ ਗਾ, ਉਹ ਸਭ ਉਹਨਾਂ ਨੂੰ ਪਤਾ ਹੁੰਦਾ ਸੀਗਾ। ਫਿਰ ਉਹ ਕਿੱਥੋਂ ਪਤਾ ਚੱਲਦਾ? ਫਿਰ ਜਦੋਂ ਅਸੀਂ ਮੇਰੇ ਮਦਰ ਨਾਲ ਡੈਥ ਹੋਈ ਸੀ, ਉਹਨਾਂ ਦਾ ਮਤਲਬ ਕਿ ਫਿਨਰਲ ਸੀਗਾ, ਉੱਥੇ ਆਪਾਂ ਗਏ ਸੀ, ਉਦੋਂ ਵੀ ਮੈਮ ਉਹ ਵੀਡੀਓ ਕਾਲ 'ਤੇ ਉਹਨਾਂ ਨੂੰ ਸਭ ਕੁਛ ਦਿਖਾਇਆ ਜਾ ਰਿਹਾ ਸੀ ਉਹਨਾਂ ਵੱਲੋਂ। ਅਤੇ ਜਦੋਂ ਤੁਸੀਂ ਫੋਨ ਤੁਹਾਡੇ ਹੱਥ ਲੱਗਦਾ ਹੈ, ਤੁਸੀਂ ਸਾਰੀ ਵੀਡੀਓਜ਼ ਦੇਖਦੇ ਹੋ, ਚੈਟਸ ਪੜ੍ਹਦੇ ਹੋ, ਫੋਟੋਜ਼ ਦੇਖਦੇ ਹੋ, ਫਿਰ ਸਹੁਰੇ ਪਰਿਵਾਰ ਨੂੰ ਜਾ ਕੇ ਦੱਸਦੇ ਹੋ ਤਾਂ ਉਹ ਕੀ ਕਹਿੰਦੇ ਹੈ? ਵਿਸ਼ਵਾਸ ਕਰਦੇ ਹੋ? ਉਹਨਾਂ ਨੂੰ ਪਤਾ ਸੀ? ਮੈਮ ਪਹਿਲਾਂ ਜਦੋਂ ਸੀ ਜਿੱਦਾਂ ਪਿੰਡ ਦੇ ਵਿੱਚ ਸੁਣਨ 'ਚ ਸਾਨੂੰ ਪਹਿਲਾਂ ਹੀ ਆ ਰਹੀਆਂ ਸੀ ਇਹ ਗੱਲਾਂ। ਪਾਪਾ ਜਿੱਦਾਂ ਉੱਥੇ ਜੋਬ ਕਰਦੇ ਸੀਗੇ, ਪਾਪਾ ਸੁਣ ਕੇ ਆਉਂਦੇ ਸੀ ਉਹਨਾਂ ਦੇ ਪਿੰਡ ਤੋਂ ਕਿ ਪਿੰਡ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਸੀਗਾ ਕਿ ਮਤਲਬ ਕਿ ਅਸੀਂ ਤੇ ਕੁੜੀ ਨੂੰ ਡਾਈਵੋਰਸ ਦੇ ਦਿੱਤਾ, ਸਾਡੇ ਮੁੰਡੇ ਨੇ ਹੋਰ ਮੈਰਿਜ ਕਰਵਾ ਲਈ ਆ। ਅਤੇ ਵਿੱਚ ਮਤਲਬ ਆ ਗੱਲਾਂ ਕਰ? ਹਾਂਜੀ, ਪਿੰਡ 'ਚ ਇਹ ਗੱਲਾਂ ਚੱਲਦੀਆਂ ਸੀ। ਪਾਪਾ ਮੈਨੂੰ ਆ ਕੇ ਪੁੱਛਦੇ ਹੁੰਦੇ ਸੀਗੇ ਕਿ ਆਹ ਗੱਲ ਮੈਨੂੰ ਅੱਜ ਕਿਸੇ ਨੇ ਦੱਸੀ ਆ ਤੂੰ। ਮੈਂ ਕਹਿੰਦੀ ਸੀ ਨਹੀਂ ਪਾਪਾ, ਇੱਦਾਂ ਦਾ ਕੁਛ ਨਹੀਂ ਹੈਗਾ, ਵੀ ਇੱਦਾਂ ਥੋੜ੍ਹੀ ਨਾ ਹੁੰਦਾ, ਮੈਨੂੰ ਦੱਸੂਗਾ ਉਹ ਅਗਰ ਇੱਦਾਂ ਕਰੂਗਾ, ਇੱਦਾਂ ਨਹੀਂ ਹੈਗਾ, ਉਹ ਤਾਂ ਵੈਸੇ ਹੀ ਬੋਲਦੇ ਆ। ਅਤੇ ਫਿਰ ਬਾਅਦ ਵਿੱਚ ਇਹਦੇ ਮਦਰ ਮਿਲੇ ਸੀ ਪਾਪਾ ਨੇ ਘਰ, ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਉਹਨੂੰ ਪੈਸੇ ਭੇਜੇ ਹੈਗੇ ਮੈਰਿਜ ਕਰਵਾਉਣ ਦੇ ਲਈ। ਫਿਰ ਇਹ ਚੀਜ਼ ਇਹਨੇ ਖੁਦ ਵੀ ਮੰਨੀ ਹੈ ਕਿ ਹਾਂ ਮੇਰੇ ਪੇਰੈਂਟਸ ਨੇ ਮੈਂ 4.5 ਲੱਖ ਰੁਪਇਆ ਮੰਗਵਾਇਆ ਆਪਣੇ ਪੇਰੈਂਟਸ ਤੋਂ ਕਿ ਮੈਂ ਫਲੈਟ ਲੈਣਾ ਸੀ ਅਲੱਗ ਤੋਂ, ਅਤੇ ਕਿਉਂਕਿ ਮੈਂ ਮੈਰਿਜ ਕਰਵਾਉਣੀ ਸੀ, ਫਿਰ ਉਹ ਮੈਂ ਬੋਆਇਜ਼ ਦੇ ਨਾਲ ਤਾਂ ਰਹਿ ਨਹੀਂ ਸਕਦਾ ਜਿੱਦਾਂ ਪਹਿਲਾਂ ਰਹਿ ਰਿਹਾ ਸੀਗਾ ਉਹ ਬੋਆਇਜ਼ ਦੇ ਨਾਲ, ਅਤੇ ਵੀ ਮੈਂ ਅਲੱਗ ਤੋਂ ਮਤਲਬ ਕਿ ਇੱਕ ਫਲੈਟ ਲੈਣ ਵਾਸਤੇ, ਹਾਂਜੀ, ਕਿ ਮੈਂ ਆਪਣੇ ਘਰਦਿਆਂ ਤੋਂ ਪੈਸੇ ਮੰਗਵਾਏ ਆ। ਬੇਟੇ ਦੀ ਵੀ ਨਹੀਂ ਗੱਲ ਹੋਈ ਫਾਦਰ ਸਾਹਿਬ ਨਾਲ ਆਪਣੇ? ਨਹੀਂ ਮੈਮ, ਇਹਦੇ ਨਾਲ ਵੀ ਉਹਨੇ ਕੋਈ ਗੱਲ ਨਹੀਂ ਕੀਤੀ ਆ।
ਬਸ ਲਾਸਟ ਜਿਹੜੀ ਕਾਲ ਹੋਈ ਸੀ ਬਸ ਉਹਦੇ ਵਿੱਚ ਇਹਨੇ ਜਦੋਂ ਗੱਲ ਕੀਤੀ ਇਹਨੇ ਐਵੇਂ ਕਿਹਾ ਕਿ ਬਸ ਇਹਨੇ ਐਵੇਂ ਕਿਹਾ ਸੀਗਾ ਕਿ ਪਾਪਾ ਮੇਰੇ ਨਾਲ ਗੱਲ ਕਰ ਲਿਆ ਕਰੋ, ਮੈਂ ਕੱਪੜੇ ਲੈਣੇ ਆ, ਮੈਨੂੰ ਪੈਸੇ ਭੇਜ ਦਿਓ, ਮੈਨੂੰ ਇਹ ਸਭ। ਤਾਂ ਮੈਂ ਵੀ ਉਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਐਟਲੀਸਟ ਮਤਲਬ ਜੋ ਤੁਸੀਂ ਕਰ ਲਿਆ ਠੀਕ ਹੈ, ਐਟਲੀਸਟ ਬੱਚੇ ਨਾਲ ਗੱਲ ਕਰ ਲਿਆ ਕਰੋ, ਇਹਨੂੰ ਐਂ ਲੱਗੇ ਕਿ ਹਾਂ ਮੇਰੇ ਪਾਪਾ ਹੈਗੇ ਆ। ਕਹਿੰਦਾ ਹਾਂ ਕੋਈ ਗੱਲ ਨਹੀਂ, ਇਹਦੇ ਨਾਲ ਤਾਂ ਮੈਂ ਗੱਲ ਕਰ ਲਿਆ ਕਰੂੰਗਾ। ਪਰ ਮੈਂ ਵੀ ਇਸ ਚੀਜ਼ ਨੂੰ ਵੀ ਸਾਲ ਡੇਢ ਸਾਲ ਹੋ ਗਿਆ, ਉਸ ਤੋਂ ਬਾਅਦ ਇਹਨੇ ਕੋਈ ਫੋਨ ਨਹੀਂ, ਕੁਛ ਨਹੀਂ ਕੀਤਾ ਅਰਨਬ ਨੂੰ ਵੀ। ਤੁਸੀਂ ਚਾਹੁੰਦੇ ਕੀ ਹੋ, ਕੀ ਡਿਮਾਂਡ ਹੈ ਤੁਹਾਡੀ? ਬਸ ਮੈਮ ਹੁਣ ਤੇ ਮੇਰੀ ਮਤਲਬ ਮੈਂ ਸਭ ਜਗ੍ਹਾ 'ਤੇ ਜਾ ਕੇ ਦੇਖ ਲਿਆ, ਹੁਣ ਤੇ ਮੇਰੀ ਇਹੀ ਹੈਗੀ ਹੈ ਕਿ ਵੀ ਤੁਸੀਂ ਦੱਸੋ ਕਿ ਹੁਣ ਬੱਚੇ ਨੂੰ ਲੈ ਕੇ ਮੈਂ ਕਿੱਥੇ ਜਾਵਾਂ। ਜਾਂ ਤਾਂ ਉਸ ਬੰਦੇ ਨੂੰ ਇੱਥੇ ਬੁਲਾਓ, ਇੱਥੇ ਬਿਠਾ ਕੇ ਉਹਨੂੰ ਵੀ ਇੱਧਰ ਪਕਾਈ ਕਰਾਓ ਕਿ ਜਿੱਦਾਂ ਅਸੀਂ ਫਿਰ ਰਹੇ ਹਾਂ ਤਾਂ ਉਹ ਵੀ ਇੱਦਾਂ ਹੀ ਫਿਰੇ, ਅਤੇ ਨਹੀਂ ਫਿਰ ਮੇਰੇ ਬੱਚੇ ਨੂੰ ਉਹਦਾ ਬਣਦਾ ਹੱਕ ਦੇ ਦਿਓ, ਵੀ ਖ਼ਤਮ ਕਰ ਦਿਓ ਇਹ ਸਭ ਚੀਜ਼ਾਂ। ਹੁਣ ਅਸੀਂ ਹੋਰ ਨਹੀਂ ਸਹਿ ਸਕਦੇ ਹੈਗੇ। ਇਸ ਵਕਤ ਤੁਹਾਡੇ ਸਹੁਰੇ ਪਰਿਵਾਰ ਦਾ ਕੀ ਕਹਿਣਾ ਹੈ, ਉਹਨਾਂ ਨਾਲ ਗੱਲ ਕਰ ਸਕਦੇ ਹਾਂ? ਹਾਂਜੀ ਤੁਸੀਂ ਕਰ ਸਕਦੇ ਹੋ। ਤਾਂ ਹੁਣ ਕਾਲ 'ਤੇ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੇ ਸਹੁਰਾ ਸਾਹਿਬ ਨਾਲ। ਤਾਂ ਦੇਖਦੇ ਹਾਂ ਕਿ ਜੋ ਉਹਨਾਂ ਵੱਲੋਂ ਕਿਹਾ ਗਿਆ ਕਿ ਲੀਗਲੀ ਮੈਂ ਚਾਹੁੰਦੀ ਹਾਂ ਕਿ ਸੌਟ ਹੋ ਜਾਏ, 6 ਵਾਰ ਹੋ ਚੁੱਕੇ ਕਿ ਲੀਗਲੀ ਸੌਟ ਨਹੀਂ ਕਰਨ ਦੇ ਰਹੇ। ਤਾਂ ਨਾਜਰ ਸਿੰਘ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਸਰ। ਹੈਲੋ, ਨਾਜਰ ਸਿੰਘ ਜੀ ਨਾਲ ਗੱਲ ਹੋ ਰਹੀ ਹੈ? ਹੈਲੋ, ਹਾਂਜੀ, ਨਾਜਰ ਸਿੰਘ ਜੀ ਨਾਲ ਗੱਲ ਹੋ ਰਹੀ ਹੈ? ਹਾਂ ਜੀ ਸਰ, ਮੈਂ ਤੁਹਾਡੀ ਨੂੰਹ ਸਰਬਜੀਤ ਕੌਰ ਜੀ ਨਾਲ ਬੈਠੀ ਹੋਈ ਹਾਂ ਇਸ ਵਕਤ। ਹਾਂਜੀ, ਤੁਹਾਡੀ ਨੂੰਹ ਨਾਲ ਬੈਠੀ ਹਾਂ ਮੈਂ ਇਸ ਵਕਤ, ਸਰਬਜੀਤ ਕੌਰ ਨਾਲ। ਕੀ? ਤੁਹਾਡੀ ਨੂੰਹ ਨਾਲ ਇਸ ਵਕਤ ਬੈਠੀ ਹੋਈ ਹਾਂ ਸਰ, ਮੈਂ ਮੀਡੀਆ ਤੋਂ ਗੱਲ ਕਰ ਰਹੀ ਹਾਂ। ਅੱਛਾ ਜੀ। ਹਾਂਜੀ ਸਰ, ਇਹਨਾਂ ਦਾ ਕਹਿਣਾ ਹੈ ਕਿ ਇਹ 6 ਵਾਰ ਅਪਲਾਈ ਕਰ ਚੁੱਕੇ ਕਿ ਲੀਗਲੀ ਤੌਰ ਤੇ ਸੈਟਲਮੈਂਟ ਕਰਨਾ ਚਾਹੁੰਦੇ ਆ। 6 ਵਾਰ ਇਹ ਗੱਲ ਕਰ ਚੁੱਕੇ ਹੈ, ਸੈਟਲਮੈਂਟ ਕਰਨਾ ਚਾਹੁੰਦੇ। ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਰਾਹ ਪੱਲਾ ਨਹੀਂ ਫੜਾ ਰਹੇ। ਮੈਨੂੰ ਸੁਣਦਾ ਘੱਟ ਆ, ਮੈਂ ਇੱਥੇ ਕੋਈ ਆ ਗਿਆ ਤਾਂ ਉਹਦੇ ਨਾਲ ਗੱਲ ਕਰਾ ਦੂੰ ਤੁਹਾਡੇ। ਹੈਲੋ, ਹੈਲੋ, ਹਾਂਜੀ ਹਾਂਜੀ ਸਰ। ਹਾਂ ਮੈਨੂੰ ਸੁਣਦਾ ਘੱਟ ਆ, ਜੇ ਪਿੱਛੇ ਆ ਗਿਆ ਤਾਂ ਮੈਂ ਤੁਹਾਡੀ ਗੱਲ ਕਰਾ ਦੂੰਗਾ। ਇਹਨਾਂ ਦਾ ਕਹਿਣਾ ਹੈ ਦੱਸ ਦੂੰਗਾ। ਹਾਂ, ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਇਹਨਾਂ ਨੂੰ ਘਰ ਲਿਆਉਣ ਲਈ ਰਾਜੀ ਨਹੀਂ ਹੋ, ਸਹੀ ਹੈ? ਹਾਂਜੀ ਹਾਂਜੀ, ਤੁਸੀਂ ਘਰ ਨਹੀਂ ਲਿਆਉਣਾ ਚਾਹੁੰਦੇ ਆਪਣੀ ਨੂੰਹ ਨੂੰ? ਹਾਂ ਕਿਉਂ ਨਹੀਂ ਲਿਆਉਣਾ ਚਾਹੁੰਦੇ? ਘਰ ਅਸੀਂ ਲੈ ਆਉਂਦੇ, ਮੁੰਡਾ ਵੀ ਆਉਂਦਾ ਸੀ, ਕਿਸੇ ਨੂੰ ਆਉਂਦਾ ਸੀ ਮੈਂ ਆ ਜਾਂਦਾ ਵੇ। ਉਹ ਕਹਿੰਦੇ ਤੁਸੀਂ ਲਿਆਉਣਾ ਨਹੀਂ ਚਾਹੁੰਦੇ ਘਰ? ਹਾਂ, ਉਹ ਕਹਿੰਦੇ ਤੁਸੀਂ ਘਰ ਲੈ ਕੇ ਆਉਣਾ ਨਹੀਂ ਚਾਹੁੰਦੇ ਉਹਨਾਂ ਨੂੰ? ਕੌਣ? ਤੁਹਾਡੀ ਨੂੰਹ ਦਾ ਕਹਿਣਾ ਹੈ। ਨਹੀਂ ਉਹਨੂੰ ਤਾਂ ਅਸੀਂ ਆਖਿਆ ਸੀ, ਅੱਗੇ ਵੀ ਆਖਿਆ ਸੀ ਵੀ ਆਪਦੇ ਤੁਸੀਂ ਘਰੇ ਆਓ। ਹੁਣ ਸਾਡੇ ਤਾਂ ਘਰੇ ਕੋਈ ਨਹੀਂ, ਸਾਡੇ ਘਰ ਦੇ ਸੀ ਉਹ ਵੀ ਮਰ ਗਏ, ਮੈਂ ਘਰੇ ਕਰਨਾ ਇੱਥੇ। ਤੁਹਾਡੇ ਦੁੱਲੇ ਜਾਣੇ ਆ ਜਾਣ, ਸਾਡਾ ਘਰ ਬਸ ਜੇ। ਤੁਹਾਡੇ ਪੁੱਤ ਨਾਲ ਗੱਲ ਹੁੰਦੀ ਹੈ? ਹਾਂ, ਤੁਹਾਡੇ ਪੁੱਤ ਨਾਲ ਗੱਲ ਹੁੰਦੀ ਹੈ? ਸੰਦੀਪ ਨਾਲ ਗੱਲ ਹੁੰਦੀ ਹੈ? ਨਹੀਂ ਹੁਣ ਨਹੀਂ ਹੋਈ। ਮੇਰੇ ਨਾਲ ਉਹ 10 ਸਾਲ ਦਾ ਲੜਿਆ ਵਾ, ਮੇਰੇ ਨਾਲ ਗੱਲ ਘੱਟ ਕਰਦਾ ਉਹ। ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਕਿਸੇ ਤੋਂ ਕਰਾਉ, ਕਿਸੇ ਹੋਰ ਬੰਦੇ ਦੀ ਗੱਲ ਕਰਾ ਦਿੰਦਾ ਹੁੰਦਾ ਉਹਦੇ ਨਾਲ। ਤੁਹਾਡੇ ਨਾਲ ਨਹੀਂ ਗੱਲ ਹੁੰਦੀ? ਨਹੀਂ ਮੇਰੇ ਨਾਲ ਨਹੀਂ। ਇਹ ਤਾਂ ਇਹਨਾਂ ਨੇ 5 ਸਾਲ ਹੁਣ ਉਹਨੂੰ ਹੋ ਗਏ ਤੇ ਇਹਨਾਂ ਨੇ ਪੈਸੇ ਲੈ ਕੇ ਭੇਜਿਆ ਭਗਾਉਣ ਵਾਲਿਆਂ ਨੇ। ਇਹਨਾਂ ਦਾ ਖਰਚਾ ਇਹਨਾਂ ਨੇ ਕਰਿਆ ਸੀ। ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਤਾਂ ਦੁਖੀ ਹੋ ਕੇ ਬਾਹਰ ਗਏ ਹੋ। ਹਾਂ, ਉਹ ਕਹਿੰਦੇ ਕਿ ਤੁਸੀਂ ਤੰਗ ਪਰੇਸ਼ਾਨ ਕਰਦੇ ਸੀ ਤਾਂ ਕਰਕੇ ਦੁਖੀ ਹੋ ਕੇ ਉਹ ਬਾਹਰ ਗਏ ਹੈ। ਨਹੀਂ ਇਹ ਜੀ ਗੱਲ ਨਹੀਂ ਕੋਈ ਵੀ। ਤੁਹਾਨੂੰ ਪਤਾ ਤੁਹਾਡੇ ਮੁੰਡੇ ਦਾ ਬਾਹਰ ਵਿਆਹ ਹੋਇਆ ਹੋਇਆ ਹੈ? ਉਹਨਾਂ ਇੰਗਲੈਂਡ ਗਏ ਸੀ ਪਹਿਲਾਂ 5 ਸਾਲ ਲਾ ਕੇ ਇੰਗਲੈਂਡ। ਮੈਂ ਤਾਂ 1.5 ਕਿੱਲਾ ਵੇਚ ਕੇ ਤੋਰੇ ਸੀ, ਮੈਨੂੰ ਤਾਂ ਕੁਝ ਦਿੱਤਾ ਨਹੀਂ ਉਹਨਾਂ ਨੇ। ਤੁਹਾਨੂੰ ਪਤਾ ਕਿ ਬਾਹਰ ਤੁਹਾਡੇ ਮੁੰਡੇ ਦਾ ਵਿਆਹ ਹੋਇਆ ਹੈ ਦੂਜਾ? ਖਰਚਾ ਕਰਿਆ ਵਾ, ਹੁਣ ਭਗਾਉਣ ਵਾਲੇ ਨੇ ਲਾਏ ਸੀ ਪੈਸੇ ਇਹਨਾਂ ਦੀ ਖਾਤਰ। ਹੁਣ ਉਹਨਾਂ ਨਾਲ ਉਹ ਵੀ ਖੰਡ ਪਾਈ ਜਾਂਦਾ। ਤੁਹਾਡੇ ਮੁੰਡੇ ਦਾ ਬਾਹਰ ਵਿਆਹ ਹੋਇਆ ਹੋਇਆ ਹੈ, ਤੁਹਾਨੂੰ ਪਤਾ ਹੈ? ਨਹੀਂ ਕੋਈ ਵਿਆਹ ਨਹੀਂ ਹੋਇਆ। ਉਹ ਕਹਿੰਦਾ ਵੀ ਸਰਬਜੀਤ ਨੂੰ ਉਹਨੇ ਆਪ ਫੋਨ ਲਾਇਆ ਸੀ, ਕਹਿੰਦਾ ਵੀ ਕੇਸ ਵਾਪਸ ਲੈ ਲਾ, ਮੈਂ ਇੱਥੇ ਪਿੰਡ ਆ ਜਾਣਾ। ਅੱਛਾ, ਹੁਣ ਜੇ ਤੁਹਾਡੀ ਨੂੰਹ ਘਰ ਆਣਾ ਚਾਹੁੰਦੀ ਹੈ, ਤੁਸੀਂ ਰੱਖੋਗੇ ਉਹਨੂੰ ਘਰ? ਆਪਣੇ ਪੋਤੇ ਦੇ ਨਾਮ ਕਰੋਗੇ ਪ੍ਰਾਪਰਟੀ, ਇਕਤੀਆ ਹਿੱਸਾ ਦੋਗੇ ਉਹਨੂੰ? ਕਿਵੇਂ? ਆਪਣੇ ਪੋਤੇ ਦੇ ਨਾਮ ਆਪਣੇ ਘਰ ਦਾ ਕੁਝ ਮਕਾਨ ਕਰੋਗੇ, ਉਹਦੇ ਨਾਮ ਹਿੱਸਾ ਦੋਗੇ ਆਪਣੇ ਪੋਤੇ ਨੂੰ? ਸੁਣਿਆ ਨਹੀਂ ਕੀ ਕਹਿੰਦਾ। ਜੇ ਤੁਹਾਡੀ ਨੂੰਹ ਘਰ ਆਣਾ ਚਾਹੁੰਦੀ ਹੈ ਤਾਂ ਆਪਣੇ ਪੋਤੇ ਦੇ ਨਾਮ ਉਹਦਾ ਬਣਦਾ ਹਿੱਸਾ ਦੋਗੇ, ਉਹਦੇ ਨਾਮ ਕਰੋਗੇ? ਵੀ ਉਹ ਬੱਚੇ ਦੇ ਨਾਮ? ਹਾਂਜੀ, ਪੰਚਾਇਤਨਾਮਾ ਕਰੋਗੇ? ਰਾਜ਼ੀਨਾਮਾ ਹੋਏਗਾ ਲੀਗਲੀ ਤੌਰ ਤੇ? ਲੀਗਲ? ਹਾਂ
ਆਹੋ ਉਹਨੂੰ ਕਿਹਾ ਤਾਂ ਹੈ, ਮੁੰਡੇ ਦੀ ਗੱਲ ਹੋਈ ਹੈ ਸਿੱਧੀ ਡਾਇਰੈਕਟ ਹੋਈ ਹੈ, ਮੈਨੂੰ ਕਿਸੇ ਨੇ ਦੱਸਿਆ ਸਿੱਧੀ ਗੱਲ ਹੋਈ ਆ ਵੀ ਉਹ ਕਹਿੰਦਾ ਤੂੰ ਕੇਸ ਵਾਪਸ ਲੈ ਲੈ ਬਰਨਾਲੇ ਵਾਲਾ ਤੇ ਮੈਂ ਘਰੇ ਆ ਜਾਣਾ ਤੇ ਮੈਂ ਤੈਨੂੰ ਘਰੇ ਲੈ ਜਾਣਾ। ਮੈਂ ਕਿ ਜਿਹੜੀ ਗਲਤੀ ਮੈਥੋਂ ਹੋ ਗਈ ਚੱਲ ਮੈਨੂੰ ਮਾਫ ਕਰ ਦੇ ਵੇਖੇ। ਤੁਹਾਡੀ ਨੂੰਹ ਨੂੰ 2 ਸਾਲ ਹੋ ਗਏ ਇੱਥੇ ਆਪਣੇ ਪੇਕੇ ਬੈਠਿਆ, ਤੁਸੀਂ ਬੁਲਾਇਆ 5 ਸਾਲ ਹੋ ਗਏ ਇੱਥੇ ਬੈਠਿਆ, ਤੁਸੀਂ ਉਦੋਂ ਬੁਲਾਇਆ ਨਹੀਂ 5 ਸਾਲ? ਇਹਨੇ ਤੁਸੀਂ ਘਰ ਨਹੀਂ ਬੁਲਾਇਆ ਆਪਣੀ ਨੂੰਹ ਨੂੰ 5 ਸਾਲ ਹੋ ਗਏ? ਨਾ ਮੇਰੇ ਨਾਲ ਬੋਲਦੇ ਹੀ ਨਹੀਂ ਉਹ, ਮੇਰੇ ਤੇ ਤਾਂ ਸਗਾ ਇਲਜ਼ਾਮ ਲਾਉਂਦੇ ਆ ਕੋਈ ਨਾ ਕੋਈ, ਪੁੱਠਾ ਸਿੱਧਾ ਇਲਜ਼ਾਮ ਲਾਉਂਦੇ ਆ। ਤਾਂ ਕੀ ਇਲਜ਼ਾਮ ਕੀ ਲਾਉਂਦੇ ਤੁਹਾਡੇ ਤੇ? ਹਾਂਜੀ ਕੀ ਇਲਜ਼ਾਮ ਲਾਉਂਦੇ ਆ ਤੁਹਾਡੇ ਤੇ? ਵੀ ਕੋਈ ਉਹ ਇੱਥੇ ਮੇਰਾ ਪੇਪਰ ਜਿਹਾ ਕਢਾਇਆ ਵਾ, ਉਹਦੇ ਦਿਖਾਉਂਗਾ, ਉਹਦੇ ਚ ਲਿਖਿਆ ਵਾ ਵੀ ਮੇਰਾ ਸਹੁਰਾ ਮੇਰੇ ਨਾਲ ਛੇੜਖਾਨੀ ਕਰਦਾ ਸੀ। ਇਹ ਤੁਹਾਡੀ ਮੇਰਾ ਨੂੰਹ ਪੇਪਰ ਕਢਾਇਆ ਵਾ ਉਹਨਾਂ ਨੇ ਜਿਹੜਾ ਪਾਇਆ ਸੀ ਇੱਥੇ ਨੈਟ ਨੋਟ ਤੇ, ਉਹਦੇ ਉੱਤੇ ਲਿਖਿਆ ਵਾ, ਇਹ ਵੀ ਬੋਲੀ ਜਾਂਦੀ ਹੈ। ਤੁਹਾਡੀ ਨੂੰਹ ਮੇਰੇ ਨਾਲ ਹੀ ਬੈਠੀ ਇਸ ਵਕਤ, ਤੁਹਾਡੀ ਗੱਲ ਕਰਾਵਾਂ? ਨਹੀਂ ਮੈਂ ਤਾਂ ਨਹੀਂ ਕਰਨੀ ਜੀ, ਦੇਖੋ ਮੈਂ ਹਾਂ ਉਹ ਪਿਆਰ ਆ ਇਹਨਾਂ ਨੂੰ ਲਿਆਉਣ ਨੂੰ ਪਿਆਰ ਆ। ਦੇਖੋ ਫਿਰ ਤੁਸੀਂ ਗੱਲ ਹੀ ਨਹੀਂ ਕਰੋਗੇ ਤਾਂ ਉਹ ਘਰ ਆ ਕੇ ਰਹੇਗੀ ਕਿਵੇਂ? ਗੱਲ ਕਰ ਲਾਂਗੇ ਇਕੱਠੇ ਜਦੋਂ ਹੋ ਗਏ ਅਸੀਂ। ਉਹ ਹਾਂਜੀ ਕੇਸ ਵਾਪਸ ਲੈ ਲੈ ਮੁੰਡਾ ਦਾ, ਮੈਂ ਇੱਥੇ ਆ ਜਾਊਂਗਾ, ਅਸੀਂ ਆਪਦਾ ਸਾਰੇ ਘਰ ਬਸਾਵਾਂਗੇ ਪੂਰਾ ਵਧੀਆ। ਦੇਖੋ ਤੁਹਾਡੀ ਹੋਈ ਗੱਲ, ਮਤਲਬ ਆਪਣੇ ਪੁੱਤ ਨਾਲ ਗੱਲ ਹੋਈ ਹੈ ਤੁਹਾਡੀ? ਠੀਕ ਹੈ ਜੀ। ਤੁਹਾਡੀ ਹਾਂ ਮੇਰੀ ਉਦੋਂ ਗੱਲ ਹੋਈ ਸੀ, ਸਾਡੇ ਘਰ ਦੇ 2 ਮਹੀਨੇ ਹੋ ਗਏ ਮਰੇ ਤੇ ਉਦੋਂ ਹੋਈ ਸੀ ਮੇਰੀ ਗੱਲ ਉਹਦੇ ਨਾਲ। ਤੇ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਪੁੱਤ ਨੂੰ ਬੇਦਖਲ ਕੀਤਾ ਹੋਇਆ ਹੈ। ਹਾਂ ਮੇਰਾ ਅਖਬਾਰ ਚ ਕਢਾਏ ਗਏ ਦੋਨੇ। ਤੁਹਾਡਾ ਪੁੱਤ ਤੁਹਾਡੀ ਨੂੰਹ ਨਾਲ ਪਿਛਲੇ 2 ਸਾਲਾਂ ਤੋਂ ਗੱਲ ਨਹੀਂ ਕਰ ਰਿਹਾ, ਕੋਈ ਪਤਾ ਹੈ ਤੁਹਾਨੂੰ? ਕਿਵੇਂ? 2 ਸਾਲ ਤੋਂ ਤੁਹਾਡੇ ਪੁੱਤ ਨੇ ਤੁਹਾਡੀ ਨੂੰਹ ਨਾਲ ਕੋਈ ਗੱਲ ਨਹੀਂ ਕੀਤੀ, ਤੁਹਾਨੂੰ ਪਤਾ ਹੈ ਇਸ ਬਾਰੇ? ਸਾਨੂੰ ਤਾਂ ਇਸ ਬਾਰੇ ਪਤਾ ਨਹੀਂ, ਜਾਣੀ ਸਾਨੂੰ ਗੱਲ ਸੁਣ ਲਾ, ਸਾਡੇ ਘਰ ਦੇ ਨਾਲ ਤਰਸਦੇ ਮਰ ਗਏ, ਮੁੰਡੇ ਨੂੰ ਵੀ ਮੇਰੇ ਨਾਲ ਗੱਲ ਕਰਨਾ ਦੇਖੋ। ਇਹਨਾਂ ਨੇ 5 ਸਾਲ ਸਾਡੀ ਕੋਈ ਗੱਲ ਨਹੀਂ ਸੁਣੀ, ਇਹਨਾਂ ਨੇ ਹੁਣ 5 ਸਾਲ ਹੋ ਗਏ। ਚਲੋ ਠੀਕ ਹੈ ਬਾਪੂ ਜੀ, ਤੁਹਾਡੀ ਨੂੰਹ ਤੁਹਾਡੇ ਨਾਲ ਗੱਲ ਕਰੇਗੀ ਤਾਂ ਤੁਸੀਂ ਇਸ ਮਸਲੇ ਨੂੰ ਜ਼ਰੂਰ ਸਮਝੌਤਾ ਕਰਿਓ, ਤਾਂ ਕਿਉਂਕਿ ਬੱਚੇ ਦਾ ਜੋ ਫਿਊਚਰ ਹੈ, 8 ਸਾਲਾ ਬੱਚੇ ਦਾ ਫਿਊਚਰ ਹੈ, ਉਹ ਕਿਤੇ ਨਾ ਕਿਤੇ ਦਾਅ ਤੇ ਲੱਗਿਆ ਹੋਇਆ ਹੈ, ਕਿਉਂਕਿ ਵੱਡਿਆਂ ਦੀ ਲੜਾਈ ਵਿੱਚ ਤੁਹਾਡੀ ਨੂੰਹ ਹੁਣ ਤੁਹਾਡੇ ਨਾਲ ਗੱਲ ਕਰੇਗੀ ਤਾਂ ਤੁਸੀਂ ਉਹਨਾਂ ਨਾਲ ਗੱਲ ਕਰਿਓ, ਰਾਜ਼ੀਨਾਮਾ ਕਰ ਲਿਓ। ਹਾਂ ਰਾਜੀਨਾਮਾ ਵਾਸਤੇ ਮੇਰੇ ਬੰਦਿਆਂ ਨੂੰ ਕਿਹਾ ਵਾ, 2-3 ਨੂੰ ਕਿਹਾ ਵਾ। ਸਾਡਾ ਗੁਆਂਢੀ ਹੈ, ਉਹਦੇ ਨਾਲ ਮੈਂ ਗੱਲ ਕਰਾਉਂ ਤੁਹਾਡੀ ਸ਼ਾਮ ਨੂੰ। ਹਾਂਜੀ ਹੁਣ ਤੁਹਾਡੀ ਨੂੰਹ ਤੁਹਾਡੇ ਨਾਲ ਗੱਲ ਕਰੇਗੀ, ਫਿਰ ਤੁਸੀਂ ਉਹਨਾਂ ਨਾਲ ਗੱਲ ਕਰਕੇ, ਤੁਹਾਡੀ ਪਹਿਲਾਂ ਵੀ ਲਿਖਤ ਹੋਈ ਹੈ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਘਰ ਰਹਿਣਗੇ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਘਰੋਂ ਬਾਹਰ ਕੱਢਤਾ। ਪਹਿਲੇ ਵੀ ਲਿਖਤ ਹੋਈ ਸੀਗੀ, ਲਿਖਤੀ ਰੂਪ ਵਿੱਚ ਪਹਿਲੇ ਗੱਲ ਹੋਈ ਸੀ ਜਦੋਂ ਤੁਹਾਡੀ ਨੂੰਹ ਤੇ ਤੁਹਾਡਾ ਪੋਤਾ ਘਰ ਵਾਪਸ ਆਏ ਸੀ, ਪਰ ਬਾਅਦ ਚ ਉਹਨਾਂ ਨੂੰ ਫਿਰ ਘਰੋਂ ਬਾਹਰ ਕੱਢਿਆ ਗਿਆ। ਹਾਂ 20-21 ਦਿਨ ਇੱਥੇ ਵਧੀਆ ਰਹਿ ਕੇ ਗਏ ਆ, ਤਾਂ ਆਪ ਹੀ ਉੱਠ ਗਏ ਮੁੜ ਕੇ। ਆਪ ਗਏ ਕਿ ਤੁਸੀਂ ਕੱਢਿਆ? ਇਹਨਾਂ ਨੂੰ ਪਤਾ ਲੱਗੇ ਗੱਪ ਮਾਰਦੀ ਫਿਰ ਕੀ ਕਹਿਣਾ। ਦੇਖੋ 21 ਦਿਨ ਇੱਥੇ ਰਹੀ ਆ ਮੈਂ, ਵਧੀਆ ਕੂਲਰ ਲਿਆ ਕੇ ਦਿੱਤਾ 10,000 ਦਾ, ਫਿਰ ਬਾਹਰ ਲਵਾ ਕੇ ਦਿੱਤਾ 5,000 ਦਾ, ਬੱਚੇ ਨੂੰ ਸਾਈਕਲ ਲਿਆ ਕੇ ਦਿੱਤਾ, ਫੀਸ ਮੈਂ ਭਰ ਕੇ ਆਂਦੀ ਬੱਚੇ ਦੀ। ਫਿਰ ਗਏ ਕਿਉਂ? ਕੀ ਪਤਾ, ਇਹਨਾਂ ਨੂੰ ਪੁੱਛਿਆ ਹੀ ਹੁੰਦਾ, ਬੈਠੀ ਨੇ ਪੁੱਛ ਲਓ। ਮੈਨੂੰ ਤਾਂ ਤੀਜੇ ਤੇ ਉੱਥੇ ਦਿਨ ਸਾਹਮਣ ਆ ਗਏ ਸੀ ਉੱਥੋਂ ਪੁਲਿਸ ਵਾਲਿਆਂ ਦੇ, ਇਹ ਕੇਸ ਕਰਤਾ ਜਾ ਕੇ। ਜੀ ਚਲੋ ਠੀਕ ਹੈ ਬਾਪੂ ਜੀ, ਹੁਣ ਤੁਹਾਡੀ ਨੂੰਹ ਤੁਹਾਡੇ ਨਾਲ ਗੱਲ ਕਰੇਗੀ। ਠੀਕ ਆ। ਤਾਂ ਕੁਝ ਫੋਟੋਜ਼ ਵੀ ਨੇ, ਹੁਣੇ ਇਹਨਾਂ ਦੇ ਸਹੁਰਾ ਸਾਹਿਬ ਨਾਲ ਅਸੀਂ ਤੁਹਾਡੀ ਗੱਲ ਕਰਾਈ, ਜੋ ਉਹਨਾਂ ਦਾ ਕਹਿਣਾ ਹੈ ਲਿਖਤੀ ਰੂਪ ਵਿੱਚ ਜੋ ਗੱਲ ਹੋਈ ਸੀ, ਉਹ ਵੀ ਇਸ ਵਕਤ ਕਾਗਜ਼ ਵੀ ਇੱਥੇ ਪਏ ਨੇ ਕਿ ਕਿਸ ਤਰ੍ਹਾਂ ਗੱਲ ਹੁੰਦੀ ਹੈ। 20-21 ਦਿਨ ਕੁੜੀ ਉੱਥੇ ਰਹਿ ਕੇ ਵੀ ਆਉਂਦੀ ਹੈ ਆਪਣੇ ਪੁੱਤ ਨਾਲ, ਪਰ ਉਸ ਤੋਂ ਬਾਅਦ ਕੁਝ ਕਾਰਨਾਂ ਕਰਕੇ ਫਿਰ ਆਪਣੇ ਘਰ ਬੈਠੀ ਹੋਈ ਹੈ। ਤਾਂ ਘੱਟੋ ਘੱਟ 5 ਸਾਲ ਹੋ ਗਏ ਇੱਥੇ ਸਰਬਜੀਤ ਕੌਰ ਆਪਣੇ ਪੇਕੇ ਘਰ ਰਹਿ ਰਹੀ ਹੈ, ਤੇ ਫੋਟੋਜ਼ ਵੀ ਨੇ ਜੋ ਕਿ ਉਹ ਮੈਮ ਝੂਠ ਬੋਲ ਰਹੇ ਹੈਗੇ, ਹੁਣ ਮੇਰਾ ਗੱਲ ਕਰਨ ਨੂੰ ਮੰਨ ਲਈ। ਹੁਣ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਉਹਨਾਂ ਨਾਲ? ਇੰਨੇ ਝੂਠ ਬੋਲਤੇ ਆ ਮੈਮ, ਇੰਨਾ ਕੁਛ ਕਰਤਾ ਮੇਰੇ ਨਾਲ। ਔਰ ਉੱਥੇ ਫੂਲ ਥਾਣੇ ਦੇ ਵਿੱਚ ਉੱਥੇ ਇਹਨਾਂ ਨੇ ਬੋਲਿਆ ਕਿ ਅਗਰ ਅਸੀਂ ਇਹਨੂੰ ਲੈ ਗਏ ਆ ਨਾ, ਤਾਂ ਵੀ ਉਹਨਾਂ ਦੇ ਸਾਹਮਣੇ ਬੋਲਿਆ, ਫੂਲ ਸਾਹਮਣੇ ਬੋਲਿਆ ਕਿ ਅਗਰ ਇਸ ਨੂੰ ਲੈ ਗਏ ਆ ਨਾ, ਇਹਨੇ ਸਾਨੂੰ ਰੋਟੀ 'ਚ ਜ਼ਹਿਰ ਪਾ ਕੇ ਦੇ ਦੇਣੀ ਆ, ਸਾਨੂੰ ਮਾਰ ਦੇਣਾ। ਇਹ ਉਹਨਾਂ ਨੇ ਬੋਲਿਆ ਮੈਮ। ਅੱਜ ਇਹ ਸਾਰੀਆਂ ਚੀਜ਼ਾਂ ਤੇ ਫੇਰ ਇਹ ਮੁੱਕਰ ਜਾਂਦੇ। ਹੁਣ ਮੈਂ ਇਹਨਾਂ ਨਾਲ ਇਸ ਤਰ੍ਹਾਂ ਇੱਦਾਂ ਨਹੀਂ ਗੱਲ ਕਰਨੀ। ਮੈਂ ਉਸ ਦਿਨ ਵੀ ਇਹਨਾਂ ਨੇ ਇਹੀ ਕਿਹਾ ਕਿ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਮੇਰੀ ਅਗਰ ਹੁਣ ਮੈਨੂੰ ਕੁਛ ਹੋ ਗਿਆ ਤਾਂ ਇਹ ਕੁੜੀ ਜ਼ਿੰਮੇਵਾਰ ਆ।
ਇੱਦਾਂ ਹੀ ਜਦੋਂ ਅਸੀਂ ਇੱਦਾਂ ਗੱਲ ਕਰਦੇ ਮੈਂ ਇੱਦਾਂ ਹੀ ਕਹਿ ਦਿੰਦੇ ਕਿ ਹਾਂ ਅਸੀਂ ਲਿਆਉਣ ਲਈ ਤਿਆਰ ਹਾਂ। ਹੁਣ ਜਦੋਂ ਅਸੀਂ ਲੀਗਲੀ ਮੰਗਦੇ ਉਦੋਂ ਫਿਰ ਮੁੱਕਰ ਜਾਂਦੇ। 6 ਵਾਰ ਹੋ ਚੁੱਕਿਆ। ਉਹ ਫੋਟੋਜ਼ ਹੈ ਜਿਹੜੀਆਂ ਬਾਹਰਲੀਆਂ ਤੁਸੀਂ ਫੋਨ 'ਚੋਂ ਸੇਵ ਕੀਤੀਆਂ ਸੀ? ਹਾਂਜੀ। ਚੈਟ ਵੀ ਹੋਏਗੀ ਤੁਹਾਡੇ ਕੋਲ? ਨਹੀਂ ਮੈਮ ਇਹਦੇ ਨਾਲ ਚੈਟ ਨਹੀਂ ਹੈਗੀ, ਬਟ ਜੋ ਜਿਹਦੇ ਨਾਲ ਹੁਣ ਹੈਗੇ ਉਹਦੇ ਨਾਲ ਉਹ ਚੈਟ ਹੈ ਜਿਹਦੇ ਵਿੱਚ ਸਟੋਰੀਜ਼ ਬਣਾ ਕੇ ਦੱਸੀਆਂ ਕਿ ਮੇਰਾ ਤਾਂ ਡਾਈਵੋਰਸ ਹੋ ਚੁੱਕਿਆ ਹੈਗਾ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਕਿ ਤੁਹਾਡੇ ਪਤੀ ਦਾ ਪਹਿਲੇ ਤੁਹਾਡੇ ਨਾਲ ਵਿਆਹ ਹੋਇਆ, ਉਸ ਤੋਂ ਬਾਅਦ ਬਾਹਰ ਗਏ, ਕਿਸੇ ਹੋਰ ਨਾਲ ਵਿਆਹ ਹੋਇਆ, ਹੁਣ ਕਿਸੇ ਹੋਰ ਨਾਲ ਰਹਿ ਰਹੇ ਹੈ? ਹਾਂਜੀ, ਉਹਨਾਂ ਤੀਸਰੀ ਔਰਤ ਨਾਲ ਰਹਿ ਰਹੇ ਤੀਸਰੀ, ਹਾਂਜੀ। ਉਹਦੇ ਨਾਲ ਉਹਨੇ ਮੈਨੂੰ ਚੈਟ ਦੇ ਵਿੱਚ ਉਹਨੇ ਮੇਰੇ ਨਾਲ ਬਹਿਸ ਕੀਤੀ ਕਿ ਇਹ ਸੰਦੀਪ ਤੇ ਪਹਿਲੇ ਤਾਂ ਉਹਨੇ ਇਹ ਬੋਲਿਆ ਕਿ ਉਹ ਤੇ ਬੈਚਲਰ ਹੈਗਾ, ਉਹਦੀ ਤੇ ਮੈਰਿਜ ਹੀ ਨਹੀਂ ਹੋਈ। ਬਾਅਦ ਵਿੱਚ ਜਦੋਂ ਉਹਨੇ ਪੁੱਛਿਆ ਹੋਊਗਾ ਫਿਰ ਉਹਨੇ ਬੋਲਿਆ ਕਿ ਮੈਨੂੰ ਉਹਨੇ ਦੱਸਿਆ ਕਿ ਉਹ ਕਹਿੰਦਾ ਕਿ ਮੇਰਾ ਤਾਂ ਡਾਈਵੋਰਸ ਹੋਇਆ ਆਪਣੀ ਵਾਈਫ ਨਾਲ। ਤੇ ਉਹਨੂੰ ਵੀ ਹਲੇ ਸੱਚ ਪਤਾ ਨਹੀਂ ਹੈ? ਆਈ ਡੋਂਟ ਨੋ ਮੈਮ ਉਹਨੂੰ ਕੀ ਸਟੋਰੀ ਬਣਾ ਕੇ ਦੱਸੀ ਹੈ, ਬਟ ਉਹਨੇ ਮੈਂ ਫਿਰ ਇਹਨੂੰ ਉਸ ਦਿਨ ਜਦੋਂ ਹੁਣ ਦੁਬਾਰਾ ਫੋਨ 'ਤੇ ਗੱਲ ਹੋਈ ਆ ਮੈਂ ਇਹਨੂੰ ਪੁੱਛਿਆ ਵੀ ਸੀਗਾ ਕਿ ਮਾਰੀਆ ਨੇ ਇੱਦਾਂ ਗੱਲ ਕੀਤੀ ਆ। ਉਹਨੂੰ ਕਹਿੰਦਾ ਕਿ ਉਹ ਝੂਠ ਬੋਲਦੀ ਹੈ। ਫਿਰ ਮੈਂ ਕਿ ਉਹਨੂੰ ਕੀ ਪਈ ਹੈ ਮੈਮ ਝੂਠ ਬੋਲਣ ਦੀ? ਉਹ ਨਾ ਮੈਨੂੰ ਜਾਣਦੀ ਆ ਨਾ ਸਾਡਾ ਉਹਨੂੰ ਪਤਾ ਹੈਗਾ। ਫਿਰ ਉਹਨੂੰ ਕੀ ਮਤਲਬ ਲੋੜ ਪੈ ਗਈ ਕਿ ਮੈਨੂੰ ਝੂਠ ਬੋਲ ਰਹੀ ਆ ਉਹ ਇੱਦਾਂ ਕਰਕੇ ਵੀ ਸੰਦੀਪ ਦਾ ਜੇ ਉਹਨੇ ਦੱਸਿਆਗਾ ਉਹਨੂੰ ਫੇਰ ਹੀ ਪਤਾ ਕਿ ਆਪਾਂ ਇੰਗਲੈਂਡ ਦੇ ਵਿੱਚ ਰਹਿੰਦੇ ਸੀ, ਉੱਥੇ ਐਵੇਂ ਸੀ, ਉੱਥੇ ਸਾਰੀ ਸਟੋਰੀ ਬਣਾਈ ਆ। ਨਹੀਂ ਉਹਨੂੰ ਤੇ ਉਹ ਮੈਨੂੰ ਜਾਣਦੀ ਨਹੀਂ, ਉਹ ਕਿੱਦਾਂ ਮੈਨੂੰ ਸਭ ਕੁਝ ਬੋਲ ਸਕਦੀ ਹੈ ਇੱਦਾਂ। ਉਸ ਤੋਂ ਬਾਅਦ ਹੁਣ ਤੁਹਾਡੇ ਸਹੁਰਾ ਪਰਿਵਾਰ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਇਸ ਤੋਂ ਬਾਅਦ? ਜਦੋਂ ਇਹ ਤੁਸੀਂ ਘਰ ਵਾਪਸ ਆ ਜਾਂਦੇ ਹੋ, ਲੀਗਲੀ ਵੀ ਤੁਹਾਡੀ ਕੋਸ਼ਿਸ਼ ਕਰਦੇ ਹੋ ਕਿ ਸੈਟਲਮੈਂਟ ਹੋ ਜਾਏ, ਉਸ ਤੋਂ ਬਾਅਦ ਕੋਈ ਗੱਲ ਹੋਈ ਹੈ? ਨਹੀਂ ਮੈਮ ਕੁਛ ਨਹੀਂ, ਬਸ ਉਹਨਾਂ ਨੇ ਲਾਸਟ ਜਦੋਂ ਫੂਲ ਗਏ ਸੀਗੇ ਪਿਛਲੇ ਵੀਕ, ਬਸ ਉਸ ਦਿਨ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ, ਕਿ ਨਾ ਹੀ ਅਸੀਂ ਨੂੰ ਘਰ ਲੈ ਕੇ ਆਉਣਾਗਾ। ਇਹ ਕੋਰਟ ਦੇ ਥਰੂ ਜਾ ਕੇ ਜਿੱਦਾਂ ਜੋ ਮਰਜ਼ੀ ਆਪਣਾ ਹਿੱਸਾ ਲੈ ਸਕਦੇ ਆ, ਔਰ ਅਸੀਂ ਇਹਨੂੰ ਰੱਖਣਾ ਵੀ ਨਹੀਂ ਹੈਗਾ ਗਾ। ਅਗਰ ਅਸੀਂ ਉੱਥੇ ਰੱਖ ਲਿਆ ਤਾਂ ਸਾਨੂੰ ਉਹਨੇ ਜ਼ਹਿਰ ਪਾ ਕੇ ਮਾਰ ਦੇਣਾ ਰੋਟੀ ਦੇ ਵਿੱਚ। ਔਰ ਹੁਣ ਮੇਰਾ ਸਹੁਰਾ ਸਾਹਿਬ ਮਤਲਬ ਕਿ ਕਹਿ ਰਹੇ ਆ ਕਿ ਮੈਂ ਆਪਣੀ ਦੂਸਰੀ ਮੈਰਿਜ ਕਰਵਾਉਣੀ, ਆਪਣੀ ਰੋਟੀ ਦਾ ਹੀਲਾ ਕਰਨਾ ਹੈ। ਅੱਛਾ, ਤੁਹਾਡੇ ਸਹੁਰਾ ਸਾਹਿਬ ਨੇ ਦੂਜਾ? ਹਾਂਜੀ ਹਾਂਜੀ, ਉਹ ਕਹਿੰਦੇ ਆ ਕਿ ਮੇਰੇ ਬੇਟੇ ਨੇ ਮੈਨੂੰ ਕਿਹਾ ਹੈ ਕਿ ਤੁਸੀਂ ਦੂਸਰੀ ਮੈਰਿਜ ਕਰਵਾ ਲਓ, ਤੁਹਾਡੀ ਰੋਟੀ ਦਾ ਔਖਾ ਹੈ। ਉਹਨਾਂ ਦੇ ਛੋਟੇ ਮਤਲਬ ਤੁਹਾਡੇ ਦੇਵਰ ਨੇ ਕਿਹਾ ਉਹਨਾਂ ਨੂੰ? ਨਹੀਂ ਮੇਰੇ ਹਸਬੈਂਡ ਨੇ। ਅੱਛਾ, ਤੁਹਾਡੇ ਹਸਬੈਂਡ ਨੇ ਉਹਨਾਂ? ਫਾਦਰ ਇਨ ਲਾ ਨੇ ਉੱਥੇ ਸਾਰੀ ਤਪਾ ਥਾਣੇ ਦੇ ਵਿੱਚ ਬੋਲਿਆ ਸੀਗਾ ਉਹਨਾਂ ਨੂੰ ਕਿ ਮੇਰਾ ਬੇਟਾ ਮੈਨੂੰ ਕਹਿ ਰਿਹਾ ਕਿ ਤੂੰ ਮੈਰਿਜ ਕਰਵਾ ਲਾ, ਆਪਣੀ ਰੋਟੀ ਦਾ ਹੀਲਾ ਕਰ ਲਾ। ਮਤਲਬ ਉਹਨਾਂ ਦੀ ਗੱਲ ਹੁੰਦੀ ਹੋਏਗੀ? ਹਾਂਜੀ ਮੈਮ ਹੁੰਦੀ ਉਹਨਾਂ ਦੀ ਗੱਲ, ਕਿਉਂਕਿ ਦੇਖੋ ਜਿਸ ਦਿਨ ਉਸ ਦਿਨ ਮੇਰੇ ਨਾਲ ਗੱਲ ਹੋਈ ਸੀ ਮੇਰੇ ਹਸਬੈਂਡ ਦੀ, ਔਰ ਉਹਨਾਂ ਨੇ ਮੈਨੂੰ ਸਭ ਕੁਝ ਦੱਸਿਆ, ਜੋ ਫੂਲ ਬੋਲਿਆ ਗਿਆ ਸੀ, ਜੋ ਤਪੇ ਬੋਲਿਆ ਗਿਆ ਸੀ ਵੀ ਇੱਦਾਂ ਰਾਜ਼ੀਨਾਮਾ ਕਰਨਾ, ਆਹ ਚੀਜ਼ ਬੱਚੇ ਨੂੰ ਚਾਹੀਦੀ, ਉਹ ਫਿਰ ਚੀਜ਼ਾਂ ਉਹਨੂੰ ਕਿੱਥੋਂ ਪਤਾ ਚੱਲ ਜਾਂਦੀਆਂ ਨੇਗੀਆਂ। ਇੱਦਾਂ ਜੋ ਹੁਣ ਵੀ ਤੁਹਾਡੀ ਗੱਲ ਹੋਈ ਹੈ, ਕਹਿ ਰਿਹਾ ਕਿ ਮੈਂ ਤੁਹਾਡੀ ਕਿਸੇ ਨਾਲ ਗੱਲ ਕਰਾਂ, ਇੱਦਾਂ ਹੀ ਖੁਦ ਗੱਲ ਨਹੀਂ ਕਰਦੇ, ਇੱਦਾਂ ਬਸ ਇਹ ਉਹਨਾਂ ਨੂੰ ਕਹਿੰਦੇ ਹੈਗੇ ਜਿਹੜੇ ਮੇਰੇ ਮਤਲਬ ਕਿ ਇਹਨਾਂ ਦੇ ਤਾਏ ਦੇ ਬੇਟੇ ਹੈਗੇ ਆ, ਉਹਨਾਂ ਨੂੰ ਅੱਗੇ ਰੱਖਦੇ ਆ, ਜੋ ਗੱਲ ਕਰਨੀ ਹੁੰਦੀ ਹੈ ਉਹ ਕਰਦੇ ਫਿਰ ਆ ਕੇ। ਇਹ ਹੁਣ ਤੁਹਾਡਾ ਬੇਟਾ ਕੀ ਕਹਿੰਦਾ? ਉਹ ਤਾਂ ਯਾਦ ਕਰਦਾ ਹੀ ਹੋਏਗਾ ਪਾਪਾ ਨੂੰ? ਹਾਂਜੀ ਮੈਮ ਉਹ ਕਰਦਾ ਹੈ। ਉਹਦੇ ਬਾਰੇ ਵੀ ਕਦੀ ਪੁੱਛਿਆ ਨਹੀਂ? ਨਹੀਂ ਮੈਮ ਕਿਸੇ ਨੇ ਨਹੀਂ। ਹੁਣ ਵੀ ਅਸੀਂ ਜਿੱਦਾਂ ਜਾਂਦੇ ਹਾਂ, ਹੁਣ ਇੰਨੇ ਥਾਵਾਂ 'ਤੇ ਗਏ ਹਾਂ ਅਸੀਂ, ਸੰਗਰੂਰ 3 ਵਾਰ ਗਏ ਹਾਂ, ਬਰਨਾਲੇ 2-3 ਵਾਰ ਗਏ ਹਾਂ, ਤਪੇ ਗਏ ਹਾਂ, ਫੂਲ ਗਏ ਹਾਂ, ਬਟ ਉਹਦੇ ਮਤਲਬ ਕਿ ਮੇਰੇ ਫਾਦਰ ਇਨ ਲਾ ਨੇ ਕਦੀ ਨਹੀਂ ਉਹਨੂੰ ਪੁੱਛਿਆ ਹੈਗਾ, ਕਦੀ ਨੇ ਆਪਣੇ ਨੇੜੇ ਕੀਤਾ ਹੈਗਾ ਗਾ। ਮੇਰੀ ਮਦਰ ਇਨ ਲਾ ਦੀ ਅਸੀਂ ਪੂਰਾ ਸਾਰੇ ਉੱਥੇ ਹੀ ਗਏ ਸੀਗੇ, ਭੋਗ 'ਤੇ ਵੀ ਗਏ ਸੀਗੇ, ਉੱਥੇ ਵੀ ਇਹਨਾਂ ਨੂੰ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ। ਅਸੀਂ ਬਸ ਗਏ ਹੈਗੇ, ਅਸੀਂ ਅਰਦਾਸ 'ਚ ਮਤਲਬ ਕਿ ਬੈਠ ਕੇ ਬਾਅਦ 'ਚੋਂ ਆਏ। ਉਲਟਾ ਜਿਹੜੇ ਮੇਰੀ ਮਾਸੀ ਸੱਸ ਹੈਗੇ ਆ ਉਹ ਸਾਨੂੰ ਮਤਲਬ ਕਿ ਗਾਲਾਂ ਕੱਢ ਰਹੇ ਆ ਦੋਵਾਂ ਨੂੰ, ਮਤਲਬ ਕਿ ਕਿਉਂ ਆਇਆ ਇਹ ਇੱਥੇ। ਬਟ ਇੱਕ ਬੱਚੇ ਦੇ ਦਿਮਾਗ ਦੀ ਗੱਲ ਕਰੀਏ ਤਾਂ ਬਹੁਤ ਬਹੁਤ ਭਾਰਾ ਬੁਰਾ ਇਫੈਕਟ ਪੈਂਦਾ ਮੈਮ, ਬਹੁਤ ਪੈ ਰਿਹਾ। ਪਹਿਲਾਂ ਉਹਨੂੰ ਇਹ ਚੀਜ਼ਾਂ ਨਹੀਂ ਦੱਸੀਆਂ ਸੀ ਮੈਂ, ਬਟ ਹੁਣ ਉਹ ਬੜਾ ਹੋ ਗਿਆ ਔਰ ਉਹਨੂੰ ਹਰ ਜਗ੍ਹਾ 'ਤੇ ਨਾਲ ਲੈ ਕੇ ਜਾਣਾ ਪੈਂਦਾ, ਕਿਉਂਕਿ ਮਤਲਬ ਕਿ ਬੋਲਦੇ ਹੈਗੇ ਪੁਲਿਸ ਵਾਲੇ ਜਾਂ ਜਿੱਤੇ ਹੋਰ ਕਿਤੇ ਜਾਂਦੇ ਕੋਰਟ ਵਿੱਚ ਵੀ ਇਹਨੂੰ ਬੱਚੇ ਨੂੰ ਨਾਲ ਲੈ ਕੇ ਉਹਨੂੰ ਲੈ ਕੇ ਜਾਣਾ ਪੈਂਦਾ। ਹੁਣ ਉਹ ਚੀਜ਼ਾਂ ਦੇਖ ਰਿਹਾ ਗਾ, ਮੈਨੂੰ ਹੁਣ ਆ ਵੀ ਦੇਖ ਰਿਹਾ ਸਭ ਕੁਛ, ਮੈਨੂੰ ਖੁਦ ਨੂੰ ਫੀਲ ਹੋ ਰਿਹਾ ਗਾ ਕਿ ਉਹ ਬੜਾ ਕੁਛ ਸੋਚਦਾ, ਮੈਂ ਬੜੇ ਕੁਐਸਚਨ ਪੁੱਟ ਕਰਦਾ ਉਹ। ਵੂਮਨ ਕਮਿਸ਼ਨ ਦੇ ਚੇਅਰਪਰਸਨ ਨਾਲ ਤੁਹਾਡੀ ਗੱਲ ਹੋਈ? ਕੋਈ ਕੋਸ਼ਿਸ਼ ਕੀਤੀ? ਹਾਂਜੀ ਮੈਂ ਉਹਨਾਂ ਨੂੰ 2 ਵਾਰ ਮੇਲ ਕੀਤੀ ਸੀਗੀ ਪਹਿਲਾਂ, ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਬਹੁਤ ਜ਼ਿਆਦਾ ਕੇਸਿਸ ਹੈਗੇ, ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ। ਫਿਰ ਮਤਲਬ 10-15 ਦਿਨ ਪਹਿਲਾਂ ਉਹਨਾਂ ਨੂੰ ਮਤਲਬ ਕਿ 15-20 ਦਿਨ ਪਹਿਲਾਂ ਮੇਲ ਕੀਤੀ ਸੀ। ਉਹਨਾਂ ਦੀ ਮੇਲ ਦੇ ਮਤਲਬ ਕਿ ਅਕੋਰਡਿੰਗ ਹੀ ਉਹ ਜਿਹੜੀ ਉਹਨਾਂ ਨੇ ਕੰਪਲੇਂਟ ਸੀਗੀ ਉਹ SSP ਬਰਨਾਲਾ ਨੂੰ ਮਾਰ ਕੀਤੀ ਸੀ। ਉੱਥੋਂ ਤੋਂ ਫਿਰ ਤਪਾ ਆਈ ਸੀਗੀ, ਫਿਰ ਤਪੇ ਤੋਂ ਇੱਥੇ ਭਦੌੜ ਆਈ ਸੀ, ਇੱਥੋਂ ਫਿਰ ਤਪੇ ਚੱਲ ਗਈ, ਕਿਉਂਕਿ ਭਦੌੜ ਵਾਲਿਆਂ ਕੋਲ 15 ਦਿਨ ਪਈ ਰਹੀ ਆ, ਇਹਨਾਂ ਨੇ ਕੁਛ ਨਹੀਂ ਕੀਤਾ ਹੈਗਾ। ਫਿਰ ਮੈਂ ਉਹਨਾਂ ਨੂੰ ਤਪੇ ਵਾਲਿਆਂ ਨੂੰ ਫੋਨ ਕੀਤਾ ਕਿ ਸਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਫਿਰ ਉੱਥੋਂ ਉਹਨਾਂ ਨੇ ਉੱਥੇ ਵਾਪਸ ਮੰਗਵਾ ਲਈ ਸੀ ਕਿ ਅਸੀਂ ਕੁਛ ਕਰਦੇ ਹਾਂ, ਬਟ ਉਹਦੇ 'ਤੇ ਵੀ ਬਸ ਇਹਨਾਂ ਨੇ ਟਾਈਮ ਲੈ ਲਿਆ ਜਾ ਕੇ ਕਿ ਹਾਂ ਅਸੀਂ ਕੁੜੀ ਨੂੰ ਲੈ ਜਾਵਾਂਗੇ, ਅਸੀਂ ਬੱਚੇ ਦੇ ਨਾਮ 'ਤੇ ਕਰਵਾ ਦਾਂਗੇ ਲੀਗਲੀ ਐਵੇਂ। ਬਟ ਫਿਰ ਉਹਨਾਂ ਨੇ ਕਿਹਾ
ਮਤਲਬ ਕਿ ਪੁਲਿਸ ਵਾਲਿਆਂ ਨੇ ਸਾਰਿਆਂ ਨੇ ਇਹੀ ਕਿਹਾ ਕਿ ਤੁਸੀਂ ਲੀਗਲੀ ਕਰਵਾ ਦਿਓ, ਆਪਣੇ ਪੋਤੇ ਦੇ ਨਾਮ 'ਤੇ ਹੀ ਕਰਵਾਉਣਾ। ਕਹਿੰਦੇ ਨਹੀਂ ਅਸੀਂ ਨਹੀਂ ਕਰਵਾਉਣਾ ਹੈਗਾ ਗਾ, ਪੱਕਾ ਨਹੀਂ ਕਰਵਾਉਣਾ ਹੈਗਾ ਗਾ, ਬਸ ਇੱਦਾਂ ਇਹ ਜਾ ਕੇ ਰਹਿ ਸਕਦੇ ਉੱਥੇ। ਮੈਂ ਵੀ ਕਿੱਦਾਂ ਜਾ ਕੇ ਰਹਿ ਸਕਦੀ ਹਾਂ? ਕੱਲ੍ਹ ਨੂੰ ਫਿਰ ਮੈਨੂੰ ਉਹਨਾਂ ਨੇ ਘਰੋਂ ਕੱਢਤਾ, ਕਿਉਂਕਿ ਪਹਿਲਾਂ ਵੀ ਜਦੋਂ ਮੈਂ ਗਈ ਸੀਗੀ, ਹੁਣ ਤਾਂ ਪਹਿਲਾਂ ਤਾਂ ਮੇਰੀ ਮਦਰ ਇਨ ਲਾ ਹੈਗੇ ਸੀਗੇ, ਤਾਂ ਚਲੋ ਠੀਕ ਆ, ਘਰੇ ਇੱਕ ਲੇਡੀ ਹੈਗੀ ਆ। ਹੁਣ ਮੈਂ ਉੱਥੇ ਜਾ ਕੇ ਕਿੱਦਾਂ ਰਹਾਂ, ਕਿਉਂਕਿ ਮੇਰੇ ਸਾਰਾ ਸਭ ਡਰਿੰਕ ਕਰਦੇ, ਉਹਨਾਂ ਕੋਲ ਸ਼ਾਮ ਨੂੰ ਬੰਦੇ ਆਉਂਦੇ, ਉਹਨਾਂ ਦੇ ਬੈਠ ਕੇ ਡਰਿੰਕ ਕਰਦੇ, ਉੱਥੇ ਮੈਂ ਕਿੱਦਾਂ ਰਹਿ ਸਕਦੀ ਹਾਂ? ਇੱਕ ਪਾਸੇ ਉਹ ਕਹਿ ਦਿੰਦੇ ਆ ਕਿ ਆਪਾਂ ਗੱਲ ਨਹੀਂ ਕਰਨੀ, ਵੀ ਇਹ ਸਾਨੂੰ ਜ਼ਹਿਰ ਦੇ ਦੂਗੀ, ਐਂ ਕਰ ਦੂਗੀ। ਦੂਸਰੇ ਪਾਸੇ ਉਹ ਇੱਦਾਂ ਹਰ ਵਾਰ ਉਹ ਇੱਦਾਂ ਬੋਲ ਦਿੰਦੇ ਆ ਕਿ ਅਸੀਂ ਜਾਨ ਲੈ ਕੇ ਜਾਣ ਲਈ ਤਿਆਰ ਹਾਂ। ਬਸ ਜਦੋਂ ਅਸੀਂ ਕਹਿੰਦੇ ਹਾਂ ਕਿ ਹਾਂ ਠੀਕ ਆ, ਬਸ ਉੱਥੇ ਆ ਕੇ ਫਿਰ ਮੁੱਕਰ ਜਾਂਦੇ ਆ। ਜਿਹੜੀ ਤੁਹਾਡੀ ਗੱਲ ਹੁੰਦੀ ਹੈ ਮਾਰੀਆ ਨਾਲ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਉਹਦੇ ਚੈਟ ਹੋਣਗੇ ਤੁਹਾਡੇ ਕੋਲ? ਹਾਂਜੀ ਮੈਮ, ਉਹਦੇ ਵਿੱਚ ਜਿੱਥੇ ਉਹਨੇ ਦੱਸਿਆ ਹੋਇਆ ਕਿ ਮੇਰਾ ਡਾਈਵੋਰਸ ਹੋ ਗਿਆ, ਮੈਰਿਜ ਕਰਵਾ ਲਈ, ਜਿਸ ਉਹ ਹੈਗਾ ਮੇਰੀ। ਇੱਕ ਵਾਰ ਪਲੀਜ਼ ਦਰਸ਼ਕਾਂ ਨੂੰ ਪੜ੍ਹਾ ਦਿਓ ਕਿ ਕਿਸ ਤਰ੍ਹਾਂ ਇੱਕ ਮਨਘੜਤ ਕਹਾਣੀ ਬਣਾਈ ਜਾਂਦੀ ਹੈ ਇਹਨਾਂ ਦੇ ਘਰ ਵਾਲੇ ਵੱਲੋਂ, ਤੇ ਇੱਕ ਤੀਜੀ ਔਰਤ ਨਾਲ ਰਹਿਣ ਲਈ ਇਹ ਕਹਾਣੀ ਬਣਾਈ ਜਾਂਦੀ ਹੈ। ਤਾਂ ਉਹ ਵੀ ਤੁਹਾਨੂੰ ਜ਼ਰੂਰ ਪੜ੍ਹਾਵਾਂਗੇ। ਕਿੰਨੀ ਦੇਰ ਹੋ ਗਈ ਤੁਹਾਡੀ ਉਹਨਾਂ ਨਾਲ ਗੱਲ ਹੋਈ? ਮੈਮ ਕਾਫੀ ਟਾਈਮ ਹੋ ਗਿਆ ਇਸ ਚੀਜ਼ ਨੂੰ। ਉਸ ਤੋਂ ਬਾਅਦ ਫਿਰ ਮੈਂ ਗੱਲ ਨਹੀਂ ਕੀਤੀ। ਇਹ ਦਸੰਬਰ ਦੀ ਗੱਲ ਹੈ ਮੈਮ, ਲਾਸਟ ਦੀ, ਜਦੋਂ ਮੈਂ ਉਹਨਾਂ ਨੂੰ ਇਹਨਾਂ ਬਾਰੇ ਪੁੱਛਦੀ ਸੀਗੀ, ਮੇਰੇ ਹਸਬੈਂਡ ਬਾਰੇ। ਤੇ ਵੈਸੇ ਗੱਲ ਕਰਨ 'ਚ ਉਹਨਾਂ ਨੇ ਤੁਹਾਡੇ ਨਾਲ ਸਹੀ ਤਰੀਕੇ ਨਾਲ ਗੱਲ ਕੀਤੀ? ਨਹੀਂ ਮੈਮ, ਉਹਨੇ ਇੱਦਾਂ ਉਹਨੂੰ ਮਤਲਬ ਅਜੀਬ ਜਿਹੇ ਤਰੀਕੇ ਨਾਲ ਗੱਲ ਕੀਤੀ ਸੀਗੀ ਕਿ ਜਿੱਦਾਂ ਮੈਂ ਕੌਣ ਹੁੰਦੀ ਹਾਂ ਕਿ ਉਹਦੇ ਬਾਰੇ ਨਾ ਪੁੱਛਣ ਵਾਲੀ। ਬਸ ਮੈਨੂੰ ਬਟ ਹੁਣ ਉਹ ਮੈਨੂੰ ਥੋੜ੍ਹਾ ਡਾਊਟ ਲੱਗਿਆ ਸੀਗਾ ਕਿ ਵੀ ਇਹ ਲੇਡੀ ਇੰਨਾ ਕਿਉਂ ਇੰਟਰਸਟ ਲੈ ਰਹੀ ਆ। ਬਟ ਹੁਣ ਉਹ ਡਾਊਟ ਕਲੀਅਰ ਕਰਤਾ ਉਸ ਮੁੰਡੇ ਨੇ ਕਿ ਵਾਕਈ ਵੀ ਉਹਦੇ ਨਾਲ ਹੀ ਹੈਗਾ ਇਹਦਾ, ਵੀ ਉਹ ਤਦੀ ਉਹ ਲੇਡੀ ਮੇਰੇ ਨਾਲ ਇੰਨੀ ਮਤਲਬ ਕਿ ਇੱਕ ਤਰ੍ਹਾਂ ਨਾਲ ਬਹਿਸ ਕਰ ਰਹੀ ਸੀਗੀ। ਇਹਨਾਂ ਨਾਲ ਉਹ ਰਹਿ ਰਹੀ ਹੈ, ਮੈਕਡੋਨਲਡਸ 'ਚ ਕੰਮ ਕਰਦੀ ਹੈ, ਹੈਡ ਹੈ ਇੱਥੇ? ਹਾਂਜੀ ਮੈਮ, ਉੱਥੇ ਜੌਬ ਕਰਦੀ ਹੈਗੀ। ਬਟ ਇਹਨੇ ਮੈਨੂੰ ਇਹ ਮੈਮ ਐਟ ਪ੍ਰੈਜ਼ੈਂਟ ਇਹ ਉੱਥੇ ਹੀ ਹੈਗੀ ਆ। ਬਟ ਇਹਨੇ ਮੈਨੂੰ ਕਿਹਾ ਸੀਗਾ ਕਿ ਸੰਦੀਪ ਇੱਥੇ ਹੈ ਨਹੀਂ ਗਾ। ਜਦੋਂ ਮੈਨੂੰ ਪੁੱਛਿਆ ਸੀ, ਇਹਨੇ ਕਿਹਾ ਸੀ ਕਿ ਉਹ ਤਾਂ ਜਰਮਨ ਫਲਾਈ ਕਰ ਚੁੱਕਿਆ 2 ਸਾਲ ਪਹਿਲਾਂ, ਕਿ ਉਹ ਇੱਥੇ ਹੈ ਨਹੀਂ ਗਾ। ਔਰ ਇਹਨੇ ਮੈਨੂੰ ਕਿਹਾ ਸੀ ਕਿ ਮੈਂ ਵੀ ਉੱਥੇ ਜੌਬ ਛੱਡਤੀ ਹੈਗੀ ਆ, ਮੈਂ ਵੀ ਰਸ਼ੀਆ ਚੱਲ ਗਈ ਹਾਂ, ਮੈਂ ਉੱਥੇ ਜੌਬ ਕਰਦੀ ਹਾਂ, ਮੈਂ 6 ਮੰਥ ਰਸ਼ੀਆ ਰਹਿੰਦੀ ਹਾਂ, 6 ਮੰਥ ਮੈਂ ਇੱਥੇ ਆਉਂਦੀ ਹਾਂ। ਇਹਨੇ ਬਟ ਹੁਣ ਮਤਲਬ ਉਸ ਮੁੰਡੇ ਤੋਂ ਕਲੀਅਰ ਹੋਇਆ ਕਿ ਨਹੀਂ, ਉਹ ਦੋਵੇਂ ਇੱਥੇ ਹੀ ਹੈਗੇ ਆ, ਉਹ ਵੀ ਉੱਥੇ ਜੌਬ ਕਰਦੀ ਆ, ਉਹ ਵੀ ਉੱਥੇ ਹੈਗਾ। ਕਿਉਂਕਿ ਮੈਨੂੰ ਜਿਹੜੇ ਸੰਬੰਧ ਦਾ ਮਤਲਬ ਕਿ ਐਡਰੈਸ ਮਿਲਿਆ ਸੀਗਾ, ਔਨਲਾਈਨ ਮੈਂ ਸਰਚ ਕੀਤਾ ਸੀ, ਜਦੋਂ ਲੋਕੇਸ਼ਨ ਇਹਨੇ ਦੱਸੀ ਸੀਗੀ, ਅਤੇ ਸਮਨ ਭੇਜਣ ਦੇ ਲਈ ਮੈਂ ਉਹ ਮਤਲਬ ਕਿ ਐਡਰੈਸ 'ਤੇ ਥੋੜ੍ਹੀ ਡਾਊਟ ਸੀਗਾ ਕਿ ਮੈਂ ਇਸ ਐਡਰੈਸ 'ਤੇ ਭੇਜਾਂ ਜਾਂ ਕਿੱਦਾਂ ਕੁਛ ਵੀ ਆ। ਫਿਰ ਜਦੋਂ ਮੁੰਡੇ ਨੇ ਮੈਨੂੰ ਕਲੀਅਰ ਕਰਤਾ ਕਿ ਹਾਂ ਉਹ ਸਹੀ ਹੈਗਾ ਐਡਰੈਸ, ਉੱਥੇ ਹੀ ਜੌਬ ਕਰਦੇ ਆ ਇਹ ਦੋਵੇਂ ਜਾਣੇ, ਬਟ ਤੁਸੀਂ ਪਲੀਜ਼ ਉੱਥੇ ਕੁਛ ਵੀ ਇੱਦਾਂ ਕੁਰੀਅਰ ਨਾ ਕਰਿਓ, ਕਿਉਂਕਿ ਉਹਦੇ ਹੱਥ 'ਤੇ ਲੱਗਣਾ ਹੀ ਨਹੀਂ ਕੁਛ, ਕਿਉਂਕਿ ਜਦੋਂ ਹੈੱਡ ਕੋਲ ਹੀ ਜਾਣਾ ਅਤੇ ਉਹਨੇ ਸੰਦੀਪ ਦਾ ਨਾਮ ਦੇਖ ਕੇ ਉਹਨੂੰ ਦੇਣਾ ਹੀ ਨਹੀਂ ਹੈਗਾ। ਫਿਰ ਮੈਮ ਅਗਰ ਕੁਛ ਹੈਗਾ ਉਹਨਾਂ ਦੇ ਵਿੱਚ ਫਿਰ ਹੀ ਮਤਲਬ ਲੋਕਾਂ ਨੂੰ ਪਤਾ ਹੈਗਾ, ਨਹੀਂ ਕੋਈ ਇੱਦਾਂ ਕਿੱਦਾਂ ਬੋਲ ਸਕਦਾ ਗਾ। ਜਿਹੜਾ ਮੁੰਡਾ ਤੁਹਾਨੂੰ ਦੱਸ ਰਹੇ ਹੋ ਕੀ ਲੱਗਦਾ ਤੁਹਾਡਾ ਉਹਨਾਂ ਦੇ ਫਰੈਂਡ ਹੀ ਹੈ ਕਿ ਤੁਹਾਨੂੰ ਜਾਣਦੇ? ਨਹੀਂ ਮੈਂ ਮੈਨੂੰ ਨਹੀਂ ਜਾਣਦਾ, ਉਹਨੇ ਜਸਟ ਮੇਰੀ ਸਟੋਰੀ ਵੇਖ ਕੇ ਕਿਹਾ ਸੀ ਕਿ ਮੈਂ ਤੁਹਾਡੀ ਹੈਲਪ ਕਰਨੀ ਚਾਹੁੰਦਾ ਗਾ, ਵੀ ਪਲੀਜ਼ ਉਸ ਬੰਦੇ 'ਤੇ ਟਰਸਟ ਨਾ ਕਰੋ। ਵੈਸੇ ਤੁਹਾਡਾ ਕੋਈ ਤਾਲੁਕ ਨਹੀਂ ਹੈ? ਮੇਰਾ ਨਹੀਂ ਮੈਂ ਪਹਿਲਾਂ ਉਹਦੇ ਬਸ ਉਹਨੇ ਸਟੋਰੀ ਦੇਖ ਕੇ ਕਿਹਾ ਸੀ ਕਿ ਮੈਂ ਤੁਹਾਡੀ ਹੈਲਪ ਕਰਨਾ ਚਾਹੁੰਦਾ, ਕਿ ਅਗਰ ਤੁਸੀਂ ਇੱਦਾਂ ਸਟੈਪ ਵਾਈਜ਼ ਇੱਦਾਂ ਕਰ ਸਕਦੇ ਹੋਗੇ, ਵੀ ਫਿਰ ਉਹਨੂੰ ਇੱਥੇ ਬੁਲਾ ਸਕਦੇ ਹੋ ਜਾਂ ਕੁਛ ਇੱਦਾਂ ਕਰ ਸਕਦੇ ਹੋ, ਵੀ ਹਾਂ ਜੋ ਗੱਲਾਂ ਸਹੀ ਹੈਗੀਆਂ, ਗੱਲਾਂ ਸਹੀ ਨਹੀਂ ਹੈਗੀਆਂ, ਇੱਥੇ ਤੁਹਾਨੂੰ ਮਤਲਬ ਇੱਥੇ ਝੂਠ ਬੋਲਿਆ ਗਿਆ ਸੀ, ਤੁਹਾਨੂੰ ਇੱਥੇ ਝੂਠ ਬੋਲਿਆ ਗਿਆ ਸੀ, ਬਸ ਇਹ ਸਿਰਫ ਦੱਸਣ ਲਈ। ਇਹ ਦੇਖੋ ਉਹਨੇ ਲਿਖਿਆ ਕਿ ਮੈਂ ਰਸ਼ੀਅਨ ਕੰਪਨੀ ਦੇ ਵਿੱਚ ਜੌਬ ਕਰਦੀ ਹਾਂ 6 ਮੰਥ। ਕਹਿੰਦੀ ਕਿ ਮੈਂ ਉੱਥੇ ਜੌਬ ਨਹੀਂ ਕਰਦੀ ਹੈਗੀ, ਮੈਂ ਮੈਕਡੋਨਲਡ ਦੇ ਵਿੱਚ ਨਹੀਂ ਆ। ਇਹਨੇ ਕਿਹਾ ਕਿ ਉਹ ਮਾਰਚ ਦੇ ਵਿੱਚ ਉੱਥੇ ਚੱਲ ਗਿਆ ਏ, ਲਾਸਟ ਈਅਰ ਇਹ ਜਰਮਨੀ ਦੇ ਵਿੱਚ ਚੱਲ ਗਿਆ, ਇਹਨੇ ਇਹ ਬੋਲਿਆ। ਮਤਲਬ ਇਹ ਆਪ ਹੀ ਉਹਨਾਂ ਨਾਲ ਰਹਿਣਾ ਚਾਹੁੰਦੀ ਸੀ? ਹਾਂਜੀ ਮੈਮ, ਜਿਸ ਸਭ ਵੀ ਹੁਣ ਮੈਨੂੰ ਕਲੀਅਰ ਹੋਇਆ ਕਿ ਇਹਨੇ ਵੀ ਡਾਈਵੋਰਸ ਦੇ ਲਈ ਅਪਲਾਈ ਕੀਤਾ ਹੋਇਆ ਗਾ। ਇਹਨੇ ਮੈਨੂੰ ਪੁੱਛਿਆ ਵੀ ਹੈ ਕਿ ਤੁਸੀਂ ਆਪਣੇ ਵਾਈਫ ਮਤਲਬ ਦੇਖੋ ਇਹਨੇ ਲਿਖਿਆ ਕਿ ਉਹਦੀ ਪਹਿਲਾਂ ਵਾਲੀ ਵਾਈਫ ਰੋਮਾਨੀਆ ਤੋਂ ਆ, ਔਰ ਇਹਨੇ ਵੀ ਬੋਲਿਆ ਕਿ ਹੁਣ ਤੁਸੀਂ ਆਪਣੇ ਹਸਬੈਂਡ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ, ਕਿ ਕਿਉਂ ਲੈ ਕੇ ਆਉਣਾ ਚਾਹੁੰਦੇ, ਕਿ ਜਦੋਂ ਕਿ ਤੁਹਾਡਾ ਡਾਈਵੋਰਸ ਹੋ ਚੁੱਕਿਆ ਗਾ। ਉਹਨੇ ਮੈਨੂੰ ਇਹ ਬੋਲਿਆ, ਹੀ ਹੈਜ਼ ਅ ਲੋਟ ਆਫ ਗਰਲਸ। ਇਹ ਫੋਟੋਜ਼ ਤੁਸੀਂ ਉਹਨਾਂ ਨੂੰ ਭੇਜੀਆਂ? ਇਹ ਬਹੁਤ ਭੇਜੀਆਂ ਸੀ ਮੈਮ, ਕਿ ਇੱਦਾਂ ਕਰਕੇ ਮੈਨੂੰ ਇਹ ਪਿਕਸ ਮਿਲੀਆਂ ਹੈਗੀਆਂ, ਪਲੀਜ਼ ਤੁਸੀਂ ਮੈਨੂੰ ਕਲੀਅਰ ਕਰ ਦਿਓ ਕਿ ਇਹ ਸਹੀ ਹੈਗੀਆਂ ਜਾਂ ਕਿੱਦਾਂ। ਇਹ ਮੈਨੂੰ ਆਪਣੀਆਂ ਪਿਕਸ ਭੇਜੀਆਂ ਸੀਗੀਆਂ। ਉਹਨੇ ਮੈਨੂੰ ਰਿਪਲਾਈ ਕੀਤਾ ਕਿ ਤੁਹਾਡੀ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ ਜਾਂ ਕਿੱਦਾਂ ਸੀ, ਉਹ ਮੈਨੂੰ ਇਹ ਪੁੱਛਦੀ ਆ। ਫਿਰ ਉਹਨੇ ਇਹ ਦੱਸਿਆ ਕਿ ਤੁਸੀਂ ਇੰਗਲੈਂਡ ਦੇ ਵਿੱਚ ਸੀਗੇ, ਵੀ ਤੁਸੀਂ ਉਹਨਾਂ ਨੂੰ ਛੱਡ ਦਿੱਤਾ ਏ, ਉਹਨੂੰ ਤੁਸੀਂ ਮਤਲਬ ਅਰੈਸਟ ਕਰਵਾਤਾ ਸੀ, ਇਹ ਸਭ ਮੈਮ। ਹੁਣ ਤੁਹਾਡੇ ਘਰ ਦੇ ਕੀ ਕਹਿੰਦੇ, ਤੁਹਾਡੇ ਪੇਰੈਂਟਸ ਦਾ ਕੀ ਕਹਿਣਾ? ਮੇਰੇ ਪੈਰੈਂਟਸ ਕੋਲ ਮੈਮ ਹੁਣ ਇੰਨਾ ਟਾਈਮ ਹੋ ਗਿਆ ਮੈਂ ਬੈਠੀ ਹਾਂ, ਉਹ ਵੀ ਕੀ ਕਹਿਣ, ਉਹ ਤਾਂ ਮੈਨੂੰ ਨਹੀਂ ਘਰੋਂ ਕੱਢ ਸਕਦੇ, ਜਿੱਦਾਂ ਇਨ-ਲॉज ਨੇ ਤਾਂ ਚਲੋ ਨਹੀਂ ਕੱਢਿਆ, ਇਹ ਥੋੜ੍ਹੀ ਨਾ ਘਰੋਂ ਕੱਢ ਸਕਦੇ ਆ, ਮੇਰੇ ਨਾਲ ਖੜ੍ਹੇ ਆ। ਬਟ ਮੈਂ ਵੀ ਮੈਮ ਕਿੰਨਾ ਕੁ ਟਾਈਮ ਇਹਨਾਂ 'ਤੇ ਬੋਝ ਬਣ ਕੇ ਬੈਠੀ ਰਹੂੰਗੀ।
ਮੈਨੂੰ ਵੀ ਤਾਂ ਇਨਸਾਫ ਚਾਹੀਦਾ। ਮੈਨੂੰ ਨਹੀਂ ਕੁਛ, ਮੈਂ ਮੇਰੇ ਬੱਚੇ ਤੋਂ ਹੀ ਉਹਦਾ ਹੱਕ ਮਿਲ ਜੇ ਬਸ ਠੀਕ ਆ, ਜਾਓ ਵਾਪਸ ਆ ਜੇ ਬੰਦਾ। ਮੈਂ ਵੀ ਨਹੀਂ ਕਹਿੰਦੀ ਕਿ ਮੈਨੂੰ ਕੋਈ ਪ੍ਰਾਪਰਟੀ ਦਾ ਲਾਲਚ ਜਾਂ ਕੁਛ ਵੀ ਹੈ। ਮੈਂ ਪਹਿਲਾਂ ਚੁੱਪ ਕਰ ਗਈ ਸੀ, ਮੈਮ ਛੱਡਤਾ ਸੀਗਾ ਕਿ ਜੋ ਹੋ ਗਿਆ ਬਸ ਠੀਕ ਹੈ। ਬਟ ਫਿਰ ਇਹ ਸੋਚਿਆ ਕਿ ਇੱਦਾਂ ਤਾਂ ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਵੀ ਨਹੀਂ, ਬੰਦੇ ਨੂੰ ਐਟਲੀਸਟ ਪਤਾ ਹੋਵੇ, ਉਹਨੂੰ ਪਤਾ ਲੱਗੇ ਕਿ ਹਾਂ ਮੈਂ ਕਿਸੇ ਦੀ ਜ਼ਿੰਦਗੀ ਖਰਾਬ ਕੀਤੀ ਆ, ਇੱਕ ਛੋਟੇ ਜਿਹੇ ਬੱਚੇ ਦੀ ਜ਼ਿੰਦਗੀ ਖਰਾਬ ਕੀਤੀ, ਜਿਹੜਾ ਆਸ ਲਗਾ ਕੇ ਬੈਠਾ ਕਿ ਮੇਰੇ ਪਾਪਾ ਅੱਜ ਆਉਣਗੇ, ਮੇਰੇ ਪਾਪਾ ਕੱਲ੍ਹ ਆਉਣਗੇ। ਵੀ ਉਹਨੂੰ ਵੀ ਤਾਂ ਪਤਾ ਚੱਲਣਾ ਚਾਹੀਦਾ ਹੈਗਾ ਕਿ ਤੂੰ ਵੀ ਇੱਥੇ ਆ, ਵਾਪਸ ਇੱਥੇ ਰਹਿ, ਤੂੰ ਵੀ, ਤੈਨੂੰ ਪਤਾ ਚੱਲੇ ਕਿ ਆਪਾਂ ਜਿੱਦਾਂ ਸਫ਼ਰ ਕੀਤਾ ਇੰਨੇ ਟਾਈਮ ਦੇ ਵਿੱਚ। ਤੁਸੀਂ ਦੂਜਾ ਵਿਆਹ ਕਰਾਉਣ ਬਾਰੇ ਨਹੀਂ ਸੋਚਿਆ? ਨਹੀਂ ਮੈਮ, ਕਦੇ ਆਇਆ ਨਹੀਂ ਦਿਮਾਗ ਦੇ ਵਿੱਚ, ਔਰ ਨਾ ਹੀ ਮੈਮ ਕਰਵਾਉਣਾ ਚਾਹੁੰਦੀ। ਮੇਰਾ ਟਰਸਟ ਉੱਠ ਗਿਆ ਮੈਮ, ਜਦੋਂ ਇੱਕ ਦੇ ਵਿੱਚ ਨਹੀਂ ਕੁਛ ਮਿਲਿਆ ਸੁੱਖ, ਤੇ ਦੂਸਰੇ ਵਿੱਚ ਕੀ ਹੋ ਸਕਦਾ। ਬਸ ਮੇਰਾ ਬੱਚਾ ਮੇਰੇ ਕੋਲ ਹੈਗਾ, ਬਸ ਠੀਕ ਹੈ ਮੈਮ। ਜੀ, ਤਾਂ ਇਹ ਕਹਾਣੀ ਸਰਬਜੀਤ ਕੌਰ ਦੀ, ਕਸਬਾ ਭਦੌੜ ਦੀ, ਜਿੱਥੇ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਪਤੀ ਦੇ ਨਾਲ 2 ਸਾਲ ਹੋ ਗਏ ਕੋਈ ਸੰਪਰਕ ਨਹੀਂ ਹੈ, ਗੱਲ ਨਹੀਂ ਹੋ ਪਾ ਰਹੀ, ਤੇ 5 ਸਾਲ ਆਪਣੇ ਪੇਕੇ ਘਰ ਰਹਿ ਰਹੀ ਹੈ। ਇਹਨਾਂ ਦੇ ਘਰਦਿਆਂ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਤਾਂ ਉਹਨਾਂ ਦੇ ਚਾਚਾ ਜੀ ਸਾਡੇ ਨਾਲ ਮੌਜੂਦ ਨੇ। ਚਾਚਾ ਜੀ, ਲਾਸਟ ਜਦੋਂ ਗੱਲ ਹੁੰਦੀ ਹੈ ਸਹੁਰੇ ਪਰਿਵਾਰ ਨਾਲ, ਤਾਂ ਉਹਨਾਂ ਦਾ ਕੀ ਕਹਿਣਾ ਸੀ? ਦੇਖੋ ਜੀ, ਉਹ ਕੋਈ ਗੱਲ ਤੇ ਕਿਸੇ ਤੇ ਖੜਦੀ ਨਹੀਂ ਹੈਗੇ ਜੀ। ਪੰਚਾਇਤੀ ਰਾਜੀਨਾਮਾ ਹੋਇਆ ਅੱਜ ਤੋਂ 7-8 ਦਿਨ ਪਹਿਲਾਂ ਵੀ ਹੋਈ ਸੀ ਗੱਲ, ਤੇ ਇੱਕ ਪੰਚਾਇਤ ਦੇ ਵਿੱਚ ਉੱਥੇ ਉਹ ਗੱਲ ਕਰਕੇ ਦੂਸਰੇ ਦਿਨ ਫੇਰ ਪਲਟੀ ਕਰ ਗਏ ਜੀ ਗੱਲ ਤੋਂ। ਕਿਸੇ ਗੱਲ ਤੇ ਖੜਦੇ ਨਹੀਂ। ਤੋਂ ਪਹਿਲਾਂ 6 ਵਾਰ ਗੱਲ ਹੋ ਚੁੱਕੀ ਹੈ ਜੀ ਪੰਚਾਇਤਾਂ ਵਿੱਚ। ਅਸੀਂ ਰਾਜੀਨਾਮੇ ਦਾ ਲਿਖਤ ਲਈ ਫਿਰਦੇ ਹਾਂ, ਸਮਝੌਤਾ ਹੋਇਆ ਪੰਚਾਇਤ ਦੇ ਵਿੱਚ, ਇਸ ਤੋਂ ਵੀ ਪਲਟ ਗਿਆ ਉਹ। ਹੁਣ ਲੜਕੀ 5.5 ਸਾਲ ਤੋਂ 5 ਸਾਲ ਤੋਂ ਘਰ ਬੈਠੀ ਆ ਸਾਡੇ, ਤੇ ਨਾ ਤਾਂ ਅਸੀਂ ਇਹਦਾ ਕਿਤੇ ਵਿਆਹ ਕਰ ਸਕਦੇ ਹਾਂ ਹੋਰ ਹਜੇ, ਜਿੰਨਾ ਚਿਰ ਉੱਧਰੋਂ ਕੋਈ ਗੱਲ ਫਾਈਨਲ ਨਹੀਂ ਹੁੰਦੀ। ਉਹ 2 ਸਾਲ ਤੋਂ ਮੁੰਡਾ ਸੰਪਰਕ ਖਤਮ ਕਰਕੇ ਸਾਈਪਰਸ ਬੈਠਾ ਹੈ, ਤੇ ਬੱਚੇ ਦੀ ਜ਼ਿੰਦਗੀ ਬਰਬਾਦ। 8 ਸਾਲ ਦਾ ਬੱਚਾ ਹੋ ਗਿਆ। ਅਸੀਂ ਕੋਲੋਂ ਰੁਪਏ ਲਾ ਕੇ ਸਾਈਪਰਸ ਭੇਜਿਆ ਸੀਗਾ, ਵਿਆਜ ਤੇ ਅਸੀਂ ਰੁਪਏ ਚੱਕੀ ਬੈਠੇ ਹਾਂ 3.5 ਲੱਖ ਰੁਪਈਆ, ਤੇ 2.5 ਲੱਖ ਰੁਪਈਆ ਲੜਕੀ ਦੇ ਮਾਮਾ ਜੀ ਨੇ ਦਿੱਤਾ ਹੈ। ਉਹਨਾਂ ਨੇ ਵਿਚਾਰਿਆਂ ਨੇ ਪਤਾ ਨਹੀਂ ਕਿਵੇਂ ਕਿੱਥੋਂ ਫੜ ਕੇ ਦਿੱਤਾ ਹੋਣਾ, ਹਜੇ ਉਹਨਾਂ ਦੇ ਵੀ ਪੈਸੇ ਖੜੇ ਆ ਦੇਣ ਵਾਲੇ। ਜਾਣੀ ਉਹਨੇ ਤਾਂ ਆਪਣੀ ਲਾਈਫ ਸੈੱਟ ਕਰ ਲਈ ਉੱਥੇ, ਉਹ ਕਹਿੰਦਾ ਮੈਂ ਵਿਆਹ ਕਰਵਾ ਲਿਆ ਦੂਸਰਾ। ਪਰ ਸਾਡੀ ਲੜਕੀ ਦਾ ਕੀ? ਇਹ ਤਾਂ ਬੈਠੀ ਆ ਘਰੇ, ਹੱਥ ਸਾਡੇ ਅੱਗੇ ਹੱਥ ਸਾਡੀ ਬੈਠੀ ਆ, ਤਾਂ ਨਾ ਕੋਈ ਬੱਚੇ ਦਾ ਭਵਿੱਖ ਹੈ, ਨਾ ਇਹ ਲੜਕੀ ਦਾ ਕੋਈ ਭਵਿੱਖ ਸਾਨੂੰ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਅਸੀਂ NRI ਆਫਿਸ ਸੰਗਰੂਰ, SSP ਆਫਿਸ ਬਰਨਾਲਾ, DSP ਆਫਿਸ ਤਪਾ, ਅਸੀਂ ਕੋਈ ਉਹ ਜਗ੍ਹਾ ਛੱਡੀ ਨਹੀਂ। ਵੂਮਨ ਸੈੱਲ, ਹਿਊਮਨ ਰਾਈਟ, ਅਸੀਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ, ਪਰ ਸਾਨੂੰ ਇਨਸਾਫ ਕਿਤੋਂ ਵੀ ਨਹੀਂ ਮਿਲਿਆ ਹਾਲੇ ਤੱਕ। ਉਲਟਾ ਉਹ ਪਰਿਵਾਰ ਸਾਡੇ ਤੇ ਹੀ ਥਾਣਾ ਫੂਲ ਦੇ ਵਿੱਚ ਇੱਕ ਦਰਖਾਸਤ ਸਾਡੇ ਖਿਲਾਫ ਦਿੰਦਾ, 4 ਮੈਂਬਰਾਂ ਦੇ ਖਿਲਾਫ। ਲੜਕੀ ਦਾ ਬ੍ਰਦਰ ਹੈ, ਮਦਰ, ਫਾਦਰ ਹੈ, ਉਹਦੇ ਖਿਲਾਫ ਹੈ, ਲੜਕੀ ਦੇ ਖਿਲਾਫ ਹੈ। ਉਹ ਅਸੀਂ 2-3 ਦਿਨ ਅਸੀਂ ਫੂਲ ਥਾਣੇ ਦੇ ਵਿੱਚ ਜਾ ਕੇ ਉਹ ਪੰਚਾਇਤ ਨੇ ਮਾਮਲਾ ਸੁਲਟਾਇਆ। ਉਲਟਾ ਇਹਨਾਂ ਨੂੰ ਹੋਰ ਹਰਾਸ ਕਰ ਰਿਹਾ ਉਹ, ਕਿ ਕਦੇ ਕਿਤੇ ਦਰਖਾਸਤ ਪਾਉਂਦੇ, ਕਦੇ ਕਿਤੇ ਪਾਉਂਦੇ ਆ। ਤੇ ਬੱਚੀ ਦਾ ਤਾਂ ਭਵਿੱਖ ਬਿਲਕੁਲ ਦਾਅ 'ਤੇ ਲੱਗਿਆ। 12 ਸਾਲ ਜ਼ਿੰਦਗੀ ਦੇ ਬਰਬਾਦ ਹੋ ਗਏ ਇਸ ਲੜਕੀ ਦੇ, 8 ਸਾਲ ਉਹ ਬੱਚੇ ਦੀ ਜ਼ਿੰਦਗੀ ਦੇ ਬਰਬਾਦ ਹੋ ਗਿਆ। ਨਾ ਅਸੀਂ ਉਹਨੂੰ ਕਿਸੇ ਸਕੂਲ 'ਚ ਦਾਖਲ ਕਰਵਾ ਸਕਦੇ, ਕਿਉਂਕਿ ਉਹ ਤਾਂ ਬਰਥ ਇੰਗਲੈਂਡ ਦਾ। ਇੱਥੇ ਸਕੂਲਾਂ ਵਾਲੇ ਉਹ ਬਰਥ ਸਰਟੀਫਿਕੇਟ ਮੰਗਦੇ ਆ, ਤੇ ਉਹ ਬੱਚੇ ਦੀ ਐਂਟਰੀ ਨਹੀਂ ਹੋ ਰਹੀ ਸਕੂਲ 'ਚ। ਕਿਹੜੇ ਸਕੂਲ 'ਚ ਭਰਤੀ ਕਰਵਾਈਏ? ਉਹਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਬੱਚੇ ਦੀ, ਉਹਦਾ ਤਾਂ ਭਵਿੱਖ ਬਿਲਕੁਲ ਤੇ ਦਾਅ 'ਤੇ ਲੱਗਿਆ ਹੋਇਆ ਬੱਚੇ ਦਾ। ਤਾਂ ਤੁਹਾਡੀ ਮੰਗ ਕੀ ਹੈ? ਸਾਡੀ ਤਾਂ ਮੰਗ ਇਹੀ ਹੈ ਜੀ, ਪ੍ਰਸ਼ਾਸਨ ਤੋਂ ਵੀ ਉਹ ਮੁੰਡੇ ਨੂੰ ਇਹਦਾ ਡਿਪੋਰਟ ਕੀਤਾ ਜਾਵੇ, ਤੇ ਇਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ। ਇਹਦਾ ਬਣਦਾ ਜ਼ਮੀਨ ਜਾਇਦਾਦ ਘਰ-ਬਾਰ ਦੇ ਵਿੱਚੋਂ ਇਹ ਲੜਕੇ ਬੱਚੇ ਦਾ ਤੇ ਬੱਚੀ ਦਾ ਜੋ ਵੀ ਬਣਦਾ ਹੈ ਉਹ ਪ੍ਰਸ਼ਾਸਨ ਇਹਨਾਂ ਨੂੰ ਦਿਵਾਵੇ, ਤਾਂ ਕਿ ਆਪਦੀ ਜ਼ਿੰਦਗੀ ਬਤੀਤ ਕਰ ਸਕਣ। ਤੇ ਇਹ ਬੱਚੀ ਆਪਣੇ ਪੇਕੇ ਪਰਿਵਾਰ 'ਚ ਵੀ ਕਿੰਨਾ ਚਿਰ ਬੈਠੀ ਰਹੇਗੀ, ਕਿਉਂਕਿ ਪਰਿਵਾਰ ਦੇ ਵਿੱਚ ਆਪਣੀਆਂ ਕਈ ਪਰਿਸਥਿਤੀਆਂ ਇਹੋ ਜਿਹੀਆਂ ਆ ਜਾਂਦੀਆਂ। ਕਿਸੇ ਟਾਈਮ ਭਾਈ ਹੁੰਦੇ ਆ, ਭਰਜਾਈਆਂ ਹੁੰਦੀਆਂ, ਘਰਾਂ 'ਚ ਕਿਸੇ ਨਾ ਕਿਸੇ ਗੱਲ ਤੋਂ ਮਾੜੀ ਮੋਟੀ ਗੱਲਬਾਤ ਹੋ ਜੇ, ਫਿਰ ਨਾਲੇ ਤਾਂ ਮਾਂ-ਬਾਪ ਦਾ ਮਰਨ ਹੋ ਜਾਂਦਾ ਵੀ ਸਾਡੀ ਬੇਟੀ ਨੂੰ ਕਹਿਤਾ। ਪਰ ਅਸੀਂ ਕਹਿੰਦੇ ਵੀ ਨੌਬਤ ਨਾ ਆਵੇ, ਪਰ ਕਈ ਵਾਰ ਆ ਜਾਂਦੀ ਆ ਘਰਾਂ ਦੇ ਵਿੱਚ। ਤੇ ਪਰ ਇਹ ਬੱਚੀ ਦੀ ਵੀ ਲਾਈਫ ਸੈੱਟ ਹੋਣੀ ਚਾਹੀਦੀ ਆ। ਇਹ ਬੱਚੀ ਸਾਡੇ ਚੁੱਲ੍ਹੇ ਬੰਨੀ ਕਿੰਨਾ ਕੁ ਚਿਰ ਝਾਕਦੀ ਰਹੇਗੀ? ਹੁਣ ਤਾਂ ਇਹ ਜਵਾਨੀ 'ਚ ਹੈ, ਹੁਣ ਇਹ ਆਪਦਾ ਕੁਛ ਕਰਕੇ ਆਪਦਾ ਭਵਿੱਖ ਸੰਵਾਰ ਸਕਦਾ। ਜਦੋਂ ਇਹ ਜਿਹਨਾਂ ਦੇ ਜਿਵੇਂ 12 ਸਾਲ ਆਈ ਵੇਸਟ ਹੋ ਗਏ, ਅੱਗੇ ਹੋਰ ਪਤਾ ਨਹੀਂ ਕਿੰਨਾ ਕੁ ਚਿਰ ਵੇਸਟ ਹੋਣਾ ਜੀ। ਫਿਰ ਇਹਨਾਂ ਦਾ ਕੰਮ ਕਰਨ ਦਾ ਸਮਾਂ ਵੀ ਨਿਕਲ ਜਾਣਾ, ਆਪਣੀ ਲਾਈਫ ਬਣਾਉਣ ਦਾ ਟਾਈਮ ਨਿਕਲ ਜਾਣਾ ਇਹਨਾਂ ਦਾ। ਤਾਂ ਬੱਚੀ ਜਾਊ ਕਿੱਧਰ? ਤੁਸੀਂ ਚਾਹੁੰਦੇ ਹੋ ਕਿ ਮੁੰਡਾ ਵਾਪਸ ਆਏ, ਡਿਪੋਰਟ ਹੋਏ? ਬਿਲਕੁਲ ਹੋਣਾ ਚਾਹੀਦਾ ਜੀ। ਜੇ ਇੱਕ ਅੱਧਾ ਇਸ ਤਰ੍ਹਾਂ ਡਿਪੋਰਟ ਹੋਵੇਗਾ, ਜਿੱਦਾਂ ਧਨੌਲੇ ਵਾਲਾ ਕਾਂਡ ਹੋਇਆ, ਖੁੱਡੀ ਵਾਲੀ ਲੜਕੀ ਹੈ, ਜਾਂ ਇਹ ਸਾਡੇ ਨਾਲ ਹੋਇਆ, ਹੋਰ ਬੜੇ ਨੇ ਪੰਜਾਬ 'ਚ, ਤੇ ਇਦਾਂ ਹੋਰ ਹੁੰਦੇ ਰਹਿਣਗੇ। ਜੇ ਇਹਨਾਂ ਨੂੰ ਵਿਦੇਸ਼ੀ ਲਾੜੀਆਂ ਨੂੰ ਵਾਪਸ ਨਹੀਂ ਬੁਲਾਇਆ ਇੱਥੋਂ ਦੀ ਗੌਰਮੈਂਟ ਨੇ, ਇੱਕ ਵਾਰ ਉਹਨਾਂ ਨੂੰ ਬੁਲਾ ਕੇ ਹਿੰਦੁਸਤਾਨ ਦੇ ਸੰਵਿਧਾਨ ਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਉਹਨਾਂ 'ਤੇ ਹੋਣੀ ਚਾਹੀਦੀ ਆ। ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਣਾ ਚਾਹੀਦਾ।
ਤੇ ਪ੍ਰਸ਼ਾਸਨ ਨੂੰ ਕੋਈ ਵੀ ਗੁਨਾਹਗਾਰ ਹੈ, ਚਾਹੇ ਲੜਕੀ ਹੈ ਚਾਹੇ ਲੜਕਾ ਹੈ, ਉਹਦਾ ਸਾਥ ਦੇਣਾ ਚਾਹੀਦਾ ਹੈ, ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ। ਤੇ ਅਸੀਂ ਤਾਂ ਇਨਸਾਫ ਪਸੰਦ ਲੋਕ ਹਾਂ, ਸਾਨੂੰ ਤਾਂ ਇਨਸਾਫ ਚਾਹੀਦਾ ਜੀ, ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਿ ਮੁੰਡਾ ਵਾਪਸ ਆਏ, ਤੁਹਾਡੀ ਬੇਟੀ ਉਹਦੇ ਨਾਲ ਹੀ ਜੀਵਨ ਬਤੀਤ ਕਰੇ ਜਾਂ ਦੂਜਾ ਵਿਆਹ ਕਰੋਗੇ? ਦੇਖੋ ਜੀ, ਇੱਕ ਵਾਰ ਲੜਕਾ ਤਾਂ ਆਵੇ ਨਾ, ਉਹ ਉਸ ਤੋਂ ਬਾਅਦ ਦਾ ਮੈਟਰ ਹੈ ਸੋਚਣ ਦਾ ਵੀ ਉਹ ਕੀ ਕਹਿ ਰਿਹਾ, ਲੜਕਾ ਆ ਕੇ ਕੀ ਕਹਿ ਰਿਹਾ, ਉਹ ਰੱਖਣਾ ਵੀ ਚਾਹੁੰਦਾ ਜਾਂ ਨਹੀਂ ਰੱਖਣਾ ਚਾਹੁੰਦਾ। ਕਿਉਂਕਿ ਜਿਵੇਂ ਉਹਨੇ ਉੱਥੇ ਸਾਈਪਰਸ ਜਾ ਕੇ ਵਿਆਹ ਕਰਵਾ ਲਿਆ, ਸਾਨੂੰ ਤਾਂ ਸੁਣਨ 'ਚ ਇਹ ਵੀ ਆਇਆ ਵੀ ਹੁਣ ਤੋਂ ਕਿਸੇ ਤੀਜੀ ਹੋਰ ਲੜਕੀ ਨਾਲ ਵੀ ਰਹਿ ਰਿਹਾ। ਸੁਣਨ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ, ਕਿਉਂਕਿ ਕਾਫੀ ਲੋਕ ਪਿੰਡਾਂ 'ਚੋਂ ਗਏ ਹੁੰਦੇ ਆ, ਅਸੀਂ ਵੀ ਗਾਹਾਂ ਦੀ ਗਾਹਾਂ ਕਿਸੇ ਨਾ ਕਿਸੇ ਨਾਲ ਸੰਪਰਕ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਹਾਂ। ਤੇ ਮਤਲਬ ਉਹ ਬੰਦੇ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਹੈਗਾ, ਇੱਕ ਤੇ ਨਹੀਂ ਖੜਿਆ, ਦੋ ਤੇ ਨਹੀਂ, ਤੀਜੇ ਤੋਂ ਤੁਰਿਆ ਫਿਰਦਾ। ਫਿਰ ਉਸ ਮੁੰਡੇ ਨਾਲ ਇਹ ਲੜਕੀ ਕਿੱਦਾਂ ਜ਼ਿੰਦਗੀ ਬਤੀਤ ਕਰੇਗੀ? ਇੱਕ ਵਾਰ ਉਹ ਆਵੇ, ਉਹ ਦੱਸੇ ਉਹਨੂੰ ਕੀ ਪ੍ਰੋਬਲਮ, ਉਹ ਵੀ ਦੱਸੇ, ਆਪਣਾ ਪੱਖ ਰੱਖਿਆ ਕਿ ਉਹਨੂੰ ਰੱਖਣਾ ਚਾਹੀਦਾ ਹੈ। ਜੋ ਸਹੀ ਆ, ਅਸੀਂ ਤਾਂ ਕਹਿੰਦੇ ਉਹ ਸੱਚਾ ਸਹੀ ਆ, ਪਰ ਉਹ ਆਪਣਾ ਪੱਖ ਪੇਸ਼ ਕਰੇ, ਆਵੇ, ਰੱਖੇ, ਮੀਡੀਆ 'ਚ ਰੱਖੇ, ਪ੍ਰਸ਼ਾਸਨ ਅੱਗੇ ਰੱਖੇ, ਪੰਚਾਇਤ ਅੱਗੇ ਰੱਖੇ, ਆਪਦਾ ਪੱਖ ਰੱਖਣ। ਉਹ ਜਿਹੜੀ ਗੱਲ ਲੜਕੀ ਨੂੰ ਉਹ ਸਹੁਰੇ ਘਰ ਕਿਹੜੇ ਬੇਸ ਤੇ ਰਹੇ, ਜਿਵੇਂ ਹੁਣ ਉਹਨਾਂ ਦਾ ਸਹੁਰਾ ਪਰਿਵਾਰ ਕਹਿ ਦਿੰਦਾ ਵੀ ਲੜਕੀ ਇੱਥੇ ਰਵੇ ਜੀ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਕਿਸ ਬੇਸ ਤੇ ਰਹੇ? ਘਰ ਦੇ ਵਿੱਚ ਕੋਈ ਬੁੜੀ ਨਹੀਂ ਹੈਗੀ, ਦਿਓਰ ਹੈ ਉਹ ਨਾਰਮਲ ਹੈ ਸਰੀਰਕ ਪੱਖੋਂ, ਤੇ ਸਹੁਰਾ ਸਾਹਿਬ ਆ ਲੜਕੀ ਦਾ ਉਹ ਇੱਕ ਸਿਰੇ ਦਾ ਸ਼ਰਾਬੀ ਬੰਦਾ ਹੈ। ਤੇ ਉੱਥੇ ਘਰ ਦੇ ਵਿੱਚ ਜਦੋਂ ਕੋਈ ਦੂਜੀ ਬੁੜੀ ਨਹੀਂ, ਇਹ ਜਵਾਨ ਲੜਕੀ ਕਿੱਦਾਂ ਰਹਿ ਸਕਦੀ ਹੈ? ਫਿਰ ਉਹ ਬਾਹਰੋਂ ਬੰਦਿਆਂ ਨੂੰ ਬੁਲਾ ਕੇ ਘਰੇ ਡਰਿੰਕ ਕਰਦੇ ਨੇ, ਫਿਰ ਉਹ ਡਰਿੰਕ ਕਰਦੇ ਨੇ ਤਾਂ ਉੱਥੇ ਉਹਨਾਂ ਦੇ ਆ ਕੇ ਲੜਕੀ ਨੂੰ ਕਹਿੰਦਾ ਤੂੰ ਇੱਥੇ ਵਿੱਚ ਬੈਠ। ਇਹਦਾ ਕੀ ਮਤਲਬ ਹੈ? ਕਿਉਂ ਬੈਠੂਗੀ ਲੜਕੀ ਬੇਗਾਨੇ ਬੰਦਿਆਂ ਜੀ? ਸਾਡੇ ਘਰੇ ਤਾਂ ਕੰਮ ਨਹੀਂ ਚੱਲਦਾ, ਸਾਡੀਆਂ ਲੜਕੀ ਤਾਂ ਨਹੀਂ ਪੈਂਦੀ, ਨਾ ਅਸੀਂ ਬੈਠਣ ਦਈਏ। ਕਿੱਦਾਂ ਬਰਦਾਸ਼ਤ ਕਰ ਸਕਦੇ ਅਸੀਂ ਇਹ ਗੱਲਾਂ? ਇਹ ਬਰਦਾਸ਼ਤ ਤੋਂ ਬਾਹਰ। ਕਿਸੇ ਵੀ ਇੱਜ਼ਤਦਾਰ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਇਹ ਗੱਲ ਨੂੰ ਬਰਦਾਸ਼ਤ ਕਰੇਗਾ ਜੀ। ਮੇਰੇ ਤਾਂ ਅਸੀਂ ਤਾਂ ਕਿਉਂ ਕਰਾਂਗੇ? ਕੋਈ ਵੀ ਨਹੀਂ ਕਰ ਸਕਦਾ ਇਹ ਚੀਜ਼ਾਂ ਨੂੰ ਤਾਂ ਬਰਦਾਸ਼ਤ। ਕੁੜੀ ਦੇ ਮਾਪੇ ਵੱਲੋਂ ਬਹੁਤ ਜਿੱਦਾਂ ਵਿਆਹ ਤੋਂ ਬਾਅਦ ਪਹਿਲੇ ਵਿਆਹ ਕੀਤਾ, ਉਸ ਤੋਂ ਬਾਅਦ ਜਦੋਂ ਵਾਪਸ ਆਉਂਦੇ ਉਸ ਤੋਂ ਬਾਅਦ ਫਿਰ ਪੈਸੇ ਲਗਾ ਕੇ ਭੇਜਿਆ, ਤੇ ਮਾਪੇ ਵੱਲੋਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕੁੜੀ ਦਾ ਕਿਸੇ ਤਰ੍ਹਾਂ ਵੀ ਪਰਿਵਾਰ ਵਾਸਤੇ। ਬਿਲਕੁਲ ਜੀ, ਅਸੀਂ ਤਾਂ ਮਤਲਬ ਲੜਕੀ ਪਰਿਵਾਰ ਵੱਲੋਂ ਅਸੀਂ ਇੰਨੀ ਹੈਲਪ ਕਰੀ ਆ। ਪਹਿਲਾਂ ਦੇਖੋ ਇੰਗਲੈਂਡ ਵੀ ਸਾਡੀ ਲੜਕੀ ਲੈ ਕੇ ਗਈ, ਕਿਉਂਕਿ ਆਈਲੈਟ ਸਾਡੀ ਲੜਕੀ ਦੀ ਕਰੀ ਵੀ ਸੀਗੀ। ਤੇ ਉਸ ਤੋਂ ਬਾਅਦ ਵਾਪਸ ਆ ਕੇ 4 ਸਾਲ ਬਾਅਦ, ਚਲੋ ਉੱਥੇ ਉਹ PR ਨਹੀਂ ਸੀ ਹੋ ਰਹੇ, ਆਸਟ੍ਰੇਲੀਆ ਦਾ ਬਣਾ ਰਹੇ ਸੀ, ਅਸੀਂ ਵੀ ਚਲੋ ਆਸਟ੍ਰੇਲੀਆ ਦਾ ਹੋ ਜਾ। ਆਸਟ੍ਰੇਲੀਆ ਦਾ ਨਹੀਂ ਸੈੱਟ ਆਇਆ, ਚੱਲ ਇੱਥੇ ਵੀ ਕੰਮ ਚਲਾਇਆ ਉਹਨਾਂ ਨੇ ਪਲਾਈਵੁੱਡ ਦਾ, 6 ਮਹੀਨੇ ਉਹ ਕਰਿਆ, ਛੱਡਤਾ। ਉਸ ਤੋਂ ਬਾਅਦ ਉਹ ਕਹਿੰਦਾ ਮੈਂ ਸਾਈਪਰਸ ਜਾਣਾ। ਸਾਈਪਰਸ ਜਾਣ ਵਾਸਤੇ ਵੀ ਅਸੀਂ 3.5 ਲੱਖ ਰੁਪਇਆ ਆੜਤੀਏ ਤੋਂ ਵਿਆਜ ਤੇ ਚੱਕ ਕੇ ਦਿੱਤਾ, ਜਿਹਦਾ ਅਸੀਂ ਇਸ ਟਾਈਮ ਹਾਲੇ ਵੀ ਵਿਆਜ ਭਰ ਰਹੇ ਹਾਂ, ਸਾਥੋਂ ਪੈਸੇ ਨਹੀਂ ਮੁੜੇ। ਫਿਰ ਲੜਕੀ ਦੇ ਮਾਮਾ ਜੀ 2.5 ਲੱਖ ਰੁਪਇਆ ਉਹਨਾਂ ਨੇ, ਜਾਣੀ ਕਿ 6 ਲੱਖ ਰੁਪਇਆ ਅਸੀਂ ਦੁਬਾਰੇ ਲਾ ਕੇ ਉਹਨੂੰ ਸਾਈਪਰਸ ਭੇਜਿਆ। 2 ਸਾਲ ਤੋਂ ਸਾਡੀ ਬੱਚੀ ਨਾਲ ਉਹਨਾਂ ਨੇ ਕੰਟੈਕਟ ਖਤਮ ਕਰ ਦਿੱਤਾ। ਕੀ ਫੋਨ ਕਰਕੇ ਕਹਿ ਕੇ ਗੱਲ ਖਤਮ ਹੋ ਜਾਂਦੀ ਆ ਵੀ ਮੈਂ ਤੇ ਆਪਣੀ ਇੱਥੇ ਲਾਈਫ ਸੈੱਟ ਕਰ ਲਈ, ਮੈਂ ਦੂਜਾ ਵਿਆਹ ਕਰ ਲਿਆ, ਤੂੰ ਵੀ ਕਰਾ ਲਾ। ਫਿਰ ਇਹ ਗੱਲਾਂ ਕਹਿਣ ਦੀਆਂ ਬਣਦੀਆਂ ਵੀ ਮੈਂ ਬੈਂਡ ਬਾਜੇ ਵਾਲਿਆਂ ਦੇ ਪੈਸੇ ਭੇਜ ਦੂੰਗਾ, ਤੂੰ ਆਪਣੀ ਲਾਈਫ ਸੈੱਟ ਕਰ ਲਾ। ਇਹ ਗੱਲਾਂ ਉਹਦੇ ਕਹਿਣ ਦੀਆਂ ਨੇ, ਇਹ ਉਹ ਮੁੰਡੇ ਨੇ ਕਹੀਆਂ ਨੇ ਵੀ ਤੂੰ ਆਪਣਾ ਦੂਜਾ ਵਿਆਹ ਕਰਵਾ ਲਾ, ਮੈਂ ਪੈਸੇ ਭੇਜ ਦਿੰਦਾ ਬੈਂਡ ਬਾਜੇ ਵਾਲਿਆਂ ਵਾਸਤੇ। ਕਿ ਉਹ ਸਾਡੀ ਲੜਕੀ ਦੇ ਵਿਆਹ ਵਿੱਚ ਕਰਨ ਵਾਸਤੇ ਬੈਂਡ ਬਾਜੇ ਵਾਲਿਆਂ ਨੂੰ ਰੁਪਈਏ ਭੇਜੂਗਾ? ਜੇ ਅਸੀਂ ਇੱਕ ਵਾਰੀ ਵਿਆਹ ਸਕਦੇ ਹਾਂ, ਅਸੀਂ ਦੁਬਾਰੇ ਵੀ ਵਿਆਹ ਸਕਦੇ ਹਾਂ। ਨਾਲੇ ਇੰਨੇ ਮੈਚੁਰ ਆਦਮੀ ਤੇ ਮੂੰਹੋਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਜਿਹਦਾ ਬੱਚਾ ਵੀ 8-10 ਸਾਲ ਦਾ। ਬਿਲਕੁਲ ਜੀ, ਬੱਚਿਆਂ ਦੀ ਖਾਤਰ ਤਾਂ ਆਪਾਂ ਮੰਦਰ ਮਸਜਿਦ ਗੁਰਦੁਆਰਿਆਂ 'ਚ ਨੱਕ ਰਗੜਦੇ ਫਿਰਦੇ ਹਾਂ। ਇਹ 8 ਸਾਲ ਦਾ ਬੱਚਾ ਸਿਉਣੇ ਵਰਗਾ, ਕਿੰਨਾ ਸੋਹਣਾ, ਤੇ ਉਹ ਛੱਡ ਕੇ ਉਹਨਾਂ ਨੂੰ ਕੋਈ ਇਹਦੇ ਨਾਲ ਹੈ ਹੀ ਨਹੀਂ, ਬੱਚੇ ਨਾਲ ਲਗਾ ਵੀ ਕੋਈ ਨਹੀਂ, ਉਹਨਾਂ ਨੂੰ ਕੋਈ ਪਿਆਰ ਹੀ ਨਹੀਂ ਹੈਗਾ ਬੱਚੇ ਨਾਲ। ਤਾਂ SSP DSP ਆਫਿਸ ਅਸੀਂ ਤਪੇ ਗਏ, ਉੱਥੇ ਜਦੋਂ ਬਿਆਨ ਕਲਮਬੰਦ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਬੱਚੇ ਦਾ ਨਾਂ ਤੱਕ ਨਹੀਂ ਸੀ ਪਤਾ ਵੀ ਬੱਚੇ ਦਾ ਨਾਂ ਕੀ ਆ। ਜਿਨ੍ਹਾਂ ਨੂੰ ਆਪਦੇ ਪੋਤੇ ਦਾ ਨਾਂ ਨਹੀਂ ਪਤਾ, ਤੇ ਫਿਰ ਉਹ ਕਿਸ ਤਰ੍ਹਾਂ ਨਾਲ ਬੱਚੀ ਉੱਥੇ ਰਹਿ ਸਕਦੇ ਤੇ ਬੱਚਾ ਰਹਿ ਸਕਦਾ ਉਹਨਾਂ ਕੋਲ? ਜ਼ਮੀਨ ਉਹਨਾਂ ਨੇ ਵੇਚਣੀ ਸ਼ੁਰੂ ਕਰੀ ਹੋਈ ਆ। ਜਿੱਦੇ ਅਸੀਂ ਰਿਸ਼ਤਾ ਕਰਿਆ ਸੀਗਾ ਅਸੀਂ 6.5 ਕਿੱਲਿਆਂ ਤੇ ਕਰਿਆ ਸੀ, ਅੱਜ 4 ਕਿੱਲੇ ਆ। ਉਹਨਾਂ ਨੇ ਤਾਂ ਵਾਢਾ ਧਰਿਆ ਹੋਇਆ, ਖਾਣ ਨੂੰ ਖਾ ਜਾਣਗੇ, ਸਾਰੀ ਬੱਚੇ ਦਾ ਹਿੱਸਾ ਵੀ ਖਾ ਜਾਣਗੇ, ਇਹ ਲੜਕੀ ਦਾ ਹਿੱਸਾ ਵੀ ਖਾ ਜਾਣਗੇ ਜਿਹੜਾ ਬਣਦਾ ਹੈ ਲੀਗਲੀ। ਬਹੁਤ ਬਹੁਤ ਸ਼ੁਕਰੀਆ। ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਅੱਜ ਜਦੋਂ ਬਾਪੂ ਜੀ ਨੇ ਜਿੱਦਾਂ ਜ਼ਿਕਰ ਕੀਤਾ ਕਿ ਕਾਨੂੰਨ ਕੋਈ ਇਹੋ ਜਿਹੇ ਸਖਤ ਹੋਣੇ ਚਾਹੀਦੇ ਨੇ ਕਿ ਜੇਕਰ ਕੋਈ ਬਾਹਰ ਜਾਂਦਾ ਵੀ ਹੈ ਤਾਂ ਇਹ ਨਾ ਭੁੱਲਣ ਕਿ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਕਿ ਜ਼ਿੰਦਗੀਆਂ ਕਿਸ ਤਰ੍ਹਾਂ ਬਰਬਾਦ ਹੋ ਰਹੀਆਂ ਨੇ, ਚਾਹੇ ਉਮਰ ਕੋਈ ਵੀ ਹੋਏ। ਜਦੋਂ ਸੋਸ਼ਲ ਮੀਡੀਆ ਤੇ ਬਿਆਨ ਤੇ ਲਵਪ੍ਰੀਤ ਦਾ ਮਾਮਲਾ ਪੱਕਦਾ ਹੈ ਤਾਂ ਉਦੋਂ ਕਿਹਾ ਜਾਂਦਾ ਕਿ ਉਮਰ ਛੋਟੀ ਸੀ, ਕਿ ਪੇਰੈਂਟਸ ਨੇ ਜ਼ਬਰਦਸਤੀ ਵਿਆਹ ਕਰਤਾ, ਘੱਟ ਉਮਰ ਦੇ ਸੀਗੇ, ਸਮਝ ਨਹੀਂ ਸੀਗੀ, ਤਾਂ ਕਰਕੇ ਇਹੋ ਜਿਹਾ ਹੋ ਗਿਆ, ਬਾਅਦ 'ਚੋਂ ਇਹ ਸਿੱਟਾ ਨਿਕਲ ਕੇ ਆਉਂਦਾ ਹੈ। ਪਰ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਉਮਰ ਵੀ ਸੂਝ-ਬੂਝ ਵਾਲੀ ਸੀ, ਬੱਚਾ ਵੀ ਸੀਗਾ, ਵਿਆਹ ਰਜ਼ਾਮੰਦੀ ਨਾਲ ਹੁੰਦਾ, ਉਸ ਤੋਂ ਬਾਅਦ ਬਾਹਰ ਜਾਂਦੇ ਨੇ ਤਾਂ ਫਿਰ ਵੀ ਇਹੋ ਜਿਹਾ ਹੀ ਦੇਖਣ ਨੂੰ ਮਿਲਦਾ ਹੈ। ਤੇ ਤੁਸੀਂ ਆਪ ਸੋਚੋ ਕਿ
ਕਿਸ ਤਰ੍ਹਾਂ ਸਾਡਾ ਭਵਿੱਖ, ਜਿਹੜੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ, ਉਹਨਾਂ ਨੂੰ ਕੀ ਮਤ ਦੇ ਰਿਹਾ, ਤੇ ਇਹੋ ਜਿਹੇ ਨੌਜਵਾਨਾਂ ਦੀ, ਸਾਡੇ ਪੰਜਾਬ ਦੇ ਜੋ ਬੱਚਿਆਂ ਦੀ ਜੋ ਫਿਊਚਰ ਇੱਕਦਮ ਬਿਲਕੁਲ ਡਾਰਕ ਹੈ, ਬਿਲਕੁਲ ਕਾਲਾ ਦਿਖਾਈ ਦੇ ਰਿਹਾ। ਇਸ ਵਕਤ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ ਤੇ ਅਸੀਂ ਉਮੀਦ ਕਰਦੇ ਹਾਂ ਕੁੜੀ ਨੂੰ ਇਨਸਾਫ ਵੀ ਜ਼ਰੂਰ ਮਿਲੇਗਾ। ਮਾਂ-ਬਾਪ ਦੇ ਝਗੜੇ ਵਿੱਚ ਅਕਸਰ ਸਭ ਤੋਂ ਜ਼ਿਆਦਾ ਜੋ ਪੀਸਿਆ ਜਾਂਦਾ ਹੈ ਉਹ ਬੱਚਾ ਹੁੰਦਾ ਹੈ। ਤਾਂ ਉਹਨਾਂ ਦਾ ਬੱਚਾ ਅਰਨਬ 8 ਸਾਲ ਉਮਰ ਹੈ ਇਸਦੀ। ਬੇਟਾ ਪਾਪਾ ਨਾਲ ਗੱਲ ਹੁੰਦੀ ਹੈ? ਪਹਿਲਾਂ ਹੁੰਦੀ ਸੀ ਪਰ ਹੁਣ ਨਹੀਂ ਹੁੰਦੀ। ਪਹਿਲਾਂ ਹੁੰਦੀ ਸੀ। ਕੀ ਕਹਿੰਦੇ ਸੀ ਪਾਪਾ? ਪਾਪਾ ਕਹਿੰਦੇ ਸੀਗੇ ਕਿ ਮੈਂ ਤੁਹਾਨੂੰ ਦੋਨਾਂ ਨੂੰ ਇੱਥੇ ਬੁਲਾ ਲੂੰਗਾ। ਪਾਪਾ ਰਹਿੰਦੇ ਕਿੱਥੇ ਹੈ ਪਤਾ? ਸਾਈਪ੍ਰੈਸ। ਲਾਸਟ ਕਦੋਂ ਗੱਲ ਹੋਈ ਪਾਪਾ ਨਾਲ? 2 ਸਾਲ ਪਹਿਲਾਂ। 2 ਸਾਲ ਤੋਂ ਗੱਲ ਨਹੀਂ ਹੋਈ? ਹਾਂਜੀ। ਯਾਦ ਆਉਂਦੀ ਪਾਪਾ ਦੀ? ਨਹੀਂ। ਯਾਦ ਨਹੀਂ ਆਉਂਦੀ? ਹਾਂਜੀ। ਕਿਉਂ? ਪਿਆਰ ਨਹੀਂ ਕਰਦੇ ਪਾਪਾ ਨੂੰ? ਹਾਂਜੀ। ਫਿਰ ਯਾਦ ਨਹੀਂ ਆਉਂਦੀ? ਹਾਂਜੀ। ਫਿਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ? ਨਹੀਂ। ਨਹੀਂ। ਲਾਸਟ ਕੀ ਗੱਲ ਹੋਈ ਸੀ ਪਾਪਾ ਨਾਲ? ਲਾਸਟ ਹੋਈ ਸੀ ਕਿ ਪਾਪਾ ਕਹਿੰਦੇ ਸੀਗੇ ਕਿ ਅਰਨਬ ਤੂੰ ਇੱਥੇ ਆ ਜਾ, ਮੈਂ ਤੇਰੀ ਨਵੀਂ ਮੰਮਾ ਲੱਭ ਲਈ ਆ। ਪਾਪਾ ਕਹਿੰਦੇ? ਹਾਂਜੀ। ਫਿਰ ਤੁਸੀਂ ਕੀ ਕਿਹਾ? ਮੈਂ ਕਿਹਾ ਨਹੀਂ, ਮੈਂ ਆਪਦੀ ਪੁਰਾਣੀ ਮੰਮਾ ਨਾਲ ਹੀ ਰਹੂੰਗਾ। ਉਸ ਤੋਂ ਬਾਅਦ ਨਹੀਂ ਗੱਲ ਹੋਈ ਪਾਪਾ ਨਾਲ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦੇ ਹੋ? 4th। ਸਹਿਯੋਗੀ ਰਜਿੰਦਰ ਦੇ ਨਾਲ, ਕੈਮਰਾ ਪਰਸਨ ਪਰਵਿੰਦਰ ਦੇ ਨਾਲ, ਜਸਨੂਰ ਤਵਨ, ਭਦੌੜ।